ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਦੋਸਤੋ ਕੈਲਗਰੀ ਵਿੱਚ ਆਏ ਸੀ ਤੇ ਅੱਜ ਇੱਕ ਮਿੱਤਰਾਂ ਦਾ ਫਾਰਮ ਹਾਊਸ ਦੇਖਿਆ ਤੇ ਉੱਥੇ ਮਿਲੇ ਟਰੈਕਟਰ ਤੇ ਟਰੈਕਟਰਾਂ ਤੋਂ ਅੱਜ ਦਾ ਪ੍ਰਾਈਮ ਫੋਕਸ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਕਿਸਾਨੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਬੀਤੇ ਕਈ ਦਿਨਾਂ ਤੋਂ ਲਗਾਤਾਰ ਕਰਦੇ ਆ ਰਿਹਾ ਕਿ ਕਿਸਾਨੀ ਮਰ ਰਹੀ ਹੈ। ਕਿਸਾਨੀ ਨੂੰ ਮਾਰਨ ਵਾਸਤੇ ਕਈ ਤਰ੍ਹਾਂ ਦੇ ਆਰਡੀਨੈਂਸ ਤੇ ਇਹਦੇ ਨਾਲ ਪੁੱਤ ਵਰਗਾ ਫੋਰ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਤੇ ਕਦੇ ਟੋਚਨਾਂ ਦੀਆਂ ਗੱਲਾਂ ਤੇ ਕਦੇ ਪਿੰਡਾਂ ਦੇ ਵਿੱਚ ਜ਼ਮੀਨ ਘੱਟ ਤੇ ਟਰੈਕਟਰ ਵੱਧ, ਲਗਭਗ ਇਸ ਤਰ੍ਹਾਂ ਦੀਆਂ ਅਸੀਂ ਬਥੇਰੀਆਂ ਗੱਲਾਂ ਰੋਜ਼ਾਨਾ ਕਰਦੇ ਹਾਂ ਤੇ ਅੱਜ ਟਰੈਕਟਰਾਂ ਦੇ ਉੱਤੇ ਸਵਾਰ ਹੋ ਕੇ ਇਸੇ ਤਰ੍ਹਾਂ ਦੀਆਂ ਅਸੀਂ ਗੱਲਾਂ ਤੁਹਾਡੇ ਨਾਲ ਕਰਾਂਗੇ। ਤੁਹਾਡਾ ਜਿੱਥੇ ਸਵਾਗਤ ਹੈ ਉੱਥੇ ਆਓ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੀਏ ਪਰਮਵੀਰ ਬਾਠ ਸਾਹਿਬ ਦਾ। ਬਾਠ ਸਾਹਿਬ ਜੀ ਆਨ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ ਬੈਨੀਪਾਲ ਸਾਹਿਬ। ਤੇ ਅੱਜ ਵਧੀਆ ਲੱਗਾ ਕਿਉਂਕਿ ਅੱਜ ਪੰਜਾਬ ਵਰਗੀ ਫੀਲਿੰਗ ਆ ਗਈ ਆ ਕਿ ਟਰੈਕਟਰ ਚਲਾਇਆ। ਪਰ ਇੱਕ ਗੱਲ ਹੈਗੀ ਆ ਜੀ ਕਿ ਇਸ ਟਰੈਕਟਰ ਦਾ ਜਾਂ ਇਹਨਾਂ ਸਾਰੇ ਟਰੈਕਟਰਾਂ ਦਾ ਇਕੱਲੇ ਕਿਸਾਨ ਦੇ ਨਾਲ ਸੰਬੰਧ ਨਹੀਂ ਜੀ ਜੀ ਇਕੱਲੇ ਜੱਟ ਭਾਈਚਾਰੇ ਦੇ ਨਾਲ ਸੰਬੰਧ ਨਹੀਂ, ਕਿਉਂਕਿ ਜਿਹੜਾ ਕਿਸਾਨ ਦੇ ਵੇਸ ਦੇ ਵਿੱਚ ਜਾਂ ਕਿਸਾਨ ਦੇ ਭੇਸ ਦੇ ਵਿੱਚ ਬਹੁਤ ਸਾਰੇ ਲੋਕ ਉੱਥੇ ਖੇਤੀ ਕਰਦੇ ਆ ਜੀ, ਬਹੁਤ ਸਾਰੇ ਗੈਰ ਜੱਟ ਲੋਕ ਵੀ ਖੇਤੀ ਕਰਦੇ, ਉਹਨਾਂ ਦਾ ਵੀ ਟਰੈਕਟਰ ਨਾਲ ਸੰਬੰਧ ਹੈ। ਦੂਸਰੀ ਗੱਲ ਕਿ ਜਿਹੜਾ ਕਿਸਾਨ ਦੇ ਨਾਲ ਮਜ਼ਦੂਰੀ ਕਰਦਾ, ਬਿਲਕੁਲ ਉਹਦਾ ਵੀ ਟਰੈਕਟਰ ਦੇ ਨਾਲ ਪੂਰਾ ਸੰਬੰਧ ਹੈ। ਤੇ ਸਭ ਤੋਂ ਵੱਡੀ ਗੱਲ ਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਹੋ ਸਕਦਾ ਕਿ ਬਹੁਤੇ ਕਿਸਾਨ ਆਪ ਟਰੈਕਟਰ ਚਲਾਉਂਦੇ ਨਾ ਹੋਣ, ਉੱਥੇ ਮਿਹਨਤਕਸ਼ ਲੋਕ ਜਿਹੜੇ ਆ ਉਹਨਾਂ ਦੇ ਟਰੈਕਟਰ ਚਲਾਉਂਦੇ ਆ, ਤਾਂ ਫਿਰ ਉਹਨਾਂ ਦੇ ਨਾਲ ਵੀ ਟਰੈਕਟਰ ਦਾ ਸੰਬੰਧ ਹੈ। ਤੇ ਬੈਨੀਪਾਲ ਸਾਹਿਬ ਇੱਕ ਗੱਲ ਇੱਥੇ ਹੋਰ ਵੀ ਹੈ ਜੀ, ਜਿਹੜਾ ਬੰਦਾ ਖੇਤੀ ਵੀ ਨਹੀਂ ਕਰਦਾ, ਜਿਹੜਾ ਬੰਦਾ ਖੇਤੀਬਾੜੀ ਕਰਨ ਵਾਲੇ ਬੰਦੇ ਦੇ ਨਾਲ ਵੀ ਖੇਤੀ ਨਹੀਂ ਕਰਦਾ, ਕੁਝ ਨਹੀਂ ਕਰਦਾ, ਉਸ ਬੰਦੇ ਦਾ ਵੀ ਟਰੈਕਟਰ ਦੇ ਨਾਲ ਸੰਬੰਧ ਆ। ਅੱਜ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਕਿ ਇਹ ਟਰੈਕਟਰ ਜਿਹੜਾ ਹੁਣ ਕੈਨੇਡਾ ਦੇ ਵਿੱਚ ਵੀ ਪਹੁੰਚ ਗਿਆ, ਜਿੱਥੇ ਸ਼ੌਂਕ ਦੇ ਤੌਰ ਦੇ ਉੱਤੇ ਰੱਖੇ ਹੋਏ ਆ। ਖੇਤੀਬਾੜੀ ਭਾਵੇਂ ਇਹਨਾਂ ਦੇ ਨਾਲ ਇੱਥੇ ਨਹੀਂ ਕੀਤੀ ਜਾਂਦੀ, ਪਰ ਇੰਨੀ ਗੱਲ ਜ਼ਰੂਰ ਹੈ ਕਿ ਅੱਜ ਗੱਲਾਂ ਕਰਨੀਆਂ ਕਿ ਮੇਲਿਆਂ ਦੇ ਉੱਤੇ ਜਾਣ ਦੇ ਲਈ ਟਰੈਕਟਰ ਦੀ ਕੀ ਅਹਿਮੀਅਤ ਹੁੰਦੀ ਸੀ। ਭਾਵੇਂ ਕੋਈ ਬੰਦਾ ਉਸ ਟਰੈਕਟਰ ਦੀ ਵਰਤੋਂ ਖੇਤੀ ਲਈ ਕਰੇ ਨਾ ਕਰੇ, ਪਰ ਜਦੋਂ ਮੇਲੇ ਜਾਣਾ ਉਦੋਂ ਵੀ ਇਹ ਟਰੈਕਟਰ ਕੰਮ ਆਉਂਦੇ ਸੀ। ਉਦੋਂ ਹੁੰਦਾ ਸੀ ਕਿ ਕਈ ਵਾਰੀ ਬੰਦੇ ਕਹਿੰਦੇ ਸੀ ਕਿ ਆਪਾਂ ਟਰਾਲੀ ਨਹੀਂ ਲਿਜਾਣੀ, ਮੁੰਡੇ ਚੱਲਾਂਗੇ। ਫਿਰ ਦੋ ਇੱਥੇ ਬੈਠੇ ਤੇ ਪਿੱਛੇ 4-5 ਜਿਹੜੇ ਖੜੇ ਹੁੰਦੇ ਸੀ। ਆਪਾਂ ਇਹ ਨਹੀਂ ਕਹਿੰਦੇ ਕਿ ਉਹ ਤੇਜ਼ ਚਲਾਉਂਦੇ ਸੀ ਜਾਂ ਹੌਲੀ ਚਲਾਉਂਦੇ ਸੀ, ਪਰ ਟਰੈਕਟਰ ਦੀ ਅਹਿਮੀਅਤ ਬੜੀ ਹੈ। ਬਾਠ ਸਾਹਿਬ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਹੀ ਲਿਆ ਜੀ, ਜਿਸ ਤਰ੍ਹਾਂ ਆਪਣੇ ਟਰੈਕਟਰ ਖੜਿਆ ਨਾ ਟੂਰਨਾਮੈਂਟ ਦੇ ਉੱਤੇ ਵੀ ਇਸੇ ਤਰੀਕੇ ਜਾਣਾ ਤੇ ਇਹਦੇ ਨਾਲ ਹੁਣ ਤਾਂ ਲਗਭਗ ਬਹੁਤ ਸਾਰੇ ਮੇਲਿਆਂ ਦਾ ਸ਼ਿੰਗਾਰ ਬਣਦੇ ਨੇ, ਟਰੈਕਟਰ ਸ਼ਿੰਗਾਰੇ ਹੁੰਦੇ ਨੇ, ਉਹਨਾਂ ਦੇ ਇਨਾਮ ਲੱਗਦੇ ਆ। ਬੀਤੇ ਕੁਝ ਕਵਰਿਆਂ ਤੋਂ ਇੱਕ ਨਵਾਂ ਕੰਮ ਵੀ ਚੱਲਿਆ ਹੋਇਆ ਕੀ ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸਿਰਫ ਜੱਟ ਭਾਈਚਾਰੇ ਜਾਂ ਕਿਸਾਨਾਂ ਨਾਲ ਹੀ ਸੰਬੰਧ ਨਹੀਂ, ਕਈ ਖੇਤੀਬਾੜੀ ਵੀ ਨਹੀਂ ਕਰਦੇ, ਟਰੈਕਟਰ ਵੱਡੇ ਰੱਖਣ ਸਿਰਫ ਟੋਚਨ ਪਾਉਂਦੇ ਆ। ਟੋਚਨਾਂ ਦੇ ਮੁਕਾਬਲੇ ਚੱਲਦੇ ਆ। ਦਰਅਸਲ ਜਿਹੜੇ ਸੰਦ ਬਣੇ ਆ ਨਾ ਜਿਨ੍ਹਾਂ ਤੇ ਆਪਾਂ ਬੈਠੇ ਆ, ਅਸਲ ਦੇ ਵਿੱਚ ਜਾਂ ਤਾਂ ਇਹ ਢੋਆਈ ਵਾਸਤੇ ਹੈ ਜਾਂ ਖੇਤੀਬਾੜੀ ਕਰਨ ਦੇ ਵਾਸਤੇ ਸੀ। ਪਰ ਹੁਣ ਇਹ ਹੈ ਕਿ ਸਮੇਂ ਦੀ ਰਫ਼ਤਾਰ ਬਦਲਦੀ ਹੈ, ਲੋਕਾਂ ਨੇ ਨਵੇਂ ਢੰਗ ਤਰੀਕੇ ਬਦਲ ਲਏ। ਕਈਆਂ ਦਾ ਖੇਤੀਬਾੜੀ ਨਾਲ ਬਿਲਕੁਲ ਸੰਬੰਧ ਨਹੀਂ ਹੁੰਦਾ, ਤੁਸੀਂ ਬਿਲਕੁਲ ਠੀਕ ਆਖਿਆ, ਪਰ ਟਰੈਕਟਰ ਉਹਨਾਂ ਦੇ ਵੀ ਘਰਾਂ 'ਚ ਖੜੇ ਆ। ਬੈਨੀਪਾਲ ਸਾਹਿਬ, ਮੈਂ ਇੱਕ ਗੱਲ ਹੋਰ ਸੋਚਦਾ ਸੀ ਕਿ ਦੇਖੋ, ਜਦੋਂ ਨਾ ਹੁਣ ਤਾਂ ਚਲੋ ਟਰੈਕਟਰ ਆਮ ਮਿਲ ਜਾਂਦੇ ਆ, ਹੁਣ ਤਾਂ ਬੈਂਕਾਂ ਕਰਜ਼ਾ ਵੀ ਦੇ ਦਿੰਦੀਆਂ, ਹੁਣ ਤਾਂ ਚਲੋ 4 ਪੈਸੇ ਵੀ ਆਉਣ ਜਾਣ ਲੱਗ ਪਏ। ਪਰ ਕੋਈ ਵੇਲਾ ਇਦਾਂ ਦਾ ਹੁੰਦਾ ਸੀ ਕਿ ਬੰਦੇ ਦੀ ਖਾਸ ਤੌਰ ਤੇ ਖੇਤੀਬਾੜੀ ਕਰਦੇ ਬੰਦੇ ਦੀ ਰੀਝ ਹੁੰਦੀ ਸੀ। ਉਹਨੇ ਬਲਦਾਂ ਦੇ ਨਾਲ ਖੇਤੀ ਕਰਨੀ, ਉਹਨੇ ਬਲਦਾਂ ਤਹਾਂ ਨਾਲੇ ਖੇਤੀ ਕਰੀ ਜਾਣੀ, ਸਮਾਂ ਬਹੁਤਾ ਲੱਗਣਾ ਤੇ ਨਾਲੇ ਸੋਚੀ ਜਾਣਾ ਯਾਰ ਕਿਤੇ ਟਰੈਕਟਰ ਹੋਵੇ, ਕਿਤੇ ਰੱਬ ਠੀਕ ਕਰੇ, ਕਿਤੇ ਪ੍ਰਮਾਤਮਾ ਮਿਹਰ ਕਰੇ, ਕਿਤੇ ਟਰੈਕਟਰ ਲੈ ਲਈਏ, ਛੋਟਾ ਜਿਹਾ ਟਰੈਕਟਰ ਡਾ ਲਈਏ। ਫਿਰ ਇਹ ਵੀ ਸੋਚਣਾ ਕਿ ਆਪਣੀ ਖੇਤੀ ਵੀ ਕਰਾਂਗੇ, ਕਿਸੇ ਹੋਰ ਦਾ ਵੀ ਖੇਤ ਵਾਧਵਾਂਗੇ, 4 ਰੁਪਈਏ ਇਕੱਠੇ ਹੋ ਜਾਣਗੇ, ਕਿਸ਼ਤ ਵੀ ਮੋੜ ਦਿਆਂਗੇ। ਤੇ ਜਦੋਂ ਫਿਰ ਜਿਹੜਾ ਬੰਦਾ ਪਹਿਲਾ ਟਰੈਕਟਰ ਲੈਂਦਾ ਸੀ, ਭਾਵੇਂ ਸੈਕਿੰਡ ਹੈਂਡ ਲਵੇ, ਛੋਟਾ ਲਵੇ, ਟਰੈਕਟਰ ਵੱਡਾ ਲਵੇ, ਕਰਜ਼ਾ ਲੈ ਕੇ ਲਵੇ, ਕਿਸੇ ਤੋਂ ਹੱਥ ਉਧਾਰ ਫੜ ਕੇ ਲਵੇ, ਤਾਂ ਫਿਰ ਰੋਜ਼ ਸਵੇਰੇ ਉੱਠ ਕੇ ਪਹਿਲਾਂ ਉੱਤੇ ਕੱਪੜਾ ਮਾਰ, ਫਿਰ ਉਹਦੇ ਟਾਇਰ ਟੂਰ ਧੋ, ਫਿਰ ਇਹਦੇ ਨਾਲ ਜਦੋਂ ਪਹਿਲਾਂ ਗੁਰੂ ਘਰ ਡੱਬਾ ਚੜਾਉਣ ਜਾਣਾ, ਉਹ ਫੀਲਿੰਗ ਹੀ ਵੱਖਰੀ ਹੁੰਦੀ ਸੀ। ਬਾਠ ਸਾਹਿਬ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਨਾ, ਬਹੁਤੇ ਲੋਕਾਂ ਕੋਲੇ ਪਹਿਲਾਂ ਜਿਹੜੇ ਟਰੈਕਟਰ ਆਏ ਰਸ਼ੀਅਨ, ਉਹ ਕਈ ਵਾਰੀ ਠੰਡ ਦੇ ਦਿਨਾਂ ਦੇ ਵਿੱਚ ਸਟਾਰਟ ਹੀ ਨਹੀਂ ਸੀ ਹੁੰਦੇ, ਅੱਗ ਵੀ ਬਾਲਦੇ ਸੀ, ਤੁਹਾਨੂੰ ਪਤਾ ਹੀ ਹੋਣਾ। ਉਹਦੇ ਨਾਲ ਫਿਰ ਬਹੁਤ ਟਰੈਕਟਰ ਉਹ ਆਏ ਜਿਨ੍ਹਾਂ 'ਚ ਪਾਣੀ ਨਹੀਂ ਸੀ ਪੈਂਦਾ ਹੁੰਦਾ, ਰੇਡੀਏਟਰ ਨਹੀਂ ਸੀ ਹੁੰਦੇ, ਉਹ ਗਰਮ ਹੋ ਜਾਣਾ, ਉਹਨਾਂ ਦੀ ਬੜੀ ਸਮੱਸਿਆ ਹੁੰਦੀ ਸੀ, ਕੂਲਰ ਲੱਗਿਆ ਹੁੰਦਾ ਸੀ। ਫਿਰ ਉਹ ਤੋਂ ਬਾਅਦ ਹੌਲੀ T25 ਆਉਣ ਲੱਗੇ, ਉਹਦੇ ਤੋਂ ਬਾਅਦ ਹੌਲੀ ਐਸਕੌਰਟ ਵਾਲਿਆਂ ਦੇ ਆਉਣ ਲੱਗੇ, ਉਹ ਵੀ ਲਗਭਗ ਜਿਸ ਤਰ੍ਹਾਂ ਦਾ ਇੱਥੋਂ ਕ ਰੰਗ ਕੇਸਰੀ ਜਿਹਾ ਰੰਗ, ਇਦਾਂ ਦੇ ਰੰਗ ਦੇ ਹੁੰਦੇ ਸੀ। ਫਿਰ ਚਿੱਟੇ ਐਸਕੌਰਟ ਆਉਣ ਲੱਗੇ। ਜੇ ਤੁਸੀਂ ਐਸਕੌਰਟ ਦੇਖਿਆ ਤਾਂ ਦੱਸੋ ਉਹਦਾ ਟਾਪਾ ਜਿਹਾ ਕਿੱਥੋਂ ਖੁੱਲਦਾ ਸੀ? ਬਿਲਕੁਲ, ਕਿਉਂਕਿ ਫੋਰਡ ਕੰਪਨੀ ਤੇ ਐਸਕੌਰਟ ਕੰਪਨੀ ਲਗਭਗ ਉਹਨਾਂ ਨੇ ਸਿਮਿਲਰ ਬਣਾਇਆ ਸੀ ਜਿਸ ਤਰ੍ਹਾਂ ਫੋਰਡ ਆ। ਪਰ ਆਹ ਜਿਹੜਾ ਫੋਰਡ ਹੈ ਨਾ ਟਰੈਕਟਰ, ਜਿੰਨੀ ਸਰਦਾਰੀ ਪੰਜਾਬ ਦੇ ਕਿਸਾਨਾਂ ਤੇ ਜਾਂ ਪੰਜਾਬ ਦੇ ਵਿੱਚ ਇਸ ਟਰੈਕਟਰ ਦੀ ਰਹੀ ਆ ਜਾਂ ਅੱਜ ਵੀ ਹੈਗੀ ਹੈ, ਮੈਨੂੰ ਲੱਗਦਾ ਕਿ ਫੋਰਡ ਟਰੈਕਟਰ ਵਰਗਾ ਪੰਜਾਬ ਦੇ ਲੋਕਾਂ ਦਾ ਕੋਈ ਹਰਮਨ ਪਿਆਰਾ ਟਰੈਕਟਰ ਨਹੀਂ ਰਿਹਾ। ਸਵਰਾਜ ਵੀ ਆਇਆ, ਇੰਟਰਨੈਸ਼ਨਲ ਵੀ ਆਇਆ, ਮੈਸੀ ਵੀ ਆਇਆ, HMT ਵੀ ਆਏ, 5911 ਜਿਸ ਦੇ ਵਿੱਚ ਜ਼ਿਕਰ ਕਰਦੇ ਆ। ਹੁਣ ਤਾਂ ਅਰਜਨ, ਸੋਨਾਲੀਕਾ, ਪਤਾ ਹੀ ਨਹੀਂ ਕਿੰਨੇ ਟਰੈਕਟਰ ਆ ਗਏ, ਜੌਨ ਡੀਅਰ ਬੜੇ ਟਰੈਕਟਰ ਆ ਗਏ।
ਪਰ ਜਿੰਨੀ ਸਰਦਾਰੀ, ਜਿੰਨੀ ਠੁੱਕ, ਜਿੱਡਾ ਟੌਪ ਦਾ ਫਰਾਟਾ ਫੋਰਡ ਦਾ ਰਿਹਾ ਜੀ, ਇਹਨੇ ਮੈਨੂੰ ਲੱਗਦਾ ਘੁੱਗੀ ਨਹੀਂ ਖੰਘਣ ਦਿੱਤੀ ਹੋਰ ਕਿਸੇ ਟਰੈਕਟਰ ਨੂੰ। ਆਲੇ ਦੁਆਲੇ ਲੋਕ ਦੇਖਦੇ ਹੁੰਦੇ ਸੀ ਯਾਰ ਕਿਹੜੇ ਕੋਲ ਫੋਰਡ ਟਰੈਕਟਰ ਹੈ, ਕਿਉਂਕਿ ਫੋਰਡ ਦੇ ਫਰਾਟੇ ਦੀ ਗੱਲ ਦੂਰ ਦੂਰ ਤੱਕ ਹੁੰਦੀ ਤੇ ਗੀਤਾਂ 'ਚ ਵੀ ਆਇਆ ਕਿ ਮੇਰਾ ਖਿਆਲ ਹੈ ਗੁੱਡੀਆਂ ਘਸਾਤੀਆਂ ਮੈਂ ਫੋਰਡ ਦੀਆਂ, ਗੁੱਡੀਏ ਤੇਰੇ ਲਈ ਗੁੱਡ ਹੋਣ ਵਾਸਤੇ। ਬਹੁਤ ਗੀਤਾਂ ਦੇ ਵਿੱਚ ਫੋਰਡ ਦਾ ਤੇ ਨਾਲ ਨਾਲ ਬੁਲਟ ਦਾ ਇਹ ਜ਼ਿਕਰ, ਜਿਵੇਂ ਚੰਡੀਗੜ੍ਹ ਦਾ ਜ਼ਿਕਰ ਆਮ ਤੌਰ ਤੇ ਹੁੰਦਾ, ਇਸ ਤਰ੍ਹਾਂ ਫੋਰਡ ਦਾ ਵੀ ਹੁੰਦਾ ਰਿਹਾ। ਪਰ ਅੱਜ ਸਮਾਂ ਬਦਲ ਗਿਆ, ਲੋਕਾਂ ਨੇ ਭਾਵੇਂ ਜੋਤਾਂ ਛੋਟੀਆਂ ਹੋ ਗਈਆਂ ਪਰ ਟਰੈਕਟਰ ਵੱਡੇ ਲੈ ਲਏ। ਉਹਦੇ ਕਾਰਨ ਨੇ ਕਿਉਂਕਿ ਹੁਣ ਜੇ ਸਮਰਸੀਬਲ ਖਿੱਚਣਾ ਜਾਂ ਕੋਈ ਹੋਰ ਮਸ਼ੀਨਰੀ ਆ ਗਈ, ਉਹ ਵੱਡੇ ਹਾਰਸ ਪਾਵਰ ਦੇ ਟਰੈਕਟਰਾਂ ਨਾਲ ਹੀ ਸੰਭਵ ਸੀ। ਪਰ ਹੁਣ ਆਪਾਂ ਦਰਸ਼ਕਾਂ ਤੋਂ ਇੱਕ ਟਿੱਪਣੀਆਂ ਲੈਣੀਆਂ ਨੇ ਕਿ ਮੇਰਾ ਵੀਰ ਬੈਠਾ ਹੈ ਇਸ ਵਕਤ ਫੋਰਡ 4000, ਆਮ ਤੌਰ ਤੇ ਪੰਜਾਬ ਦੇ ਵਿੱਚ ਫੋਰਡ 3000 ਆਇਆ ਪਹਿਲਾਂ, ਤੇ ਫਿਰ ਫੋਰਡ 3600, ਬਾਅਦ ਦੇ ਵਿੱਚ ਆਏ ਫੋਰਡ 3610 ਜੀ। ਉਹਦੇ ਤੋਂ ਬਾਅਦ ਉਹ ਫੋਰਡ ਬੰਦ ਹੋ ਕੇ ਤੇ ਫਾਰਮ ਟਰੈਕ ਕੰਪਨੀ, ਕਿਉਂਕਿ ਫੋਰਡ ਦੀ ਕੰਪਨੀ ਦੇ ਨਾਲ ਜਿਹੜਾ ਉਹਨਾਂ ਦਾ ਕੰਟਰੈਕਟ ਸੀ ਉਹ ਖਤਮ ਹੋ ਗਿਆ, ਉਹ ਅੱਗੇ ਨਾ ਵਧਾਇਆ ਗਿਆ ਜੀ। ਪਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾ ਟਰੈਕਟਰ ਕਿਹੜਾ ਲਿਆਂਦਾ ਸੀ? ਫੋਰਡ ਲਿਆਂਦਾ ਸੀ, ਸਕਾਟ ਲਿਆਂਦਾ ਸੀ, HMT ਲਿਆਂਦਾ ਸੀ, ਐਂਟਰ ਲਿਆਂਦਾ ਸੀ, ਜਾਂ ਕੋਈ ਹੋਰ ਲਿਆਂਦਾ ਸੀ? ਲਿਖਿਓ ਜ਼ਰੂਰ ਕਿ ਤੁਸੀਂ ਆਪਣੀ ਸ਼ੁਰੂਆਤ ਕਿਹੜੇ ਟਰੈਕਟਰ ਦੇ ਨਾਲ ਕੀਤੀ। ਬਿਲਕੁਲ ਬੈਨੀਪਾਲ ਸਾਹਿਬ, ਉਹ ਅਸਲ ਦੇ ਵਿੱਚ ਅਸਲੀ ਸਵਾਦ ਤਾਂ ਸ਼ੁਰੂਆਤ ਦੀ ਹੁੰਦੀ ਹੈ। ਹਾਂ ਯਾਦ ਰਹਿੰਦਾ। ਹਾਂ, ਬਾਅਦ ਵਿੱਚ ਤਾਂ ਬੰਦਾ ਜੋ ਮਰਜ਼ੀ ਕਰੀ ਜਾਵੇ। ਮੈਂ ਮੇਰੇ ਪਿੰਡ ਦੇ ਨੇੜੇ ਨਾ ਇੱਕ ਪਿੰਡ ਆ ਨਿਜ਼ਾਮਦੀਨਪੁਰ, ਉੱਥੇ ਸੁੱਚਾ ਸਿੰਘ ਲਾਲੀ ਹੋਰਾਂ ਨੇ ਨਾ ਅਮਰੀਕਾ ਰਹਿੰਦਾ ਸਾਰਾ ਟੱਬਰ ਜੀ, ਪਰ ਇੱਕ ਨਾ ਉੱਥੇ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਟਰੈਕਟਰ ਲਿਆਂਦਾ ਸੀ, ਉਹ ਅੱਜ ਮੈਨੂੰ ਲੱਗਦਾ ਕਿ ਮਾਰਕੀਟ 'ਚ ਕਿਤੇ ਵੀ ਨਹੀਂ ਹੋਣਾ। ਪੁਰਾਣਾ ਟਰੈਕਟਰ ਉਹ ਕੁਛ ਵੀ ਨਹੀਂ ਕਰਦਾ ਹੋਣਾ। ਹੁਣ ਹਰ ਸਾਲ ਆਉਂਦੇ ਆ, ਰੰਗ ਕਰਾ ਲੈਂਦੇ ਆ, ਤੇ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਸਹੁਰਿਆਂ ਦੇ ਜਦੋਂ ਵੀ ਜਾਣਾ ਉਸ ਟਰੈਕਟਰ ਤੇ ਜਾਣਾ। ਅੱਛਾ। ਤੇ ਗੇੜਾ ਪਿੰਡ ਦੇ ਵਿੱਚ ਦੇਣਾ, ਬਜ਼ੁਰਗ ਹੋ ਗਿਆ ਹੁਣ, ਪਰ ਉਹ ਜਦੋਂ ਵੀ ਆਉਣਾ ਐਨ ਰੰਗ ਕਰਕੇ, ਕਿਤੇ ਕੋਈ ਇਦਾਂ ਨਾ ਹੋਇਆ। ਮੈਂ ਪੁੱਛਿਆ ਕਈ ਵਾਰੀ, ਮੈਂ ਕਿਹਾ ਵੀ ਗੱਲ ਕੀ ਅੰਕਲ ਜੀ, ਵੀ ਜਾਣੀ ਇਹਨੂੰ ਇਦਾਂ ਕਿਉਂ ਕਰਦੇ ਆ? ਕਹਿੰਦੇ ਤੁਹਾਨੂੰ ਨਹੀਂ ਪਤਾ। ਉਹਨਾਂ ਨੇ ਕਈ ਗੱਲਾਂ ਹੋਰ ਵੀ ਸੁਣਾਉਣੀਆਂ ਕਿ ਕਦੀ ਰੀਝ ਹੁੰਦੀ ਸੀ ਸਾਡੇ ਸਾਰੇ ਟੱਬਰ ਦੀ ਕਿ ਟਰੈਕਟਰ ਹੋਵੇ। ਕਹਿੰਦੇ ਇਹ ਟਰੈਕਟਰ ਲਿਆ ਬੜੇ ਔਖੇ ਹੋ ਕੇ ਲਿਆ, ਪਰ ਇਹਦਾ ਲੋਹਾ ਬੜਾ ਚੰਗਾ ਨਿਕਲਿਆ। ਅਸੀਂ ਬਾਹਰ ਵੀ ਆ ਗਏ, ਜ਼ਮੀਨਾਂ ਵੀ ਹੋਰ ਖਰੀਦ ਲਈਆਂ, ਕੁੜੀਆਂ ਦੇ ਵਿਆਹ ਵੀ ਕਰ ਲੈ, ਪਰ ਹੁਣ ਉਹਨਾਂ ਨੇ ਇਹ ਵੀ ਕਹਿਣਾ ਕਿ ਇਸ ਵੇਲੇ ਵਧੀਆ, ਮੈਂ ਚਾਹੁੰਦਾ ਕਿ ਭਾਈ ਅਸੀਂ ਜਿੰਨੀ ਮਰਜ਼ੀ ਤਰੱਕੀ ਕਰ ਲਈ ਪਰ ਮੈਂ ਇਹਨੂੰ ਨਹੀਂ ਛੱਡਣਾ। ਤੇ ਹੁਣ ਇਦਾਂ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਭਾਈ ਅਸੀਂ ਚੰਗੇ ਤਰੀਕੇ ਭਾਵੇਂ ਅੱਗੇ ਵੱਧ ਗਏ ਆ, ਜਹਾਜ਼ ਲੈਣ ਜੋਗੇ ਹੋ ਗਏ ਆ, ਪਰ ਜਿਹੜਾ ਪਹਿਲਾ ਟਰੈਕਟਰ ਲਿਆ ਸੀ ਉਹਦੇ ਨਾਲ ਪਰਿਵਾਰ ਕਈ ਵਾਰੀ ਅੱਗੇ ਵੱਧਦੇ ਆ। ਤੇ ਬੈਨੀਪਾਲ ਸਾਹਿਬ ਇਹ ਵੀ ਗੱਲ ਹੈ ਕਿ ਜਦੋਂ ਬੰਦਾ ਨਵਾਂ ਟਰੈਕਟਰ ਲੈਂਦਾ ਜੀ, ਉੱਥੇ ਇਹ ਨਹੀਂ ਗੱਲ ਕਿ ਇਕੱਲਾ ਬੰਦਾ ਜਿਹੜਾ ਚਲਾਉਣ ਵਾਲਾ ਉਹਦੀ ਗੱਲ ਹੈ, ਪਰਿਵਾਰ ਦੇ ਵਿੱਚ ਔਰਤਾਂ ਹੁੰਦੀਆਂ। ਫਿਰ ਸ਼ੁਰੂ ਦੇ ਵਿੱਚ ਤਾਂ ਇਦਾਂ ਵੀ ਹੁੰਦਾ ਸੀ, ਤੁਹਾਡੇ ਵੇਲੇ ਵੀ ਹੋਣਾ, ਸਾਡੇ ਵੇਲੇ ਕਿ ਬੰਦੇ ਨੇ ਜਦੋਂ ਵਾਂਢੇ ਜਾਣਾ ਤਾਂ ਬੀਬੀ ਨੇ ਇੱਥੇ ਬੈਠੀ ਹੋਣਾ ਪੱਕੀ, ਕਿਉਂਕਿ ਹੋਰ ਤਾਂ ਕੋਈ ਸਾਧਨ ਹੀ ਨਹੀਂ ਸੀ ਹੁੰਦਾ। ਤੇ ਫਿਰ ਉਹਨਾਂ ਨੇ ਵੀ ਕਹਿਣਾ ਲਓ ਜੀ ਪ੍ਰਾਹੁਣਾ ਆਇਆ, ਟਰੈਕਟਰ ਤੇ ਆਇਆ। ਜਦੋਂ ਨਵਾਂ ਲੈਣਾ ਫਿਰ ਸਪੈਸ਼ਲ ਜਾਣਾ, ਤੇ ਜਾ ਕੇ ਫਿਰ ਜਦੋਂ ਸਾਰਿਆਂ ਦੇ ਘਰ ਫਰ ਦੋ ਵਾਰੀ ਕਰਨੀ, ਅਗਲਿਆਂ ਨੂੰ ਸਾਰੇ ਪਿੰਡ 'ਚ ਮਾਣਿਓ ਸਾਡੇ ਪ੍ਰਾਹੁਣੇ ਨਵਾਂ ਟਰੈਕਟਰ ਲਿਆ। ਬਟ ਸਾਹਿਬ ਤੁਸੀਂ ਬਿਲਕੁਲ ਸਹੀ ਆਖਿਆ। ਉਹ ਗੀਤ ਦਾ ਜਦੋਂ ਗੀਤ ਆਇਆ ਸੀ ਨਾ ਰਾਜ ਬਰਾੜ ਦਾ, ਤੁਸੀਂ ਜ਼ਿਕਰ ਕੀਤਾ ਕਿ ਪਹਿਲਾ ਫੋਰਡ ਟਰੈਕਟਰ ਹੋਵੇ ਭਾਵੇਂ ਕੋਈ ਹੋਰ ਹੋਵੇ ਜੀ, ਉਹਨੂੰ ਕਦੇ ਨਹੀਂ ਭੁੱਲਦਾ। ਉਹਦੇ ਵਿੱਚ ਵੀ ਗੀਤਕਾਰ ਨੇ ਤਸ਼ਬੀਹ ਪੁੱਤ ਨਾਲ ਦਿੱਤੀ ਹੈ ਕਿ ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਕੇ, ਕਿਉਂਕਿ ਪੁੱਤਾਂ ਵਾਂਗ ਮਸ਼ੀਨਰੀ ਰੱਖੀ ਜਾਂਦੀ ਹੈ। ਤੁਸੀਂ ਆਹ ਦੇਖੋ ਦੋਵੇਂ ਟਰੈਕਟਰ ਨੇ, ਹਾਲਾਂਕਿ ਖੇਤੀਬਾੜੀ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਸ਼ੌਕ ਨਾਲ ਰੱਖੇ ਜਾਂਦੇ ਨੇ। ਹੁਣ ਤੁਸੀਂ ਦੇਖੋ ਕਿਵੇਂ ਲਿਸ਼ਕਾਏ ਪਏ ਨੇ ਜੀ, ਲਿਸ਼ਕੇ ਪਏ ਨੇ ਤੇ ਨਾਲੇ ਮੁਸ਼ਕੇ ਪਏ ਨੇ। ਸੋ ਇਹਦੇ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਪਿੰਡਾਂ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲਬਾਤ ਕੀਤੀ ਸੀ ਕਿ ਟੂਰਨਾਮੈਂਟ ਤੇ ਜਾਣਾ, ਮੇਲੇ ਤੇ ਜਾਣਾ, ਪਿੰਡ ਦੇ ਵਿੱਚ ਜੇ ਕੋਈ ਮਰਗ ਹੋ ਜਾਣੀ ਜੀ ਤਾਂ ਵੀ ਪਿੱਛੇ ਟਰਾਲੀ ਪਾਉਣੀ, ਪਿੰਡ 'ਚ ਸੱਦਾ ਦਿੱਤਾ ਜਾਣਾ ਕਿ ਕੱਲ ਨੂੰ ਭਾਈ ਆਪਾਂ ਮਰਗ ਜਾਣਾ ਹੈ, ਅਫਸੋਸ ਕਰਨ ਜਾਣਾ ਹੈ, ਮਕਾਨ ਵੀ ਕਹਿੰਦੇ ਦੱਸੀ ਜਾਣਾ, ਉਹ ਵੀ ਟਰੈਕਟਰਾਂ ਦੀ ਢੋਆ ਢਵਾਈ। ਫਿਰ ਨਾਨਕੀ ਜਾਣਾ ਜਾਂ ਨਾਨਕ ਛੱਕ ਜਾਂ ਨਾਨਕੀ ਛੱਕ ਵੀ ਕਹਿ ਦਿੰਦੇ ਆ, ਪਤਾ ਲੱਗ ਜਾਂਦਾ ਸੀ ਵੀ ਨਾਨਕਾ ਵੇਲ ਆਉਂਦਾ ਜੀ। ਹੁਣ ਤਾਂ ਮੁੰਡਿਆਂ ਨੇ ਵੱਡੇ ਵੱਡੇ ਡੈਕ ਲਵਾਏ ਹੋਏ ਨੇ, ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਮਹਿੰਗੇ ਲੱਗਣੇ। ਛਤਰੀਆਂ ਦੇਖੋ। ਨਹੀਂ ਤੁਸੀਂ ਨਾ ਹੁਣ ਗੱਲ 3 ਇਕੱਠੀਆਂ ਕਰਤੀਆਂ ਜੀ। ਪਹਿਲੀ ਗੱਲ ਕਿ ਭਾਈ ਕਿਤੇ ਇਹ ਨਾ ਸਮਝਿਓ ਕਿ ਅਸੀਂ ਪੰਜਾਬ ਦੇ ਕਿਸੇ ਜ਼ਿਲ੍ਹੇ 'ਚ ਬੈਠੇ ਹਾਂ, ਅਸੀਂ ਪੰਜਾਬ 'ਚ ਕਿਸੇ ਹੋਰ ਇਲਾਕੇ 'ਚ ਬੈਠੇ ਹਾਂ, ਅਸੀਂ ਕੈਲਗਰੀ ਦੇ ਵਿੱਚ ਬੈਠੇ ਹਾਂ। ਬਿਲਕੁਲ। ਤੇ ਪੰਜਾਬ ਤੋਂ ਆ ਕੇ ਇਹ ਜਿਹੜਾ ਪਰਿਵਾਰ ਇੱਥੇ ਵਸਿਆ, ਉਹਨਾਂ ਨੇ ਦੇਖੋ ਟਰੈਕਟਰ ਇੱਥੇ ਐਨ ਠੋਕ ਵਜਾ ਕੇ ਰੱਖੇ ਹੋਏ ਆ। ਦੇਖੋ ਮਿਹਨਤ ਕਰਦੇ ਆ, ਮੁਸ਼ੱਕਤ ਕਰਦੇ ਆ ਪੂਰੀ ਜਿੰਨੀ ਹੋ ਸਕਦੀ ਹੈ, ਤੇ ਟਰੈਕਟਰ ਤੁਹਾਡੇ ਸਾਹਮਣੇ ਆ। ਸ਼ੌਕ ਦਾ ਕੋਈ ਮੁੱਲ ਨਹੀਂ ਬੈਨੀਪਾਲ ਸਾਹਿਬ। ਮੈਂ ਫੇਰ ਕਹਿੰਦਾ ਕਿ ਟਰੈਕਟਰ ਇੱਥੇ ਉਹਨਾਂ ਦੀ ਇਨਕਮ ਦੇ ਵਿੱਚ ਕੋਈ ਹਿੱਸਾ ਨਹੀਂ ਪਾਉਂਦੇ, ਇਹ ਟਰੈਕਟਰ ਇੱਥੇ ਉਹਨਾਂ ਦੇ ਕੰਮ ਧੰਦੇ ਦੇ ਵਿੱਚ ਕੋਈ ਹਿੱਸਾ ਨਹੀਂ ਪਾਉਂਦੇ, ਪਰ ਸ਼ੌਕ ਦਾ ਕੋਈ ਮੁੱਲ ਨਹੀਂ ਜਦੋਂ ਬੰਦਾ ਮਿਹਨਤ ਕਰਦਾ ਤੇ ਕਹਿੰਦਾ ਆਹ ਕੰਮ ਆਪਾਂ ਕਰਨਾ ਜ਼ਰੂਰ ਹੈ। ਹੁਣ ਬੈਨੀਪਾਲ ਸਾਹਿਬ ਜੀ 2-3 ਗੱਲਾਂ ਜਿਹੜੀਆਂ ਆਪਾਂ ਕਰ ਲਈਏ ਜੀ। ਤੁਸੀਂ ਨਾਨਕੀ ਛੱਕ ਦਾ ਜ਼ਿਕਰ ਕੀਤਾ ਸੀ, ਹੁਣ ਨਾਨਕੀ ਛੱਕ ਦੇ ਵਿੱਚ ਫਿਰ ਬੀਬੀਆਂ ਨੇ ਆਪਣੇ ਕੱਪੜੇ ਵੀ ਕਈ ਵਾਰੀ ਗੰਢਾ ਬੰਨ ਕੇ ਵਿੱਚੇ ਰੱਖੇ, ਜਿਹੜਾ ਨਾਨਕੀ ਛੱਕ ਤੇ ਸਮਾਨ ਨਾਲ ਲੈ ਕੇ ਜਾਣਾ ਉਹ ਵੀ ਚੰਗੇ ਤਰੀਕੇ ਸਾਂਭ ਕੇ ਰੱਖਣਾ। ਨਿਆਣਿਆਂ ਨੇ ਕਹਿਣਾ ਕਿ ਨਹੀਂ ਬਾਈ ਅਸੀਂ ਡਾਲੇ ਦੇ ਕੋਲ ਬਹਿਣਾ, ਤਾਂ ਫਿਰ ਬੀਬੀਆਂ ਨੇ ਕਈ ਵਾਰੀ ਕੰਨ ਵੀ ਪੱਟ ਦੇਣੇ ਕਿ ਇੱਥੇ ਵਿੱਚ ਹੋ ਕੇ ਬੈਠੋ। ਤੇ ਜਦੋਂ ਟਰੈਕਟਰ ਟਰਾਲੀ ਨਾਨਕੀ ਛੱਕ ਵਾਲਾ ਪਹੁੰਚਦਾ ਸੀ ਉਸ ਪਿੰਡ ਦੇ ਵਿੱਚ ਜਿੱਥੇ ਉਹਨਾਂ ਨੇ ਨਾਨਕੀ ਛੱਕ ਲੈ ਕੇ ਜਾਣਾ ਹੁੰਦਾ ਸੀ, ਤਾਂ ਲੋਕਾਂ ਨੇ ਉੱਪਰੋਂ ਹੋ ਦੇਖਣਾ,
ਉਹ ਟਰੈਕਟਰ ਆ ਗਿਆ, ਲੱਗਦਾ ਕਿ ਨਾਨਕੀ ਸ਼ੱਕ ਲੈ ਕੇ ਆ ਗਏ। ਦੇਖਦੇ ਆ ਨਾਨਕੇ ਕੀ ਲੈ ਕੇ ਆਏ ਆ। ਜਿੰਨੀਆਂ ਕੁ ਗੰਢਾਂ ਵਿੱਚੋਂ ਉਤਰਦੀਆਂ ਸੀ, ਜਿੰਨਾ ਕੁ ਸਮਾਨ ਵਿੱਚੋਂ ਉਤਰਦਾ ਸੀ, ਤੇ ਉਧਰਲੇ ਪਾਸੇ ਨੂੰ, ਤੇ ਸਭ ਤੋਂ ਵੱਡੀ ਗੱਲ ਕਿ ਕਈ ਵਾਰੀ ਜਿਹੜੇ ਪਰਿਵਾਰ ਦੇ ਕੋਲੇ ਜਾਣਾ ਹੁੰਦਾ ਸੀ ਉਹਨਾਂ ਦੇ ਕੋਲੇ ਟਰੈਕਟਰ ਅੰਦਰ ਖੜੇ ਕਰਨ ਜੋਗਾ ਥਾਂ ਨਹੀਂ ਸੀ ਹੁੰਦਾ। ਫਿਰ ਸਰਪੰਚਾਂ ਦੇ, ਲੰਬੜਦਾਰਾਂ ਦੇ, ਜਾਂ ਕਿਸੇ ਹੋਰ ਪਰਿਵਾਰ ਦੇ ਜਿਨ੍ਹਾਂ ਦਾ ਬਾਰ ਵੱਡਾ ਹੁੰਦਾ ਸੀ, ਦਰਵਾਜ਼ਾ ਵੱਡਾ ਹੁੰਦਾ, ਪਹਿਲਾਂ ਕਹਿ ਕੇ ਰੱਖਣਾ, ਉਹ ਫਿਰ ਸਾਡੇ ਨਾਨਕਿਆਂ ਨੇ ਟਰੈਕਟਰ ਦੇ ਉੱਤੇ ਆਉਣਾ, ਅਸੀਂ 2 ਦਿਨ ਟਰੈਕਟਰ ਤੁਹਾਡੇ ਖੜਾ ਕਰਨਾ। ਇਹ ਵੀ ਗੱਲਾਂ ਚੱਲਦੀਆਂ ਸੀ। ਬਾਠ ਸਾਹਿਬ ਜਿਹੜਾ ਉਹ ਮੈਂ ਜ਼ਿਕਰ ਕਰ ਰਿਹਾ ਸੀ ਰਾਜ ਬਰਾੜ ਦੇ ਗੀਤ ਦਾ ਨਾ ਜੀ, ਕਰਨੈਲ ਸ਼ੇਰਪੁਰੀ ਨੇ, ਇਹਦਾ ਗੁਆਂਢੀ ਸ਼ਹਿਰ ਹੈ ਕੈਲਗਰੀ ਦਾ, ਤੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਵਿੱਚ ਰਹਿੰਦੇ ਆ ਉਹ ਜੀ। ਉਹਨਾਂ ਨੇ ਲਿਖਿਆ ਕਿ ਫੋਰਡ ਤਾਂ ਵੇਚਣਾ ਹੀ ਸੀ ਮੇਰੇ ਭਾਈ ਜੀ। ਉਹਨਾਂ ਨੇ ਫੋਰਡ ਵੇਚਣ ਦਾ ਜ਼ਿਕਰ ਕੀਤਾ ਕਿ ਮੇਲੇ ਜਾਣਾ ਚੱਲ ਫੋਰਡ ਤੇ, ਨਾਨਕੇ ਜਾਣਾ ਚੱਲ ਫੋਰਡ ਤੇ, ਸੌਰੀ ਜਾਣਾ ਚੱਲ ਫੋਰਡ ਤੇ ਉੱਥੇ ਨਾਨਕਿਆਂ ਦੀ ਜ਼ਮੀਨ ਵੀ ਵਾਹੁਣੀ ਤੇ ਟੈਂਕੀ ਕੋਲੋਂ ਫੁੱਲ ਕਰਾਈ, ਫੋਰਡ ਤਾਂ ਵੇਚਣਾ ਹੀ ਸੀ ਮੇਰੇ ਭਾਈ। ਸੋ ਕਈ ਵਾਰੀ ਸਾਨੂੰ ਇਹ ਵੀ ਖਿਆਲ ਰੱਖਣ ਦੀ ਜ਼ਰੂਰਤ ਹੈ ਕਿ ਜਿਹੜੀ ਮਸ਼ੀਨਰੀ ਅਸੀਂ ਖਰੀਦੀ ਹੈ ਕਿ ਸਾਡੇ ਕੋਲ ਇੰਨੀ ਕੁ ਇਨਕਮ ਹੈਗੀ ਹੈ ਜੀ। ਕਿਉਂਕਿ ਮੈਨੂੰ ਲੱਗਦਾ ਅੱਜ ਸਸਤੇ ਤੋਂ ਸਸਤਾ ਟਰੈਕਟਰ ਵੀ 4-5 ਲੱਖ ਤੋਂ ਘੱਟ ਨਹੀਂ। ਮੈਂ ਕਹਿੰਦਾ ਕਿ ਉਹ ਤੋਂ ਵੱਧ ਹੀ ਹੋਣਾ ਪੂਰਾ, ਸਸਤੇ ਤੋਂ ਸਸਤਾ। ਆਮ ਤੌਰ ਤੇ ਤਾਂ ਹੁਣ ਜੇ ਜੌਂਡੀਆਰ ਦੀ ਗੱਲ ਕਰੀ ਜਾਂ ਹੋਰ ਵੱਡੇ ਟਰੈਕਟਰਾਂ ਦੀ ਗੱਲ ਕਰੀ ਉਹ ਤਾਂ ਬਹੁਤ ਮਹਿੰਗੇ ਹੋ ਗਏ, ਪਰ ਆਹ ਜਿਹੜਾ ਟਰੈਕਟਰ ਹੈ ਇਹਦੀ ਇੱਕ ਸਿਫਤ ਰਹੀ ਹੈ। ਕੀ ਉਹਦੀ ਸਿਫਤ ਇਹ ਰਹੀ, ਮੈਨੂੰ ਯਾਦ ਹੈ ਕਿ ਸਾਡੇ ਪਿੰਡ ਦੇ ਬਜ਼ੁਰਗ ਦੱਸਦੇ ਆ, ਉਹਨਾਂ ਨੇ ਪਹਿਲਾਂ 3000 ਫੋਰਡ ਲਿਆਂਦਾ ਸੀ। ਸਭ ਤੋਂ ਪਹਿਲਾਂ ਫੋਰਡ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਫੋਰਡ 3000 ਹੀ ਆਇਆ ਸੀ। ਉਹ ਕਹਿੰਦੇ ਅਸੀਂ 52000 ਦਾ ਫੋਰਡ ਲਿਆ ਸੀ ਜੀ। ਲਗਭਗ 20 ਵਰ੍ਹਿਆਂ ਬਾਅਦ ਤੁਸੀਂ ਹਿਸਾਬ ਲਾ ਕੇ ਦੇਖੋ ਕਿੰਨੇ ਦਾ ਵਿਕਦਾ ਹੋਊ। ਮੈਨੂੰ ਲੱਗਦਾ ਹੋ ਸਕਦਾ ਲੱਖ ਦੇ ਨੇੜੇ ਹੋਵੇ। ਉਹ 1 ਲੱਖ ਤੇ 52000 ਕੀਮਤ ਲੱਗਦੀ ਸੀ। ਕੀ ਬਾਤ ਹੈ, ਲੱਖ ਵੱਧ ਗਿਆ। ਇਹ ਜਿਹੜਾ ਟਰੈਕਟਰ ਸੀ, ਆਮ ਤੌਰ ਤੇ ਜਿੰਨੀ ਵੀ ਮਸ਼ੀਨਰੀ, ਕੋਈ ਵੀ ਟਰੈਕਟਰ ਆਉਂਦਾ, ਕੋਈ ਕਾਰ ਆਉਂਦੀ, ਕੋਈ ਸਕੂਟਰ ਆਉਂਦਾ, ਆਮ ਤੌਰ ਤੇ ਜਿੰਨੀ ਦੀ ਲਿਆਉਣਾ ਡੈਪਰੀਸ਼ੀਏਸ਼ਨ ਹੁੰਦੀ ਆ ਉਹ ਘਟਦਾ, ਕਸਾਈ ਹੋ ਜਾਂਦੀ ਹੈ, ਡੈਪਰੀਸ਼ੀਏਟ ਹੁੰਦਾ। ਪਰ ਇੱਕੋ ਇੱਕ ਇਹ ਬ੍ਰਾਂਡ ਸੀ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਵੇਲਿਆਂ 'ਚ ਚੱਲਦਾ ਸੀ, ਅੱਜ ਵੀ ਸ਼ਾਇਦ ਇਹੀ ਮਾਰਕੀਟ ਹੋਣੀ ਹੈ, ਕਿ ਜਿੰਨੇ ਦਾ ਵੀ ਟਰੈਕਟਰ ਲਿਆਂਦਾ ਤੁਸੀਂ ਇਹ ਘਾਟਾ ਨਹੀਂ ਸੀ ਪਾਉਂਦਾ। ਬਿਲਕੁਲ ਬੈਨੀਪਾਲ ਸਾਹਿਬ, ਦੇਖੋ ਆਪਾਂ ਨਾਲ ਦੀ ਨਾਲ ਇੰਨਾ ਕੁ ਸੁਨੇਹਾ ਜ਼ਰੂਰ ਦੇਈ ਜਾਈਏ ਕਿ ਭਾਈ ਇਹ ਹੈਗਾ ਖੇਤੀਬਾੜੀ ਕਰਨ ਵਾਲਾ, ਇਹ ਹੈਗਾ ਢੋਆਈ ਕਰਨ ਵਾਲਾ। ਪੰਜਾਬ ਦੇ ਵਿੱਚ ਔਖੇ ਹੋ ਕੇ ਲੈਣ ਦੀ ਲੋੜ ਨਹੀਂ, ਪੰਜਾਬ ਦੇ ਵਿੱਚ ਬਾਪੂ ਦੇ ਗਲ ਗੂਠਾ ਦੇ ਕੇ ਲੈਣ ਦੀ ਲੋੜ ਨਹੀਂ। ਇਹ ਟੋਚਨ ਮੁਕਾਬਲੇ ਵਾਲਾ ਹੈ ਨਹੀਂ, ਇਹ ਵੱਡੇ ਡੈਕ ਲਵਾ ਕੇ ਮਹਿੰਗੇ ਖਰਚੇ ਕਰਨ ਵਾਲਾ ਹੈ ਨਹੀਂ। ਜੇ ਕਿਸੇ ਨੇ ਲਵਾ ਲਿਆ 4 ਪੈਸੇ ਹੈਗੇ, ਅਸੀਂ ਇਹ ਨਹੀਂ ਕਹਿੰਦੇ, ਪਰ ਇਹ ਘੱਟੋ ਘੱਟ ਜੇ ਡੈਕ ਲਵਾ ਵੀ ਲਿਆ ਤੇ ਗੁਆਂਢੀਆਂ ਦੇ ਘਰ ਮੂਹਰੇ ਵਜਾਉਣ ਵਾਲਾ ਹੈ ਨਹੀਂ, ਕਿ ਜਦੋਂ ਆਪਾਂ ਕਿਤੇ ਚਲੋ ਟਿੱਲਰ ਵਾਹੁੰਦੇ ਆ, ਖੇਤ ਵਾਹੁੰਦੇ ਆ, ਲੰਮਾ ਕੰਮ ਆ, ਉਦੋਂ ਆਪਣੇ ਸੁਣਨ ਜੋਗੀ ਆਵਾਜ਼ ਜਿਹੜੀ ਉਹਦੀ ਰੱਖ ਲਓ। ਹੁਣ ਬੈਨੀਪਾਲ ਸਾਹਿਬ ਦੂਸਰੀ ਗੱਲ, ਕਿਉਂਕਿ ਟਰੈਕਟਰ ਦੀ ਗੱਲ ਹੋਵੇ, ਬਾਬੇ ਦੇ ਜਾਣ ਦੀ ਗੱਲ ਨਾ ਹੋਵੇ, ਗੱਲ ਬਣਦੀ ਨਹੀਂ। ਹੁਣ ਟਰੈਕਟਰ ਦੀ ਗੱਲ ਹੋਵੇ, ਮੇਲੇ ਦੀ ਗੱਲ ਨਾ ਹੋਵੇ, ਵਿਸਾਖੀ ਦੀ ਗੱਲ ਨਾ ਹੋਵੇ, ਗੱਲ ਬਣਦੀ ਨਹੀਂ। ਹੁਣ ਤੁਸੀਂ ਦੇਖੋ ਕਿ ਜਦੋਂ ਪਿੰਡਾਂ ਦੇ ਵਿੱਚ ਟਰੈਕਟਰ ਹੁੰਦੇ ਸੀ ਥੋੜ੍ਹੇ, ਉਦੋਂ ਜਦੋਂ ਪਤਾ ਹੁੰਦਾ ਸੀ ਕਿ ਭਾਈ ਹੁਣ ਤਾਂ ਅਪ੍ਰੈਲ ਮਹੀਨਾ ਸ਼ੁਰੂ ਹੋ ਚੱਲਾ, ਵਿਸਾਖੀ ਤੇ ਜਾਣਾ, ਜਿਹਨਾਂ ਕੋਲ ਟਰੈਕਟਰ ਹੋਣੇ ਪਹਿਲਾਂ ਹੀ ਉਹਨਾਂ ਦੇ ਨੇੜੇ ਹੋਈ ਜਾਣਾ ਕਿ ਵੀ ਇਹਨਾਂ ਨੇ ਜਾਣਾ ਹੈ। ਫਿਰ ਟਰੈਕਟਰ ਜੇ ਤਾਂ ਪਹਿਲਾਂ ਮਨਾਈ ਜਾਣਾ ਉਹਨਾਂ ਨੂੰ ਕਿ ਆਪਾਂ ਟਰੈਕਟਰ ਤੇ ਇਕੱਲੇ ਚੱਲਾਂਗੇ, ਉਹਨੇ ਕਹਿਣਾ ਨਹੀਂ ਯਾਰ ਉਹ ਬਾਪੂ ਦਾ ਇਦਾਂ ਕਹਿੰਦਾ ਕਿ ਸਾਰੇ ਪਿੰਡ ਨੂੰ ਵੀ ਲੈ ਕੇ ਜਾਣਾ, 3 ਦਿਨ ਪਹਿਲਾਂ ਅਨਾਉਂਸਮੈਂਟ ਸ਼ੁਰੂ ਹੋ ਜਾਣੀ। ਫਿਰ ਉਹਦੇ ਵੀ 2 ਪ੍ਰਕਿਰਿਆ ਹੋਣੀ, ਜਿਹੜੀ ਤਾਂ ਪਿੱਛੇ ਟਰਾਲੀ ਪਾਉਣੀ ਆ 1 ਦਿਨ ਪਹਿਲਾਂ ਉਹਨੂੰ ਧੋਣਾ, ਫਿਰ ਉਹਦੇ ਵਿੱਚ ਥੱਲੇ ਪਰਾਲੀ ਵਿਛਾਉਣੀ, ਪਰਾਲੀ ਦੇ ਉੱਪਰ ਦਰੀ ਵਿਛਾਉਣੀ, ਤਾਂ ਫਿਰ ਟਾਈਮ ਦੇ ਦੇਣਾ, ਸਾਧ ਸੰਗਤ ਜੀ ਫਲਾਨਾ ਸਿੰਘ ਦੇ ਘਰੋਂ ਟਰੈਕਟਰ ਟਰਾਲੀ ਜਾਣੀ ਹੈ, ਜਿਨ੍ਹਾਂ ਨੇ ਮੇਲੇ ਜਾਣਾ ਹੈ ਉਹ ਸਵੇਰੇ 8 ਵਜੇ ਤੱਕ ਗੁਰੂ ਘਰ ਤੋਂ ਟਰਾਲੀ ਚੱਲਣੀ ਹੈ ਜਾਂ ਉਹਨਾਂ ਦੇ ਘਰ ਦੇ ਮੋਹਰਿਓਂ ਚੱਲਣੀ ਹੈ। ਸੰਗਤ ਨੂੰ ਬੇਨਤੀ ਹੈ ਕਿ ਤਿਆਰ ਹੋ ਕੇ ਬੇਲੇ ਸਿਰ ਪਹੁੰਚ ਜਾਣ, ਨਹੀਂ ਤਾਂ ਫਿਰ ਆਉਂਦਿਆਂ ਲੇਟ ਹੋ ਜੀਦਾ। ਸਵੇਰੇ ਫਿਰ ਹੋਣੀ, 1 ਘੰਟੇ ਬਾਅਦ ਟਰਾਲੀ ਚੱਲਣੀ ਹੈ, ਫਿਰ ਅਨਾਉਂਸਮੈਂਟ ਹੋਣੀ, ਟਰਾਲੀ ਬਿਲਕੁਲ ਤਿਆਰ ਹੈ, ਸੰਗਤ ਆ ਕੇ ਵਿੱਚ ਬੈਠੀ ਹੈ, ਕੋਈ ਅਜੇ ਤੱਕ ਰਹਿ ਨਾ ਜਾਵੇ। ਉਹ ਕਈ ਵਾਰੀ ਮੇਰੇ ਵਰਗੇ ਫਿਰ ਪਿੱਛੇ ਭੱਜ ਕੇ ਮਸੀਂ ਡਾਲੇ ਤੇ ਚੜ੍ਹਦੇ ਹੁੰਦੇ ਸੀ। ਸੋ ਬਾਠ ਸਾਹਿਬ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ, ਬਿਲਕੁਲ ਇਹ ਸਰਕਾਰ ਨੇ ਵੀ ਤੇ ਹਾਈ ਕੋਰਟ ਨੇ ਭਾਵੇਂ ਪਾਬੰਦੀ ਲਾਈ ਹੈ ਜੀ ਕਿ ਜਿਹੜਾ ਟਰੈਕਟਰ ਤੇ ਟਰਾਲੀ ਹੈ ਇਹ ਖੇਤੀਬਾੜੀ ਦੀ ਵਰਤੋਂ ਦੇ ਵਾਸਤੇ ਆ, ਇਹ ਮੇਲਿਆਂ ਤੇ ਜਾਣ ਵਾਸਤੇ ਨਹੀਂ, ਇਹ ਕਿਸੇ ਸਭਾ ਤੇ ਜਾਣ ਵਾਸਤੇ ਨਹੀਂ, ਕਿਉਂਕਿ ਕੋਈ ਬਹੁਤੀ ਵਧੀਆ ਸਵਾਰੀ ਨਹੀਂ, ਇਹਦੇ ਨਾਲ ਹਾਦਸੇ ਪੇਸ਼ ਆਏ ਨੇ ਤੇ ਆ ਵੀ ਸਕਦੇ ਆ। ਇਸ ਕਰਕੇ ਹੁਣ ਮੈਨੂੰ ਯਾਦ ਆ ਜਦ ਗੰਨਾ ਮਿਲ ਵਾਸਤੇ ਟਰਾਲੀ ਭਰ ਕੇ ਲੱਦ ਕੇ ਲਿਜਾਣੀ, ਤੁਸੀਂ ਵੀ ਲੱਦਦੇ ਰਹੇ ਹੋਵੋਗੇ, ਆਪਣੇ ਦਰਸ਼ਕ ਵੀ ਲੱਦਦੇ ਸ਼ਾਇਦ ਹੁਣ ਵੀ ਹੋਣਗੇ, ਉਹ ਇਹ ਦੇਖਣਾ ਕਿ ਯਾਰ ਕਿਹੜਾ ਟਰੈਕਟਰ ਹੈ। ਕਈਆਂ ਨੇ ਫਿਰ ਉਹ ਨਹੀਂ ਯਾਰ ਆ ਟਰਾਲੀ ਵਾਸਤੇ ਸਵਰਾਜ ਵਧੀਆ, ਦੂਜੇ ਕਹਿਣਾ ਲੈ ਕਰਾ ਵਾਸਤੇ ਦੱਸ ਫਿਰ ਕਿਹੜਾ ਵਧੀਆ। ਹਾਲਾਂਕਿ ਜੇ ਕਿਸੇ ਨੇ ਕੰਪਨੀ ਨੇ ਫੋਰਡ ਬਣਾਤਾ, ਕਿਸੇ ਨੇ 6911 ਬਣਾਤਾ, ਸਵਰਾਜ ਬਣਾਤਾ, ਮੈਸੀ ਇੰਟਰਨੈਸ਼ਨਲ, ਹਰ ਇੱਕ ਟਰੈਕਟਰ ਆਪੋ ਆਪਣੀ ਥਾਂ ਤੇ ਠੀਕ ਹੈ। ਨਹੀਂ ਜਦੋਂ ਬਾਗ ਜਿਹਨਾਂ ਲਾਏ ਸੀ ਉਹ ਕਹਿੰਦੇ ਛੋਟਾ ਮੈਸੀ ਚਾਹੀਦਾ, ਹਾਂ ਵੀ ਵੱਡੇ ਨਾਲ ਲੋਡ ਮੁਤਾਬਕ, ਹਾਂ ਲੋਡ ਮੁਤਾਬਕ, ਹਾਂ। ਸੋ ਜਦੋਂ ਉਹ ਦੇਖਣਾ ਉਹ ਕਹਿੰਦਾ ਨਹੀਂ ਯਾਰ ਜੇ ਟਰਾਲੀ ਵਾਸਤੇ ਨਾ ਫਿਰ ਤਾਂ ਭਾਰੀ ਟਰੈਕਟਰ ਚਾਹੀਦਾ, ਤਾਂ ਤੁਹਾਡੇ ਵਾਲਾ ਐਵੇਂ ਮੂਹਰੇ ਉੱਠ ਖੜਦਾ, ਉੱਠ ਕੇ ਚੱਕ ਹੋ ਜਾਊਗਾ, ਚੱਕ ਹੋ ਜਾਂਦਾ। ਫਿਰ ਮੈਨੂੰ ਯਾਦ ਆ ਇਸ ਤਰ੍ਹਾਂ ਦਾ ਬੰਪਰ ਲਵਾਉਣਾ, ਜਦੋਂ ਟਰਾਲੀ ਪੱਟਣੀ ਨਾ ਖੇਤ ਚੋਂ ਕਹਿਣਾ ਇਦਾਂ ਕਰੋ, 2 ਬੰਦੇ ਮੂਹਰੇ ਚੜ੍ਹ ਜਾਓ, ਬੋਰੀਆਂ ਵੀ ਰੱਖਣੀਆਂ ਭਾਈ। ਜੇ ਤੁਸੀਂ ਵੀ ਇਹ ਕੁਝ ਕਰਦੇ ਰਹੇ ਹੋ
ਜੇ ਟਰਾਲੀ ਭਾਰੀ ਹੋ ਜਾਂਦੀ ਆ ਟਰੈਕਟਰ ਮੂਹਰੇ ਖੜਾ ਹੋਣ ਲੱਗ ਪੈਂਦਾ ਸੀ ਤਾਂ ਟਰੈਕਟਰ ਦੇ ਮੂਹਰੇ ਬੰਦੇ ਖੜਾਉਂਦੇ ਸੀ ਜਾਂ ਬੋਰੀਆਂ ਰੱਖਦੇ ਸੀ, ਕਿਉਂਕਿ ਬਾਟ ਸਾਹਿਬ ਇਹ ਜੀ ਗੱਲ ਇੱਥੇ ਕਿ ਵੀ ਆ ਹਾਂ, ਹਾਂ। ਉਦੋਂ ਜੇ ਬੰਦੇ ਵੀ ਖੜਾਉਣੇ ਤਾਂ ਜੇ ਬੈਨੀਪਾਲ ਸਾਹਿਬ ਨੇ ਕਹਿਣਾ ਮੇਰੇ ਕਿਉਂ ਖੜਾਓ, ਨਾ ਬਾਠ ਵਰਗਾ ਬੰਦਾ ਚਾਹੀਦਾ, ਭਾਰਤਾ ਹੋਵੇ। ਆਹ ਗੱਲ ਤੁਹਾਡੀ 16 ਆਨੇ ਸਹੀ ਹੈ, ਕਿਉਂਕਿ ਭਾਰਾ ਬੰਦਾ ਦੇਖਣਾ ਭਾਰਾ ਬੰਦਾ ਦੇਖਣਾ ਹੁੰਦਾ ਕਿ ਅਸਰ ਵੀ ਪਵੇ ਮਾੜਾ ਮੋਟਾ। ਹਾਂ, ਕਿਉਂਕਿ ਅਸੀਂ ਬੋਰੀਆਂ ਵਾਲਾ ਕੰਮ ਨਹੀਂ ਕਰਦੇ ਰਹੇ, ਕਿਉਂਕਿ ਹਥਿਆਰ ਤਾਂ ਉਹੀ ਜਿਹੜਾ ਮੌਕੇ ਤੇ ਕੰਮ ਆ ਜੇ। ਮੌਕੇ ਤੇ ਕੰਮ ਆ ਜਾ। ਉਹ ਜਿਹੜੇ 4-5 ਬੰਦੇ ਅਸੀਂ ਨਾਲ ਹੁੰਦੇ ਸੀ, ਵੱਡੇ ਵੀਰ ਨੇ ਕਹਿਣਾ ਕਿ ਚਲੋ ਮੈਂ ਚਲਾਉਣਾ, ਤੁਸੀਂ ਮੂਹਰੇ ਖੜੋ, ਅਸੀਂ ਤਾਂ ਜਵਾਕ ਹੁੰਦੇ ਸੀ। ਚਲੋ ਹੋਰ ਜਿਹੜੇ ਆਲੇ ਦੁਆਲੇ ਨਾਲ ਕੰਮਕਾਰ ਕਰਨ ਵਾਲੇ ਹੁੰਦੇ ਉਹਨਾਂ ਨੇ ਕਹਿਣਾ ਚਲੋ ਅਸੀਂ ਖੜਦੇ ਹਾਂ। ਕੰਮ ਉਹ ਖਤਰੇ ਵਾਲਾ ਹੀ ਹੁੰਦਾ ਸੀ, ਬਹੁਤ ਖਤਰੇ ਵਾਲਾ, ਜੀ। ਕਿਉਂਕਿ ਹੁਣ ਕਈ ਵਾਰੀ ਸੋਚਦੇ ਆ ਯਾਰ ਉਹ ਤਾਂ ਕਿੰਨਾ ਰਿਸਕ ਲੈਂਦੇ ਸੀ, ਰਿਸਕ ਕਿੰਨਾ ਲੈਂਦੇ ਸੀ, ਪਰ ਉਹ ਸਭ ਕੁਝ ਚੱਲਦਾ ਸੀ। ਹੁਣੀ ਮੈਂ ਜਦੋਂ ਆਪਾਂ ਆ ਕੇ ਟਰੈਕਟਰਾਂ ਦੇ ਨਾਲ ਗੱਲਬਾਤ ਕੀਤੀ ਹੈ, ਜਿਹਨੇ ਟਰੈਕਟਰ ਦੀ ਵੀ ਤੇ ਇਹਦਾ, ਉਹਨਾਂ ਨੇ ਕਹਿੰਦੇ ਕਾਫੀ ਸ਼ਿੰਗਾਰ ਦਾ ਸਮਾਨ ਮੰਗਾਇਆ ਹੈ, ਜਿਹਨੂੰ ਆਪਾਂ ਸਾਇਲੈਂਸਰ ਕਹਿੰਦੇ ਆ ਜੀ, ਇੱਥੇ ਨੂੰ ਮਫਲਰ ਕਹਿ ਦਿੰਦੇ। ਆਹਾ, ਉਹ ਕਹਿੰਦੇ ਦਾ ਮਫਲਰ ਵੀ ਮੰਗਾ ਲਿਆ ਨਵਾਂ, ਇਹਦਾ ਬੰਪਰ ਵੀ ਨਵਾਂ ਮੰਗਾ ਲਿਆ, ਇਹਦੇ ਟਾਇਰ ਵੀ ਨਵੇਂ ਮੰਗਾ ਲਏ, ਇਹਦੇ ਰਿਮ ਵੀ ਨਵੇਂ ਮੰਗਾਏ ਨੇ। ਇੱਕ ਗੱਲ ਆ ਜੀ ਜੀ, ਜੇ ਇਹਨੂੰ ਤੁਸੀਂ ਸਾਇਲੈਂਸਰ ਦੀ ਜਗ੍ਹਾ ਦੇ ਉੱਤੇ ਉਹ ਕਹਿੰਦੇ ਆ ਤਾਂ ਜਿਹੜਾ ਕੇਜਰੀਵਾਲ ਸਾਹਿਬ ਨੇ ਗਲ 'ਚ ਪਾਇਆ ਹੁੰਦਾ ਫਿਰ ਉਹ ਕੀ ਹੁੰਦਾ? ਉਹ ਵੀ ਮਫਲਰ ਹੀ ਹੁੰਦਾ। ਉਹ ਵੀ ਮਫਲਰ ਹੀ ਆ। ਤੇ ਅੱਗੇ ਹੁਣ ਤੁਸੀਂ ਚਲੋ। ਨਹੀਂ, ਮੈਨੂੰ ਇਹ ਸੀ, ਮੈਂ ਕਿਹਾ ਚਲੋ ਸਿਆਸਤ ਦੀ ਵਿੱਚੇ, ਕਿਉਂਕਿ ਦੇਖੋ ਸਾਡੇ ਇਲੈਕਸ਼ਨ ਆਉਣ ਵਾਲੀ ਆ, ਸਾਨੂੰ ਭੁਲੇਖਾ ਪੈ ਸਕਦਾ। ਚਲੋ ਆਪਾਂ ਇਲੈਕਸ਼ਨ ਵਾਲੇ ਪਾਸੇ ਨੂੰ ਤੁਰ ਪੈਂਦੇ ਹਾਂ। ਹੁਣ ਇੱਕ ਹੋਰ ਦੇਖੋ, ਜੀ, ਜੀ। ਇਹ ਜਿਹੜੇ ਤੁਸੀਂ ਸਾਇਲੈਂਸਰ ਦਾ ਜ਼ਿਕਰ ਕੀਤਾ ਨਾ, ਜਦੋਂ ਬਾਗ ਬਾਉਣਾ ਹੁੰਦਾ ਉਦੋਂ ਇਹ ਲਾਈਦਾ ਵੀ ਸੀ, ਤੇ ਜਦੋਂ ਲਾਈਦਾ ਸੀ ਉਹਦੀ ਆਵਾਜ਼ ਹੀ ਅਜੀਬੋ ਗਰੀਬ ਜਿਹੀ ਹੋਣੀ, ਤੇ ਜਿਹੜਾ ਨਹੀਂ ਲਾਉਂਦਾ ਸੀ ਉਹਦਾ ਦੋ ਟੋਟੇ ਹੋ ਜਾਂਦਾ ਸੀ। ਉਹ ਇਸੇ ਕਰਕੇ ਸਾਇਲੈਂਸਰ ਹੈ ਕਿ ਸਾਇਲੈਂਟ ਕਰਦਾ ਆਵਾਜ਼। ਹੁਣ ਇਹਦੇ ਵਿੱਚ ਕਈ ਵਾਰੀ ਤੁਸੀਂ ਦੇਖਿਆ ਹੋਣਾ, ਮੁੰਡੇ ਖੁੰਡੇ ਮੋਟਰਸਾਈਕਲ ਵਾਲੇ ਵੀ ਬੋਰੀਆਂ ਜਿਹਾ ਕਰ ਲੈਂਦੇ ਨੇ, ਜਾਂ ਇਹਦੇ 'ਚ ਕਈ ਵਾਰੀ ਇਹ ਮਾੜਾ ਮੋਟਾ ਕਿਤੇ 'ਚ ਮੋਰੀ ਹੋ ਜੇ ਜਾਂ ਕਿਸੇ ਚੀਜ਼ 'ਚ ਫਸ ਕੇ ਟੁੱਟ ਜੇ, ਤੁਹਾਨੂੰ ਇਹ ਨਹੀਂ ਲੱਗਣਾ ਕਿ ਨਾ ਹਟਗਰਾਂ ਜਾ ਰਿਹਾ, ਤੁਹਾਨੂੰ ਇਹ ਨਹੀਂ ਲੱਗਣਾ ਕਿ ਫੋਰਡ ਜਾ ਰਿਹਾ, ਤੁਹਾਨੂੰ ਇਹ ਨਹੀਂ ਲੱਗਣਾ ਕਿ ਐਂਟਰ ਸਵਰਾਜ ਜਿਹੜਾ ਵੀ ਜਾ ਰਿਹਾ ਹੈ, ਵੇਖਣਾ ਕਿ ਜਾ ਰਿਹਾ ਬਸ ਜਾ ਰਿਹਾ। ਅੱਛਾ ਬੈਨੀਪਾਲ ਸਾਹਿਬ, ਮੈਂ ਨਾ, ਕਿਉਂਕਿ ਮੈਨੂੰ ਬੜਾ ਘੱਟ ਮੌਕਾ ਮਿਲਿਆ ਮੇਲਿਆਂ 'ਚ ਜਾਣ ਦਾ, ਪਰ ਤੁਸੀਂ ਜਾਂਦੇ ਰਹੇ ਹੋ, ਤੁਸੀਂ ਕਈ ਵਾਰੀ ਦੱਸਿਆ। ਜੀ ਜੀ। ਹੁਣ ਉਹਦੇ ਵਿੱਚ ਵੀ ਇੱਕ ਗੱਲ ਹੁੰਦੀ ਸੀ, ਉਹਦੇ ਵਿੱਚ ਕੀ ਗੱਲ ਹੁੰਦੀ ਸੀ ਕਿ ਜਿਹੜਾ ਦਾ ਟਰੈਕਟਰ ਆ ਉਹਨੇ ਆਪਣੇ ਖਾਸ ਮਿੱਤਰ ਇੱਥੇ ਬਹਿਣਾ। ਹਾਂ, ਇੱਥੇ ਬਹਿਣਾ। ਜੇ ਕਿਸੇ ਨੇ ਹੋਰ ਨੇ ਆਉਣਾ ਵੀ ਇੱਥੇ ਬਣਾ, ਨਹੀਂ ਉਹ ਇੱਥੇ ਕਿਸੇ ਹੋਰ ਨੇ ਬਹਿਣਾ। ਤੇ ਬਾਅਦ 'ਚ ਇਹਦੇ ਵਿੱਚ ਵੀ ਹੁੰਦਾ ਸੀ, ਆਹ ਤਾਂ ਚਲੋ ਡੰਡੇ ਲੱਗੇ ਆ ਨਾ, ਇਹ ਹੁੰਦੇ ਨਹੀਂ ਸੀ, ਇੱਕ ਨੇ ਮੋਹਰ ਨੂੰ ਲੱਤਾਂ ਕਰਕੇ ਬਹਿਣਾ। ਉੱਥੇ ਇਹ ਹੁੰਦਾ ਸੀ ਜਿਹੜੇ ਆਮ ਟਰੈਕਟਰ ਉੱਥੇ ਆਉਂਦੇ ਸੀ ਉਹਨਾਂ ਦੇ ਇੱਕ ਪਾਸੇ ਹੀ ਲੱਗਿਆ ਹੁੰਦਾ ਸੀ, ਇੱਕ ਪਾਸੇ ਹੁੰਦਾ ਨਹੀਂ ਸੀ। ਜਦੋਂ ਕਿਸੇ ਟੂਰਨਾਮੈਂਟ ਤੇ ਜਾਣਾ ਜਾਂ ਮੇਲੇ ਤੇ ਜਾਣਾ, ਜਿਸ ਤਰ੍ਹਾਂ ਇਦਾਂ ਕੋਈ ਘੋਲ ਹੋ ਰਹੇ ਨੇ, ਛਿੰਝ ਹੋ ਰਹੀ ਹੈ, ਪਟਕੇ ਦੀ ਕੁਸ਼ਤੀ ਦੇਖਣੀ ਜਾਂ ਲੈ ਸਾਰਿਆਂ ਨੂੰ ਜਾਣਾ, ਉਹਨਾਂ ਨੇ ਕਹਿਣਾ ਦੇਖ ਵੀਰੇ ਜੇ ਤੂੰ ਟਰੈਕਟਰ ਲੈ ਕੇ ਚੱਲਿਆ ਜਾਂ ਟਰਾਲੀ ਪਾ ਲੈ, ਤੇਰਾ ਕੀ ਜਾਂਦਾ, ਅਸੀਂ ਵੀ ਚੱਲਾਂਗੇ। ਜੇ ਤਾਂ ਮਨ ਕਿਸੇ ਦਾ ਮੂਡ ਜਾਂ ਠੀਕ ਉਹਨਾਂ ਨੂੰ ਟਰਾਲੀ ਨਹੀਂ ਵੀ ਅਸੀਂ ਤਾਂ ਕਰਦੇ ਨੇ ਜਾਣਾ। ਖੈਰ ਬਹੁਤੀ ਵਾਰੀ ਟਰਾਲੀ ਪਾ ਕੇ ਜਾਂਦੇ ਜਾਂ ਕੱਲਾ ਟਰੈਕਟਰ ਪਾ ਕੇ ਜਾਂਦੇ, ਤੇ ਫਿਰ ਬਾਕੀ ਬੰਦਾ ਤਾਂ ਕਹਿਣਾ ਦੇਖ ਤੂੰ ਇੱਥੇ ਖੜ ਸਕਦਾ, ਟਰਾਲੀ 'ਚ ਖੜ ਕੇ ਦੇਖ ਸਕਦੇ ਹੋ। ਜਿਹੜੇ ਘਰ ਦੇ ਮੋਹਤਬਰ ਬੰਦੇ ਸੀ ਉਹਨਾਂ ਨੇ ਕਈ ਵਾਰੀ ਇਹਦੇ ਤੇ ਮੂਹਰੇ ਬੈਠ ਕੇ ਉਹਨੇ ਕਹਿਣਾ ਦੇਖ ਵੀ ਮੈਨੂੰ ਨਾ ਮੇਰਾ ਨਾ ਵਿਊ ਖਤਮ ਕਰਿਓ, ਆਲੇ ਦੁਆਲੇ ਭਾਵੇਂ ਤੁਸੀਂ ਟਾਇਰਾਂ ਤੇ ਚੜ੍ਹ ਜਾਓ, ਖੜ ਕੇ ਜਿਹੜੇ ਉਹ ਲੁਤਫ ਜਿਨ੍ਹਾਂ ਨੇ ਲਾਏ ਹੋਏ ਨੇ, ਉਹ ਮੈਨੂੰ ਲੱਗਦਾ ਜ਼ਿੰਦਗੀ 'ਚੋਂ ਕਦੇ ਮਨਫੀ ਨਹੀਂ ਕੀਤੇ ਜਾ ਸਕਦੇ। ਪਰ ਇਹ ਆ ਭਾਈ ਸਮੇਂ ਦੇ ਰਾਗ ਨੇ, ਹੁਣ ਮੁੰਡੇ ਮੋਟਰਸਾਈਕਲਾਂ ਤੇ, ਕਾਰਾਂ ਤੇ, ਹੁਣ ਲੰਡੀਆਂ ਜੀਪਾਂ ਤੇ ਵੀ ਜਾਣ ਲੱਗ ਪਏ। ਪਰ ਕਈ ਵਾਰੀ ਇਹ ਵੀ ਹੁੰਦਾ ਸੀ, ਸਾਡੇ ਬਹੁਤ ਸਾਰੇ ਦਰਸ਼ਕ ਇਦਾਂ ਦੇ ਹੋਣਗੇ ਜਿਹੜੇ ਖੇਤੀ ਨਾਲ ਸੰਬੰਧੀ ਨਹੀਂ, ਜਿਹਨਾਂ ਨੇ ਟਰੈਕਟਰ ਕਦੇ ਜੇ ਟਰੈਕਟਰ ਤੇ ਚੜ੍ਹਨ ਦਾ ਮੌਕਾ ਨਹੀਂ ਮਿਲਿਆ, ਜਾਂ ਕਈ ਵਾਰੀ ਹੁੰਦਾ ਕਿ ਸਾਡੀ ਆਰਥਿਕ ਤੌਰ ਦੇ ਉੱਤੇ ਸਥਿਤੀ ਨਹੀਂ ਇਦਾਂ ਦੀ ਬਣਦੀ, ਪਰ ਉਹਨਾਂ ਲਈ ਵੀ ਦੱਸ ਦਿੰਦੇ ਆ, ਕਈ ਵਾਰੀ ਜੇ ਤੁਸੀਂ ਸਕੂਟਰ ਤੇ ਜਾਂ ਸਾਈਕਲ ਤੇ ਵੀ ਹੁੰਦੇ ਸੀ, ਜਿੱਥੇ ਜਾ ਕੇ ਟਰੈਕਟਰ ਖੜ ਜਾਂਦਾ ਤੁਹਾਡਾ ਸਾਈਕਲ ਛੂੰ ਕਰਕੇ ਅੱਗੇ ਨਿਕਲ ਜਾਂਦਾ ਸੀ, ਡੰਡੀਆਂ ਦੇ ਉੱਤੋਂ ਦੀ ਉਹ ਵੀ ਚਲਾ ਜਾਂਦਾ ਕੰਮ। ਬਾਕੀ ਬੈਨੀਪਾਲ ਸਾਹਿਬ ਇੱਕ ਗੱਲ ਹੋਰ ਵੀ ਹੁੰਦੀ ਸੀ, ਹੋਰ ਗੱਲ ਇਹ ਹੁੰਦੀ ਸੀ ਕਿ ਜਿਹੜਾ ਨਿੱਕੇ ਨਿਆਣੇ ਆ ਘਰ ਦੇ ਵਿੱਚ, ਜਦੋਂ ਬੱਚਾ ਛੋਟਾ ਹੁੰਦਾ ਤੇ ਜੇ ਟਰੈਕਟਰ ਉਹਦੇ ਘਰ ਹੋਵੇ ਤਾਂ ਉਹਦੀ ਪਹਿਲੀ ਗੱਲ ਹੁੰਦੀ, ਮੈਂ ਟਰੈਕਟਰ ਤੇ ਚੜ੍ਹਨਾ। ਮੈਂ ਕਿਹੜਾ ਬੰਦਾ ਤੁਹਾਡੇ ਵਿੱਚੋਂ ਆਪਣੇ ਬਾਪੂ, ਚਾਚੇ, ਤਾਏ ਜਾਂ ਕਿਸੇ ਦੇ ਨਾਲ ਵੀ ਟਰੈਕਟਰ ਦੇ ਉੱਤੇ ਉਹਦੇ ਨਾਲ ਐ ਬੈਠਾ ਤੇ ਐ ਫਿਰ ਕਿੰਨੇ ਚਲਾਇਆ, ਕਿੰਨੀ ਵਾਰੀ ਟੀ ਵਜਾਉਣ ਦੀ ਜਿੱਦ ਕੀਤੀ, ਕਰੇ ਕਈ ਵਾਰੀ ਕਹਿੰਦੇ ਸੀ ਆ ਕੇ ਟੀ ਤਾਂ ਮੈਂ ਵਜਾਉਣੀ ਆ, ਉਹਨੇ ਕਹਿੰਦਾ ਚੱਲ ਠੀਕ ਆ ਪੁੱਤ ਇੱਕ ਵਾਰੀ ਵਜਾਉਣੀ, ਇੱਕ ਵਾਰੀ ਵਜਾ ਲਈ, ਨਹੀਂ ਮੈਂ ਇੱਕ ਵਾਰੀ ਹੋਰ ਵਜਾਉਣੀ ਆ। ਹੁਣ ਉਹ ਟੀ ਵਜਾਉਣ ਦਾ ਵੀ ਆਪਣਾ ਹੀ ਲੁਤਫ ਹੁੰਦਾ ਸੀ। ਫਿਰ ਬੱਚਿਆਂ ਨੂੰ ਇਹ ਵੀ ਹੁੰਦਾ ਸੀ ਕਿ ਮੈਂ ਇੱਥੇ ਬਹਿ ਕੇ ਬਾਪੂ ਦੇ ਨਾਲ ਹੀ ਖੇਤ ਜਾਣਾ, ਉਹ ਵੀ ਆਪਣੇ ਆਪ, ਪਰ ਰਿਸਕੀ ਉਹ ਵੀ ਬੜਾ ਹੁੰਦਾ ਸੀ। ਫਿਰ ਕਈ ਵਾਰੀ ਬੀਬੀਆਂ ਨੇ ਬੱਚਾ ਇੱਥੇ ਬਿਠਾ ਕੇ ਕੱਪੜੇ ਨਾਲ ਬੰਨ ਵੀ ਦੇਣਾ ਕਿ ਭਾਈ ਇਹ ਡਿੱਗੇ ਨਾ, ਨੀਂਦ ਆਉਣ ਲੱਗ ਜਾਂਦੀ ਸੀ, ਨੀਂਦ ਆਉਣ ਲੱਗ, ਬੱਚੇ ਨੇ ਦੋ ਘਰੇ ਹੋਏ ਜਾਂ ਲੱਗਣੇ ਤੇ ਉਸਲੇ ਨਾਲ ਹੀ ਨੀਂਦ ਆਉਣ ਲੱਗ ਜਾਣੀ। ਪਰ ਉਹ ਬੈਨੀਪਾਲ ਸਾਹਿਬ ਉਹ ਜਿਹੜਾ ਸਮਾਂ ਨਾ, ਉਹ ਆਪਣੇ ਆਪ ਦੇ ਵਿੱਚ ਕਮਾਲ ਹੀ ਹੁੰਦਾ ਸੀ। ਤੇ ਜਦੋਂ ਫਿਰ ਛੋਟੇ ਹੁੰਦਿਆਂ ਪੜ੍ਹਨ ਜਾਣਾ, ਸਕੂਲ ਆਮ ਤੌਰ ਤੇ ਹਾਈ ਸਕੂਲ 2-2.5 ਕਿਲੋਮੀਟਰ ਦੂਰ ਹੁੰਦਾ, ਤੇ ਬਹੁਤਿਆਂ ਕੋਲ ਸਾਈਕਲ ਨਹੀਂ ਹੁੰਦੇ, ਜਾਂ ਕਈ ਬੱਚੇ ਉਦਾਂ ਵੀ ਤੁਰ ਕੇ ਜਾਣਾ। ਉਸ ਵੇਲੇ ਜੇ ਪਿੰਡੋਂ ਕਿਸੇ ਨੇ ਟਰੈਕਟਰ ਤੇ ਜਾਣਾ ਤੇ ਕਹਿਣਾ ਜੇ ਕਿਤੇ ਰੋਕ ਲਓ ਟਰੈਕਟਰ ਤੇ ਚੱਲਣਾ, ਉਹ ਵੀ ਸਵਾਦ ਆਪਣੇ ਹੁੰਦਾ ਸੀ। ਬਾਟ ਸਾਹਿਬ ਮੈਨੂੰ ਯਾਦ ਹੈ ਸਾਡੇ ਨੇੜੇ ਜਰਗ ਦਾ ਮੇਲਾ ਬੜਾ ਮਸ਼ਹੂਰ ਹੈ। ਰੋਸ਼ਨੀ ਦਾ ਹੁੰਦਾ? ਨਹੀਂ, ਜਰਗ ਦਾ ਜਗਰਾਵਾਂ ਦਾ ਹੁੰਦਾ। ਉਹ ਜਗਰਾਵਾਂ ਦੀ ਰੌਸ਼ਨੀ ਜਗਰਾਵਾਂ ਦੀ ਹੈ। ਇਹ ਬੇਸਿਕਲੀ ਮਾਤਾ ਰਾਣੀ ਦਾ ਮੇਲਾ ਹੈ। ਮਾਤਾ ਰਾਣੀ ਦਾ, ਠੀਕ ਹੈ। ਸੋ ਜਰਗ ਦਾ ਮੇਲਾ ਲਗਭਗ ਹਰ ਇੱਕ ਜਿਹੜਾ ਪੰਜਾਬੀ ਸਾਹਿਤ ਨਾਲ ਕੋਈ ਮੱਸ ਰੱਖਦਾ, ਚੱਸ ਰੱਖਦਾ, ਉਹਨੂੰ ਪਤਾ ਹੋਣਾ ਜੀ ਕਿ ਚੱਲ ਚੱਲੀਏ ਜਰਗ ਦੇ ਮੇਲੇ, ਮੁੰਡਾ ਤੇਰਾ ਮੈਂ ਚੱਕ ਲੂੰ। ਉਹ ਮੁੰਡਾ ਟਰੈਕਟਰ ਚੱਕ ਕੇ ਲੈ ਜਾਂਦਾ ਜੀ। ਸੋ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਉੱਥੇ ਵੀ ਜਾਣਾ, ਫਿਰ ਸਭ ਤੋਂ ਪਹਿਲਾਂ ਟਰੈਕਟਰ ਜਿਹੜਾ ਅਸੀਂ ਲਿਆਂਦਾ ਨਾ, ਬਾਪੂ ਜੀ ਟਰੈਕਟਰ ਲੈਣ ਗਏ। ਪਰ ਮੈਨੂੰ ਇੱਕ ਗੱਲ ਦੱਸਿਓ, ਤੁਹਾਨੂੰ ਕਦੀ ਆਹ ਜਿਹੜੀ ਤਰੀਕਾ ਹੈ ਤੁਸੀਂ ਦੱਸਿਆ ਇਦਾਂ ਮੇਲੇ ਜਾਣਾ ਪਿਆ? ਕਿਵੇਂ ਜੀ? ਆ ਜਿਹੜਾ ਤਰੀਕਾ ਇਹ ਦੱਸਿਆ ਵੀ ਇੱਥੇ ਬੈਠ ਕੇ? ਨਹੀਂ ਚੱਕ ਕੇ
ਬਈ ਚੱਲ ਚਲੀਏ ਜਰਗ ਦੇ ਮੇਲੇ। ਮੁੰਡਾ ਤੇਰਾ ਮੈਂ ਚੱਕ ਲੂ ਨਹੀਂ, ਔਰ ਉਹ ਮੌਕਾ ਨਹੀਂ ਮਿਲਿਆ ਕਿਉਂਕਿ ਉਦੋਂ ਸਾਨੂੰ ਚੱਕ ਕੇ ਲੈ ਜਾਂਦੇ ਹੁੰਦੇ ਸੀ। ਓਕੇ ਠੀਕ ਹੈ ਜੀ। ਫਿਰ ਜਦੋਂ ਇੱਧਰ ਆ ਗਏ ਉਹਦੇ ਤੋਂ ਬਾਅਦ ਤਾਂ ਮੌਕਾ ਮਿਲਿਆ ਹੀ ਨਹੀਂ। ਕਦੇ ਉਹ ਮਾਰਚ ਦੇ ਮਹੀਨੇ ਹੁੰਦਾ, ਉਹਨਾਂ ਦਿਨਾਂ 'ਚ ਕਦੀ ਗਏ ਹੀ ਨਹੀਂ ਜੀ। ਸੋ ਕੁਝ ਕੁ ਸਮੇਂ ਦੇ ਵਿੱਚ ਥੋੜਾ ਬਹੁਤਾ ਮੇਲਿਆਂ ਦਾ ਘਟ ਵੀ ਗਿਆ ਸੀ, ਹੁਣ ਦੁਬਾਰਾ ਫੇਰ ਮੇਲੇ ਬਣ ਗਏ। ਹੁਣ ਦਾ ਮੁੰਡਾ ਵੀ ਏਡਾ ਹੋ ਗਿਆ ਚੱਕਣ। ਬਿਲਕੁਲ, ਖੈਰ ਜੇ ਚੱਕਣਾ ਹੋਵੇ ਤੇ ਚੱਕਿਆ ਜਾ ਸਕਦਾ। ਐਨੀਵੇਜ਼ ਮੈਨੂੰ ਯਾਦ ਆ ਕਿ ਜਦੋਂ ਪਹਿਲਾ ਟਰੈਕਟਰ ਲਿਆਂਦਾ ਉਦੋਂ ਛੋਟੇ ਸੀ, ਦੇਖਿਆ ਪਿੰਡ ਸਾਰਾ ਦੇਖਣ ਆਉਂਦਾ ਸੀ ਕਿਸੇ ਨੇ ਟਰੈਕਟਰ ਲਿਆਂਦਾ, ਚਾਹ ਪਿੰਡ ਦੇ ਲੋਕਾਂ ਨੂੰ ਹੁੰਦਾ ਸੀ। ਹੁਣ ਕਈ ਵਾਰੀ ਜ਼ਮਾਨੇ ਨੇ ਰਫ਼ਤਾਰ ਬਦਲੀ ਹੈ, ਹੁਣ ਜੇ ਕੋਈ ਵਧੀਆ ਟਰੈਕਟਰ ਲਿਆਵੇ, ਵੱਡਾ ਟਰੈਕਟਰ ਲਿਆਵੇ, ਕਈ ਵਾਰੀ ਲੋਕ ਚਾਹ ਨਹੀਂ ਕਰਦੇ, ਪਰ ਉਹਨਾਂ ਵੇਲਿਆਂ ਦੇ ਵਿੱਚ ਲੋਕ ਬਹੁਤ ਇੱਕ ਦੂਸਰੇ ਦੀ ਮਸ਼ੀਨਰੀ ਦਾ ਚਾਹ ਵੀ ਕਰਦੇ ਸੀ। ਤੇ ਉਹਨਾਂ ਨੇ ਇਹ ਵੀ ਕਹਿਣਾ, ਦੇਖ ਬਈ ਲਾਣੇਦਾਰਾ ਤੂੰ ਲਿਆਇਆ ਟਰੈਕਟਰ, ਸਾਨੂੰ ਪਤਾ ਹੈ ਮਹਿੰਗੀ ਹੈ ਚੀਜ਼, ਕਿਉਂਕਿ ਕਿਸੇ ਕੋਲ ਹੁੰਦਾ ਸੀ ਜੀ। ਦੂਜੇ ਬੰਦੇ ਨੇ ਕਹਿਣਾ ਜਿਹਦੇ ਕੋਲ ਪਹਿਲਾਂ ਟਰੈਕਟਰ ਹੁੰਦਾ ਸੀ, ਦੇਖ ਔਖਾ ਨਾ ਹੋਈ, ਤੈਨੂੰ ਹਲਾਂ ਦੀ ਲੋੜ ਹੋਈ, ਤੈਨੂੰ ਸੁਹਾਗੇ ਦੀ ਲੋੜ ਹੋਈ, ਟਰਾਲੀ ਭਾਵੇਂ 2 ਸਾਲ ਨਾ ਬਣਾਈ, ਪੁੱਛਣ ਦੀ ਲੋੜ ਨਹੀਂ, ਇੱਥੋਂ ਪਾ ਕੇ ਲੈ ਜਦ ਮਰਜ਼ੀ ਕੀਤਾ ਤੂੰ ਚੁੱਪ ਕਰਕੇ ਟਰਾਲੀ ਪਾ ਲਈ। ਸੋ ਇਹ ਸਾਂਝਾਂ ਦੀ ਵੀ ਪ੍ਰਤੀਕ ਸੀ। ਫਿਰ ਉਹਨੇ ਵੀ ਉਹ ਮੁੱਲ ਨਹੀਂ ਸੀ ਮੋੜਦਾ, ਕਹਿੰਦਾ ਸੀ ਕੋਈ ਗੱਲ ਨਹੀਂ, ਆਉਂਦਾ ਮੈਂ ਆਉਣਾ, ਮੈਨੂੰ ਦੱਸੋ ਜਿਹੜਾ ਪਰਲਾ ਖੇਤ ਆ ਤੁਹਾਡਾ ਵਾਹੁਣ ਵਾਲਾ ਸੀ, ਆਇਆ ਵਾਂ। ਬਿਲਕੁਲ, ਪਾਣੀ ਤੁਹਾਡਾ ਟੁੱਟਾ ਸੀ, ਮੈਂ ਠੀਕ ਕਰਿਆ ਇਹ ਸਾਂਝਾਂ ਸੀ। ਪਰ ਮੈਨੂੰ ਯਾਦ ਆ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ, ਇੱਕ ਵਾਰੀ ਨਵਾਂ ਇਹਦੇ ਨਾਲ ਦਾ ਫੋਰਡ ਲਿਆਂਦਾ ਤੇ ਸਰਵਿਸ ਕਰਾਉਣੀ ਸੀ ਖੰਨੇ, ਕਾਲਜ ਪੜ੍ਹਦਾ ਸੀ। ਉਹ ਕਹਿੰਦੇ ਵੀ ਕੌਣ ਲੈ ਕੇ ਜਾਊ? ਮੈਂ ਕਿਹਾ ਮੈਂ ਜਾਊਂ। ਕਾਲਜ ਦੇ ਬਾਹਰ ਲੈ ਜਾ ਕੇ ਜਦੋਂ ਖੜਾਇਆ ਮੋੜ ਕੇ, ਜਿਵੇਂ ਤੁਸੀਂ ਲਿਆ ਕੇ ਅੱਜ ਖੜਾਇਆ, ਯਾਨੀ ਬੰਦਾ ਇਹ ਸ਼ਰਾਰਤੀ ਸੀ ਸ਼ੁਰੂ ਤੋਂ। ਖੈਰ ਇਹਨੂੰ ਸ਼ਰਾਰਤ ਕਹਿਣਗੇ? ਨਹੀਂ ਮੈਨੂੰ ਨਹੀਂ, ਇਹ ਤਾਂ ਆਪੇ ਦਰਸ਼ਕ ਦੱਸਣਗੇ। ਟਰੈਕਟਰ ਤੁਹਾਨੂੰ ਦਿੱਤਾ ਕਿ ਜਾ ਕੇ ਸਰਵਿਸ ਕਰਾਉਣੀ ਹੈ, ਕਹਿ ਕੇ ਉਹਨਾਂ ਨੂੰ ਦੱਸਿਆ ਸੀ ਵੀ ਸਰਵਿਸ ਤੋਂ ਬਾਅਦ ਕਾਲਜ ਵੀ ਤਾਂ ਜਾਣਾ। ਨਹੀਂ ਉਹ ਤਾਂ ਉੱਥੇ ਖੜਾ ਕਰਕੇ ਜਾਣਾ। ਹੁਣ ਤੁਸੀਂ ਜਾਂਦੇ ਹੋਏ ਖੜਾ ਕਰਨਾ ਸੀ, ਕਾਲਜ ਪੜ੍ਹਨਾ ਸੀ, ਮੁੜ ਕੇ ਲਿਆਉਣਾ ਸੀ। ਆ ਤੁਸੀਂ ਵਿਚਲਾ ਬਲ ਨਾ ਪਾਓ, ਮੈਂ ਬਲ ਹੁਣ ਸਿੱਧੀ ਕਰਨ ਲੱਗਾ ਨਾ ਗੱਲ। ਹੁਣ ਜਦੋਂ ਸਰਵਿਸ ਉੱਥੇ ਜਦੋਂ ਕਰਾਉਣੀ ਹੈ, ਉਹਨਾਂ ਨੇ ਦੱਸਿਆ ਕਿ ਇੰਨੇ ਕੁ ਟਾਈਮ ਦੀ ਗੱਲ ਹੈ। ਅਸੀਂ ਕਿਹਾ ਠੀਕ ਆ, ਮੈਨੂੰ ਪਤਾ ਸੀ ਮੈਂ 12:30 1 ਵਜੇ ਨੂੰ ਮੈਂ ਕਾਲਜ ਦੇ ਵਿੱਚੋਂ ਫ੍ਰੀ ਹੋ ਜਾਣਾ, ਪਤਾ ਹੁੰਦਾ ਵੀ ਕਿਹੜੇ ਦਿਨ ਕਿੰਨੀਆਂ ਕਲਾਸਿਸ ਲੱਗਣੀਆਂ ਨੇ। ਲਗਭਗ 2 ਵਜੇ ਤੇ 2 ਵਜੇ ਤੱਕ ਤਾਂ ਟਰੈਕਟਰ ਕਾਲਜ ਦੇ ਖੜਿਆ ਬਾਹਰ, ਪਰ ਕੋਈ ਗੇੜਾ ਗੂੜਾ ਨਹੀਂ ਮਾਰਿਆ ਆਲੇ ਦੁਆਲੇ ਨੂੰ। ਠੀਕ ਹੈ, ਸਿੱਧਾ ਲਿਜਾ ਕੇ ਉੱਥੇ ਖੜਾਇਆ, ਪਰ ਆਲੇ ਦੁਆਲੇ ਲੋਕਾਂ ਨੇ ਦੇਖਿਆ ਯਾਰ ਵੀ ਅੱਜ ਦਵਿੰਦਰ ਟਰੈਕਟਰ ਤੇ ਆਇਆ। ਕੋਈ ਫੋਰਡ ਦਾ ਫਰਾਟਾ ਵੀ ਤੁਹਾਨੂੰ ਪਤਾ ਹੈ ਕਿਹੋ ਜਿਹਾ। ਕਈ ਵਾਰੀ ਇਦਾਂ ਵੀ ਕਹਿੰਦੇ ਕਿਹਦਾ ਲਿਆਇਆ, ਜਿਹਨੇ ਉਹੀ ਥੱਲੇ ਲਾਉਣਾ ਹੋਵੇ ਬੰਦੇ ਨੂੰ। ਉਹ ਚੰਗੇ ਭਲੇ ਐਵੇਂ। ਪਰ ਉਹਦੇ ਤੋਂ ਬਾਅਦ ਸਰਵਿਸ ਕਰਾ ਕੇ ਪਿੰਡ ਨੂੰ ਲਿਆਂਦਾ, ਤੇ ਹੁਣ ਮੈਂ ਵੇਖਿਆ ਥੋੜਾ ਜਿਹਾ ਚਲਾਇਆ, ਇਹ ਲੱਗਦਾ ਸੀ ਯਾਰ ਬੱਖੀਆਂ ਤਾਂ ਅੰਦਰ ਕਰ ਦਿੰਦਾ ਹੋ, ਪਰ ਉਦੋਂ ਲੱਗਦਾ ਹੀ ਨਹੀਂ ਸੀ। ਉਦੋਂ ਕਈ ਵਾਰੀ ਬਾਪੀ ਦੇ ਨਾਲ ਬੈਠ ਜਾਣਾ, ਵੱਡੇ ਭਰਾ ਦੇ ਨਾਲ ਬੈਠ ਜਾਣਾ, ਉਹਨਾਂ ਨੇ ਜ਼ਮੀਨ ਵਾਹੀ ਜਾਣੀ, ਕੰਮ ਕੋਈ ਨਹੀਂ ਹੁੰਦਾ ਜਵਾਕ ਦਾ। ਉਹ ਸਾਰਾ 2-2 4-4 ਘੰਟੇ ਨਾਲ ਬੈਠੇ ਰਹਿਣਾ। ਤੁਸੀਂ ਦੇਖੋ ਵੀ ਕਿੰਨੇ ਉੱਬੜ ਖਾਬੜ ਰਾਹ ਨੇ, ਪਰ ਉਹ ਜਿਹਾ ਹੀ ਹੋ ਜਾਂਦਾ। ਉਦੋਂ ਤਾਂ ਇਹ ਵੀ ਹੁੰਦਾ ਸੀ ਯਾਰ, ਇਹਦਾ ਬਲ ਕੇ ਕਦੋਂ ਪਾਉਂਦੇ ਆ, ਇਹ ਸਿੱਧਾ ਕਦੋਂ ਨਹੀਂ ਪਾਉਂਦੇ ਨਾ, ਉਹੀ ਨਹੀਂ ਸਮਝ ਆਉਂਦੀ। ਫਿਰ ਗਿਣੀ ਜਾਣਾ, ਅੱਛਾ 1 ਗੇੜਾ ਲੱਗੂਗਾ, 2 ਗੇੜੇ ਲੱਗਣਗੇ ਕਿ 3 ਲੱਗਣਗੇ। ਬੜੀ ਅਜੀਬ ਸਥਿਤੀ ਹੁੰਦੀ ਸੀ। ਬਿਲਕੁਲ। ਹੁਣ ਬੈਨੀਪਾਲ ਸਾਹਿਬ ਦੇਖੋ, ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਅਗਲੇ ਨੇ ਕਹਿਣਾ ਟਰੈਕਟਰ ਲੈ ਆਇਆ, ਕੋਈ ਗੱਲ ਨਹੀਂ, ਸਮਾਨ ਜਿਹੜਾ ਸਾਡੇ ਲਈ ਭਾਵੇਂ ਲਈ, ਉਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਕਿਉਂਕਿ ਕਈ ਵਾਰੀ ਟਰੈਕਟਰ ਦਾ ਮੁੱਲ ਉਹਨਾਂ ਨਹੀਂ ਹੁੰਦਾ, ਤਵੀਆਂ ਵੀ ਲੈਣੀਆਂ, ਹਲ ਵੀ ਲੈਣੇ ਆ, ਟਿਲਰ ਵੀ ਕਹਿ ਦਿੰਦੇ ਆ। ਇਹਦੇ ਤੋਂ ਇਲਾਵਾ ਟਰਾਲੀ ਛੋਟੀ ਵੱਡੀ ਦਾ ਵੀ ਰੌਲਾ ਪੈਣਾ, ਉਹਦੇ ਨਾਲ ਫਿਰ ਸੁਹਾਗਾ ਵੀ ਚਾਹੀਦਾ, ਆਪਾਂ ਨੂੰ ਕਈ ਵਾਰੀ ਕਰਾਹ ਵੀ ਚਾਹੀਦਾ, ਕਿਉਂਕਿ ਜ਼ਮੀਨਾਂ ਤਾਂ ਹੁਣ ਪੱਧਰੀਆਂ ਹੋਈਆਂ, ਸਾਰਾ ਸਮਾਨ ਉੱਚਾ ਨੀਵਾਂ ਹੀ ਹੁੰਦਾ ਸੀ ਉਦੋਂ। ਫਿਰ ਇਹ ਵੀ ਗੱਲ ਹੈ ਕਿ ਟਰੈਕਟਰ ਲੈ ਲਿਆ ਤਾਂ ਇੰਨੇ ਨੋਟ ਨਹੀਂ ਦੇਣੇ, ਇੰਨੇ ਤੇਲ ਵੀ ਪੀਣਾ, ਇੰਨੇ ਰਿਪੇਅਰ ਵੀ ਮੰਗਣੀ ਆ, ਹੋਰ ਵੀ ਚੀਜ਼ਾਂ। ਖਾਸ ਤੌਰ ਤੇ ਜਦੋਂ ਬੰਦਾ ਪਹਿਲਾ ਟਰੈਕਟਰ ਲੈਂਦਾ, ਸੈਕੰਡ ਹੈਂਡ ਲੈਂਦਾ, ਤੇ ਜਦੋਂ ਸੈਕੰਡ ਹੈਂਡ ਲੈਂਦਾ ਤਾਂ ਅਗਲਾ ਰਿਪੇਅਰ ਕੱਢਦਾ ਹੀ ਕੱਢਦਾ, ਕਿਉਂਕਿ ਜਿੰਨੇ ਵੇਚਿਆ ਹੁੰਦਾ ਕਿਸੇ ਗੱਲ ਨਹੀਂ ਵੇਚਿਆ ਹੁੰਦਾ ਨਾ। ਹੁਣ ਉਦੋਂ ਵੀ ਕਈ ਵਾਰੀ ਤੰਗੀਆਂ ਤੁੰਗੀਆਂ ਆ ਜਾਂਦੀਆਂ ਸੀ। ਹੁਣ ਬੈਨੀਪਾਲ ਸਾਹਿਬ ਇੱਥੇ ਇੱਕ ਗੱਲ ਹੋਰ ਦੇਖੋ, ਬਹੁਤ ਸਾਰੇ ਲੋਕਾਂ ਤੋਂ ਟਰੈਕਟਰ ਲੈ ਹੀ ਨਹੀਂ ਹੁੰਦਾ। ਜਿਹੜਾ ਬੰਦਾ ਤਾਂ ਮਿੱਠ ਬੋਲੜਾ ਹੁੰਦਾ, ਜਿਹਦੀ ਤਾਂ ਪਿੰਡ ਦੇ ਵਿੱਚ ਬਣੀ ਹੁੰਦੀ ਹੈ, ਜਿਹਦਾ ਪਤਾ ਹੁੰਦਾ ਕਿ ਭਾਈ ਇਹ ਬੰਦਾ ਸ਼ਰਾਰਤੀ ਨਹੀਂ ਹੈਗਾ, ਜਿਹਦਾ ਪਤਾ ਹੁੰਦਾ ਕਿ ਇਹ ਟਰੈਕਟਰ ਲੈ ਕੇ ਜਾਊ ਤਾਂ ਸਿੱਧਾ ਵਰਕਸ਼ਾਪ ਲੈ ਕੇ ਜਾਊ, ਕਾਲਜ ਮੋਰੇ ਨਹੀਂ ਖੜਾਊ, ਉਹਨੂੰ ਦਾ ਲੋਕ ਯਾਰ ਕਿਹੜੀ ਗੱਲ ਹੈ। ਉਹ ਨਹੀਂ, ਮੈਂ ਤਾਂ ਵੈਸੇ ਮੈਂ ਤੁਹਾਡਾ ਨਾਂ ਲਿਆ, ਨਹੀਂ ਮੈਂ ਖੈਰ ਮੰਨ ਲਓ ਮੂਲ ਤਾਂ 100 ਸੀ। ਹੁਣ ਹੋਇਆ ਕੀ ਹੈ ਬੈਨੀਪਾਲ ਸਾਹਿਬ, ਕਿ ਜਿਹੜਾ ਬੰਦਾ ਤਾਂ ਠੀਕ ਹੈ, ਉਹਨੂੰ ਅਗਲੇ ਨੇ ਜੇ ਕਹਿਣਾ ਨਾ ਕਿ ਭਾਈ ਤਾਇਆ ਵੀ ਸਾਡਾ ਖੇਤ ਵਾਹੁਣ ਵਾਲਾ, ਜੇ ਦੇਖਿਓ ਕਿਤੇ ਮੜ ਜਾ ਤੇਲ ਤੂਲ ਪਵਾ ਦਾਂਗੇ, ਉਹਨੇ ਕਹਿਣਾ ਕੋਈ ਗੱਲ ਨਹੀਂ, ਮੇਰੇ ਕੋਲ ਵੇਲ ਹੈ ਨਹੀਂ, ਮੈਨੂੰ ਪਤਾ ਤੂੰ ਠੀਕ ਹੀ ਚਲਾਉਣਾ, ਇਹਨਾਂ ਚੀਜ਼ਾਂ ਦਾ ਖਿਆਲ ਰੱਖੀ, ਟਰੈਕਟਰ ਲੈ ਜਾ। ਤੇ ਉਹਨਾਂ ਨੇ ਕਈ ਵਾਰੀ ਇਹ ਵੀ ਕਹਿਣਾ ਸਾਡੇ ਵੀ ਖੇਤ ਅੱਜ ਵਾਹੁਣ ਵਾਲੇ, ਅਸੀਂ ਕਿਤੇ ਜਾਣਾ, ਚੱਲ ਤੂੰ ਸਾਡੇ ਵੀ ਵਾਹ ਦੇ। ਜਾਣੀ ਇਹ ਭਾਈਚਾਰਾ ਆਮ ਚੱਲਦਾ ਸੀ, ਪਰ ਹੁਣ ਉਹ ਚੀਜ਼ਾਂ ਭੋਰਾ ਕਿ ਘਟ ਗਈਆਂ। ਚਲੋ ਉਦੋਂ ਤਾਂ ਕੋਆਪਰੇਟਿਵ ਸੁਸਾਇਟੀਆਂ ਵੀ ਨਹੀਂ ਸੀ ਬਹੁਤੀਆਂ ਹੁੰਦੀਆਂ, ਅੱਜ ਤਾਂ ਉੱਥੇ ਵੀ ਟਰੈਕਟਰ ਆਉਣ ਲੱਗ ਪਏ ਆ। ਤੇ ਬੈਨੀਪਾਲ ਸਾਹਿਬ ਇੱਕ ਗੱਲ ਜ਼ਰੂਰ ਹੈ, ਇਹ ਗੱਲ ਅੱਜ ਦੇ ਸਮੇਂ ਦਾ ਸੱਚ ਹੈ ਕਿ ਜੇ ਅੱਜ ਵੀ ਪੰਜਾਬ ਦੇ ਵਿੱਚ ਕਹਿਣਾ ਤਾਂ ਲੋਕਾਂ ਨੇ ਇਹੀ ਹੈ ਕਿ ਭਾਈ ਇੱਥੇ ਬੈਠ ਕੇ ਗੱਲਾਂ ਕਰਦੇ ਆ, ਖੇਤੀ ਇਦਾਂ ਸੰਭਵ ਨਹੀਂ, ਪਰ ਕੋਆਪਰੇਟਿਵ ਖੇਤੀ ਤੋਂ ਬਿਨਾਂ ਹੱਲ ਕੋਈ ਨਹੀਂ। ਤੁਸੀਂ ਇੱਕ ਦਿਨ ਅੱਗੇ ਵੀ ਜ਼ਿਕਰ ਕੀਤਾ ਸੀ ਤੁਹਾਡੇ ਪਿੰਡਾਂ ਦੇ ਨੇੜੇ ਕੁਝ ਉਹ ਲਾਂਬੜਾ ਜਿਹੜੀ ਹੈਗੀ ਆ, ਹੁਣ ਉਹ ਲਾਂਬੜਾ ਕਾਂਗੜੀ ਵਾਲੀ ਜਿਹੜੀ ਸੁਸਾਇਟੀ ਆ, ਉੱਥੇ ਕੰਮ ਚੱਲਦਾ।
ਹੁਣ ਆਪਣੇ ਕੋਲੇ ਦੇਖੋ ਗੱਲ ਇਹ ਹੈ ਕਿ 3-3 ਖੇਤ ਨੇ ਸਾਡੇ ਕੋਲ, ਖਾਸ ਤੌਰ ਤੇ ਦੁਆਬੇ ਮਾਝੇ 'ਚ, ਮਾਲਵੇ 'ਚ ਅਜੇ ਵੀ ਕਿਤੇ ਜ਼ਮੀਨਾਂ ਵੱਧ ਨੇ, ਪਰ ਪਹਿਲਾਂ ਜਿੰਨੀਆਂ ਉਹਨਾਂ ਕੋਲ ਵੀ ਹੈ ਨਹੀਂ। ਦੇਖੋ ਘਟਣੀ ਨੇ, ਜੇ ਘਰ 'ਚ 2 ਬੱਚੇ ਨੇ 3 ਬੱਚੇ ਨੇ, ਆਖਰਕਾਰ ਉਹ ਵੰਡੀਆਂ ਜਾਂਦੀਆਂ ਨੇ। ਹੁਣ ਬੈਨੀਪਾਲ ਸਾਹਿਬ ਜੇ ਪਿੰਡ ਦੇ ਵਿੱਚ 500 ਏਕੜ ਜ਼ਮੀਨ ਆ ਜਾਂ 1000 ਏਕੜ ਜ਼ਮੀਨ ਹੈ, ਜੇ ਹਰ ਇੱਕ ਬੰਦਾ ਇਹ ਸੋਚਦਾ ਕਿ ਭਾਈ ਮੈਂ ਟਰੈਕਟਰ ਲੈਣਾ ਤੇ ਟਰੈਕਟਰ ਮੁੜ ਕੇ ਖੜਾ ਰਹਿਣਾ, ਇਸ ਕਰਕੇ ਜੇ ਥੋੜਾ ਜਿਹਾ ਸੋਚ ਵਿਚਾਰ ਕੇ ਚੱਲਾਂਗੇ ਤਾਂ ਕੰਮ ਠੀਕ ਹੋ ਜਾਊਗਾ। ਬਾਕੀ ਤੁਸੀਂ ਇਹ ਵੀ ਦੱਸ ਦਿਓ ਕਿ ਭਾਈ ਆਪੋ ਆਪਣੇ ਪਿੰਡਾਂ ਦੇ ਵਿੱਚ ਨਾ ਕਿਸੇ ਦਾ ਲੈਣ ਦੀ ਲੋੜ ਨਹੀਂ, ਕਿ ਕਿਹਨਾਂ ਨੇ ਟਰੈਕਟਰ ਕੰਮ ਕਰ ਲਈ ਲਿਆ, ਕਿੰਨੇ ਕੁ ਟਰੈਕਟਰ ਪਿੰਡ 'ਚ ਇਦਾਂ ਦੇ ਨੇ ਜਿਹੜੇ ਗਲ ਦੇ ਵਿੱਚ ਗੂਠਾ ਦੇ ਕੇ ਲੈ ਗਏ ਆ, ਤੇ ਕਿੰਨੇ ਕੁ ਟਰੈਕਟਰ ਇਦਾਂ ਦੇ ਨੇ ਜਿਨ੍ਹਾਂ ਦੇ ਉੱਤੇ ਬੇਲੋੜਾ ਖਰਚਾ ਕੀਤਾ ਗਿਆ। ਹਾਲਾਂਕਿ ਮੈਂ ਫੇਰ ਕਹਿੰਦਾ ਕਿ ਬਹੁਤੇ ਲੋਕ ਇਹਦੀ ਯੋਗ ਵਰਤੋਂ ਕਰਦੇ ਆ। ਤੁਸੀਂ ਬੇਲੋੜੇ ਖਰਚੇ ਦੀ ਗੱਲ ਕੀਤੀ, ਤੁਸੀਂ ਜ਼ਮੀਨ ਘਟਣ ਦੀ ਗੱਲ ਕੀਤੀ। ਬਾਠ ਸਾਹਿਬ ਇਹ ਸੱਚਾਈ ਹੈ, ਕੋਈ ਇਹਨੂੰ ਮੰਨੇ ਨਾ ਮੰਨੇ, ਪਰ ਸਾਨੂੰ ਇਹ ਤਸਲੀਮ ਕਰਨੀ ਪੈਣੀ ਹੈ ਜੀ। ਮੰਨ ਲਓ ਵੀ ਅਸੀਂ 2 ਭਰਾ ਏ ਜਾਂ ਅਸੀਂ 4 ਭਰਾ ਏ, ਸਾਡਾ ਪਹਿਲਾਂ ਵੀ 5911 ਨਾਲ ਸਰਦਾ ਸੀ, ਜਾਂ ਸਾਡਾ ਫੋਰਡ ਨਾਲ ਸਰਦਾ ਸੀ, ਜਾਂ ਜਿਹੜਾ ਸਾਡੇ ਕੋਲ ਟਰੈਕਟਰ ਹੈ। ਪਰ ਜਦੋਂ ਉਹਨਾਂ ਦੇ ਵਿੱਚੋਂ ਕਈ ਵਾਰੀ ਕਹਿੰਦੇ ਨੇ 2 ਵੱਡੇ ਵੱਖਰੇ ਹੋ ਗਏ, 2 ਵੱਖਰੇ ਹੋ ਗਏ, ਕਈ ਵਾਰੀ ਤਾਂ ਉਹ ਖੇਤੀ ਸਾਂਝੀ ਰੱਖ ਲੈਂਦੇ ਆ, ਪਰ ਜਦੋਂ ਚੁੱਲ੍ਹੇ ਸਾਂਝੇ ਹੋ ਗਏ ਕਈ ਵਾਰੀ ਬਹੁਤੀ ਦੇਰ ਖੇਤੀ ਵੀ ਨਹੀਂ ਚੱਲਦੀ, ਜਦੋਂ ਅੱਡ ਹੋ ਗਏ ਜੀ। ਜਦੋਂ ਖੇਤੀ ਅਲੱਗ ਕਰਦੇ ਨੇ, ਉਹ ਇੱਕ ਟਰੈਕਟਰ ਜਿਹੜਾ ਸਾਰੀ ਜ਼ਮੀਨ ਵਾਹੁੰਦਾ ਸੀ, ਫਿਰ 4 ਆਉਂਦੇ ਵੀ ਉਹਦੇ ਨਾਲ ਦੇ ਹੀ ਹੈ ਜੀ। ਹੁਣ ਇਹ ਤਾਂ ਗੱਲ ਸਾਨੂੰ ਮੰਨਣੀ ਪਊ ਕਿ ਕਿਤੇ ਨਾ ਕਿਤੇ ਲੋੜ ਤੋਂ ਵੱਧ ਮਸ਼ੀਨਰੀ ਅਸੀਂ ਲਈ ਹੈ ਜੀ, ਕਰਜ਼ੇ ਚੁੱਕ ਕੇ ਲਈ ਹੈ, ਸੁਖਾਲੇ ਹੋ ਕੇ ਲਈ ਹੈ। ਇਹ ਤਾਂ ਜਿਹਨੇ ਲਈ ਹੈ, ਇਹ ਤਾਂ ਕਹਿੰਦੇ ਜਿਹਨੇ ਸੁੱਥਣ ਸਵਾਈ ਉਹਨੇ ਨਾਲਾ ਪਾਉਣ ਨੂੰ ਰਾਹ ਰੱਖਿਆ, ਉਹਨੂੰ ਪਤਾ ਹੈਗੇ ਚਿੱਟਾ ਹਾਥੀ ਆ, ਹੈ ਚਿੱਟਾ ਹਾਥੀ। ਕਿਉਂਕਿ ਬਹੁਤੇ ਟਰੈਕਟਰ ਘੱਟੋ ਘੱਟ ਮੈਂ ਮਹਿਸੂਸ ਕਰਦਾ, ਜੇਕਰ ਤੁਹਾਡੇ ਵਰਗਾ ਟਰੈਕਟਰ ਲਿਆਉਣਾ ਜਾਂ ਇਹੋ ਜਿਹਾ ਟਰੈਕਟਰ ਲਿਆਉਣਾ, 50 ਕਿੱਲੇ ਚਾਹੀਦੇ ਆ ਜੀ। ਹੁਣ ਜੇ ਤੁਹਾਡੇ ਕੋਲੇ 50 ਕਿੱਲੇ ਨਹੀਂ, ਤੇ ਇਹਦਾ ਮਤਲਬ ਜੇ ਇਹ ਇੱਕ ਟਰੈਕਟਰ 50 ਕਿੱਲਿਆਂ ਦੀ ਖੇਤੀ ਨੂੰ ਸਾਂਭ ਸਕਦਾ, ਤੇ 5 ਏਕੜ ਵਾਲਾ ਵੀ ਉਹੀ ਲਈ ਫਿਰਦਾ। ਇੱਕ ਹੋਰ ਬੜੀ ਭੈੜੀ ਬਿਮਾਰੀ ਹੈ, ਉਹ ਇਹ ਹੈ ਕਿ ਗੁਆਂਢੀ ਨੇ ਲਿਆਂਦਾ ਫੋਰਡ ਦਾ ਵੱਜਦਾ ਫਰਾਟਾ, ਜਾਂ ਉਹਨੇ ਲਿਆਂਦਾ 5911, ਉਹ ਕਹਿੰਦਾ ਨਾ ਹੱਥਣ ਸਵੇਰ ਜਦੋਂ ਆਉਂਦਾ ਹੈ ਨਾ, ਇਹ ਖੇਤੀ ਵਾਹ ਕੇ ਜਾਂ ਖੇਤ ਨੂੰ ਜਾਂਦਾ, ਸਾਲਾ ਫਰਾਟੇ 'ਚ ਬਹੁਤ ਮਰਾਉਂਦਾ। ਮੈਂ ਨਹੀਂ ਇਹ ਪੌਂ ਕਰਾਉਂਦਾ ਜਾਂਦਾ, ਪੌਂ ਕਰਾਉਂਦਾ, ਇਹ ਕੰਮ ਨਹੀਂ ਹੋਣ ਦੇਣਾ ਜੀ। ਜਾਂ ਉਹਨੇ ਲਿਖਿਆ ਸਾੜਨਾ ਰੀਸ ਕਰ, ਕੁਛ ਵੀ ਲਿਖਿਆ। ਜਾਂ ਕਈ ਵਾਰੀ ਇਸ ਕਰਕੇ ਲਿਆਉਂਦਾ, ਕਈ ਵਾਰੀ ਜਿਹੜਾ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ, ਉਹ ਕਹਿ ਦਿੰਦਾ ਯਾਰ ਬਈ ਤੂੰ ਟਰਾਲੀ ਸਾਡੀ ਲੈ ਜੀ। ਕਿਉਂਕਿ ਜਦੋਂ ਕੋਈ ਵੀ ਟਰੈਕਟਰ ਨਵਾਂ ਆਉਂਦਾ, ਉਹ ਤਵੀਆਂ ਤੇ ਹਲ ਤਾਂ ਲਗਭਗ ਸਾਰੇ ਲੋਕ ਲੈ ਲੈਂਦੇ, ਸੁਹਾਗਾ ਵੀ ਲੈ ਲੈਂਦੇ। ਕਈ ਚੀਜ਼ਾਂ ਨੇ ਜਿਹੜੀਆਂ ਲਗਭਗ ਬਹੁਤ ਸਾਰੇ ਲੋਕ ਨਾ ਤਾਂ ਕਰਾ ਛੇਤੀ ਲੈਂਦੇ ਜੀ। ਜਿਹੜੀ ਡਰਿੱਲ ਹੈ, ਕਣਕ ਬੀਜਣ ਵਾਲੀ ਮਸ਼ੀਨ, ਲਗਭਗ ਬਹੁਤੇ ਪਰਿਵਾਰ ਉਹ ਨਾ ਲਿਆਉਂਦੇ। ਕਈ ਲੋਕ ਟਰਾਲੀ ਮਹਿੰਗਾ ਪਸੰਦ ਹੈ ਜਾਂ ਉਹ ਨਾ ਲਿਆਉਂਦੇ। ਹੁਣ ਤਾਂ ਰੂਪਰ ਬਹੁਤ ਕੁਝ ਬਣਨ ਲੱਗ ਗਿਆ। ਉਹਦੇ ਵਿੱਚੋਂ ਕਈ ਵਾਰੀ ਤਾਂ ਕਈ ਲੋਕਾਂ ਨੇ ਤਾਂ ਕਹਿਣਾ ਵੀ ਠੀਕ ਹੈ ਲੈ ਜਾ ਜੀ, ਪਰ ਕਈ ਵਾਰੀ ਜਦੋਂ ਤੁਹਾਡੇ ਵਰਗੇ ਸ਼ੋਰ ਥੋੜੇ ਜਿਹੇ ਜਵਾਨ ਹੋਣੇ, ਉਹਨਾਂ ਨੇ ਕਹਿਣਾ ਬਾਪੂ ਟਰਾਲੀ ਨੂੰ ਰੰਗ ਕਰਾ ਲਿਆਈਏ, ਆ ਦੇਖ ਲੈ ਜੰਗ ਲੱਗਣ ਲੱਗ ਗਈ, ਇਹ ਜਰ ਲੱਗ ਗਈ, ਇਹਨੇ ਗਲ ਜਾਣਾ, ਇਹ 'ਚ ਗਲੀਆਂ ਨਿਕਲ ਜਾਣੀਆਂ ਨੇ, ਫਿਰ ਵਿਕਣੀ ਵੀ ਨਹੀਂ ਚੱਜ ਨਾਲ। ਉਹਨੇ ਕਹਿਣਾ ਕੋਈ ਨਾ ਪੁੱਤ ਕਰਾ ਲਿਆ, ਫਿਰ ਉਹਨਾਂ ਨਾਲ ਤਾਂ ਰੰਗ ਕਰਾ ਕੇ ਲਿਆਉਣਾ, ਨਾਲੇ ਉੱਤੇ ਲਿਖ ਦੇਣਾ ਨਿੱਤ ਮੰਗ ਵੀ ਨਹੀਂ ਮਿਲਣੀ ਜੀ, ਆਪਣੀ ਬਣਾ ਲੈ ਮਿੱਤਰਾ। ਹੁਣ ਇਹ ਨਹੀਂ ਪਤਾ ਹੁੰਦਾ ਸੀ ਕਿਹੜਾ ਮੰਗਣ ਆਉਂਦਾ ਉਹਦੇ ਵਾਸਤੇ ਲਿਖਿਆ ਜਾਂ ਸ਼ੌਂਕ ਨੂੰ ਲਿਖਿਆ। ਬਿਲਕੁਲ ਬੈਨੀਪਾਲ ਸਾਹਿਬ, ਇਹ ਗੱਲਾਂ ਦੇਖੋ ਹੋ ਜਾਂਦੀਆਂ, ਪਰ ਸਾਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਕਿ ਮੰਗਣ ਵਾਲੇ ਦੀ ਮਜਬੂਰੀ ਕੀ ਹੈ। ਬਿਲਕੁਲ, ਹੁਣ ਬਹੁਤੇ ਲੋਕ ਮਜਬੂਰੀ 'ਚ ਹੁੰਦੇ ਆ, ਕਈ ਉੱਦਾਂ ਵੀ ਹੁੰਦੇ ਆ। ਦੂਸਰੀ ਗੱਲ ਇਹ ਹੈ ਕਿ ਹੱਥ ਨੂੰ ਹੱਥ ਆ। ਹੁਣ ਬੈਨੀਪਾਲ ਸਾਹਿਬ, ਅਸੀਂ ਇੱਕ ਬੰਦੇ ਤੋਂ ਤਾਂ ਚੀਜ਼ ਮੰਗ ਲਿਆਏ ਆ, ਅਸੀਂ ਉਮੀਦ ਕਰਦੇ ਹਾਂ ਕਿ ਭਾਈ ਅਗਲਾ ਸਾਨੂੰ ਟਰਾਲੀ ਦੇ ਦੇਵੇ ਤਾਂ ਆਪਣਾ ਕਰਾਹ ਦੇਣ ਲੱਗੇ ਅਸੀਂ ਮੀਨ ਵੇਖ 20 ਵਾਰੀ ਕੱਢੀਏ। ਇਹ ਵੀ ਗੱਲ ਹੈ ਕਿ ਜਦੋਂ ਕਿਸੇ ਤੋਂ ਚੀਜ਼ ਮੰਗ ਵੀ ਲੈ ਕੇ ਜਾਣੀ, ਕਈ ਤਾਂ ਇਦਾਂ ਦੇ ਹੁੰਦੇ, ਅਸੀਂ ਟਰਾਲੀ ਲੈ ਜਾਣੀ, ਭਾਵੇਂ ਢੇਰ ਪਾਇਆ, ਭਾਵੇਂ ਕੁਛ ਹੋਰ ਕੀਤਾ, ਧੋ ਬਣਾ ਕੇ ਦੇ ਕੇ ਜਾਣੀ। ਕਈ ਮੇਰੇ ਵਰਗੇ ਨੇ ਕਹਿਣਾ ਚੱਲ ਟਰਾਲੀ ਹੈ ਇੱਥੇ ਹੌਲੀ ਦੇਣੀ ਖੜੀ ਕਰਿਓ, ਅਗਲਾ ਬਾਅਦ 'ਚ ਦੇਖੀ ਜਾਵੇ, 20 ਵਾਰੀ ਦੇਖੀ ਜਾਵੇ, ਤੇ ਅਗਲੇ ਨੂੰ ਜਦੋਂ ਧੋਣੀ ਪੈਂਦੀ ਆ, ਵਿੱਚ ਝਾੜੂ ਫੇਰਨਾ ਪੈਂਦਾ ਜਾਂ ਪਾਣੀ ਨਾਲ ਧੋਣੀ ਪੈਂਦੀ ਹੈ, ਉਹ ਫਿਰ ਅਗਲੀ ਵਾਰੀ ਕਹਿੰਦਾ ਕੋਈ ਗੱਲ ਨਹੀਂ, ਐਤਕੀ ਤਾਂ ਜੋ ਕੁਛ ਹੋਣਾ ਸੀ ਅਗਲੀ ਵਾਰੀ ਦੇਖਾਂਗੇ। ਹੁਣ ਬੈਨੀਪਾਲ ਸਾਹਿਬ, ਜਿਹੜਾ ਟਰੈਕਟਰਾਂ ਦਾ ਮਸਲਾ ਨਾ ਜੀ, ਇਹਦੇ ਵਿੱਚ ਇੱਕ ਗੱਲ ਹੈ ਕਿ ਕੋਈ ਬੰਦਾ ਇਹ ਨਾ ਸੋਚੇ ਕਿ ਭਾਈ ਅਸੀਂ ਮੁਸੀਬਤ ਨਹੀਂ ਸਮਝਦੇ। ਇਹ ਗੱਲ ਹੈਗੀ ਹੈ ਕਿ ਜਦੋਂ ਦੀਆਂ ਕੰਬਾਈਨਾਂ ਆਈਆਂ, ਕਣਕ ਇੱਕੋ ਦਮ ਵੱਢ ਹੁੰਦੀ ਹੈ। ਜਦੋਂ ਦੀਆਂ ਕੰਬਾਈਨਾਂ ਆਈਆਂ, ਝੋਨਾ ਇੱਕੋ ਦਮ ਵੱਢ ਹੁੰਦਾ। ਉਸ ਵੇਲੇ ਸਾਰਿਆਂ ਨੂੰ ਕਾਹਲੀ ਹੁੰਦੀ ਹੈ ਕਿ ਭਾਈ ਮੇਰਾ ਝੋਨਾ ਵੱਢ ਹੋ ਜਾਵੇ, ਮੇਰੀ ਕਣਕ ਵੱਢ ਹੋ ਜਾਵੇ, ਟਰਾਲੀ 'ਚ ਪਵੇ ਤਾਂ ਮੈਂ ਹੁਣੇ ਮੰਡੀ ਲੈ ਜਾ, ਇਹਦੇ ਤੋਂ ਪਹਿਲਾਂ ਕਿ ਮੀਂਹ ਆ ਜਾਵੇ। ਬਾਅਦ ਵਿੱਚ ਕਾਹਲ ਹੁੰਦੀ ਹੈ ਕਿ ਫਸਲਾਂ ਮੈਂ 3 ਲੈਣੀਆਂ, ਆਉਂਦੇ ਹੀ ਖੇਤ ਵਾਲਾਂ, ਤੇ ਉਸ ਵੇਲੇ ਬੰਦਾ ਕਹਿੰਦਾ ਕਿ ਤੁਹਾਨੂੰ ਕੀ ਪਤਾ, ਹੋ ਸਕਦਾ ਕੋਈ ਟਿੱਪਣੀ ਆਵੇ। ਉਸ ਵੇਲੇ ਕੋਈ ਨਹੀਂ ਮੰਗ ਵੀ ਦਿੰਦਾ, ਬਾਅਦ 'ਚ ਭਾਵੇਂ ਟਰੈਕਟਰ ਖੜਾ ਰਹੇ, ਜਦੋਂ ਲੋੜ ਹੁੰਦੀ ਆ ਉਦੋਂ ਨਹੀਂ ਹੁੰਦੀ, ਇਸ ਕਰਕੇ ਮਜਬੂਰੀ 'ਚ ਲੈਣੇ ਪੈਂਦੇ ਆ। ਗੱਲ ਬਿਲਕੁਲ ਠੀਕ ਆ, ਪਰ ਸਾਨੂੰ ਵਿਚਾਲੇ ਦਾ ਰਾਹ ਕੋਈ ਕੱਢਣਾ ਪਊਗਾ। ਜੇ ਤਾਂ ਰਲ ਮਿਲ ਕੇ ਚੱਲਾਂਗੇ ਤਾਂ ਕੰਮ ਠੀਕ ਹੋ ਜੂ। ਹੁਣ ਬੈਨੀਪਾਲ ਸਾਹਿਬ, ਉਹਦੇ ਤੋਂ ਅਗਲਾ ਮਸਲਾ ਜਿਹੜਾ ਜੀ, ਉਹ ਇਹ ਹੈ, ਰਿਸ਼ਤੇਦਾਰੀਆਂ ਨੂੰ ਬੜਾ ਫਾਇਦਾ ਹੁੰਦਾ ਸੀ। ਮੰਨ ਲਓ ਕਿ ਇੱਕ ਰਿਸ਼ਤੇਦਾਰ ਨੇ ਟਰੈਕਟਰ ਲੈ ਆਂਦਾ, ਉਹ ਰਿਸ਼ਤੇਦਾਰਾਂ ਨੇ, ਕਿਸੇ ਨੇ ਮੰਨ ਲਓ ਕੁੜੀ ਕਿਤੇ ਵਿਆਹੀ ਹੈ, ਉਹਨਾਂ ਨੇ ਭਰਾਵਾਂ ਨੇ ਦੇਖਣਾ ਕਿ ਭਾਈ ਕੋਈ ਗੱਲ ਨਹੀਂ, ਪ੍ਰਾਹੁਣੇ ਨੇ ਕਣਕ ਵੱਢ ਲਈ ਹੈ, ਇਹਨੇ ਹੁਣ ਖੇਤ ਵਾਹੁਣੇ ਆ, ਉਹਨਾਂ ਨੇ ਪੁੱਛਣਾ ਥੋੜੀ ਆ, ਇੰਨਾ ਕੁ ਸੁਨੇਹਾ ਜਦੋਂ ਪਹੁੰਚ ਜਾਣਾ ਉਹਨਾਂ ਦੇ ਕੋਲੇ ਕਿ ਕਣਕ ਵੱਢ ਲਈ ਹੈ, ਨਾਲੇ ਫੋਨ ਨਹੀਂ ਸੀ ਹੁੰਦੇ, ਉਹਨਾਂ ਨੇ ਅੰਦਾਜ਼ੇ ਜਾਂ ਨਾ ਆਪੇ ਹੀ ਆ ਜਾਣਾ ਟਰੈਕਟਰ ਲੈ ਕੇ, ਨਾਲੇ 4 ਦਿਨ ਰਹਿ ਕੇ ਜਾਣਾ, ਨਾਲੇ ਅਗਲੀ ਫਸਲ ਦੇ ਲਈ ਖੇਤ ਤਿਆਰ ਕਰਕੇ ਜਾਣੇ, ਸੁਹਾਗਾ ਫੇਰ ਕੇ ਜਾਣਾ, ਕਰਾਹ ਫੇਰ ਕੇ ਜਾਣਾ, ਆਪਣੀ ਕਈ ਵਾਰੀ ਫੇਰ ਵਾਹੁਣੀ। ਇਹ ਵੀ ਹੁੰਦਾ ਸੀ ਕਿ ਜੇ ਕੋਈ ਰਿਸ਼ਤੇਦਾਰ ਕਮਜ਼ੋਰ ਹੈ, ਆਰਥਿਕ ਤੌਰ ਤੇ ਪਤਾ ਹੈ ਕਿ ਉਹਦੀ ਸਥਿਤੀ ਠੀਕ ਨਹੀਂ,
ਕਈ ਵਾਰੀ ਉਹਦੇ ਕੋਲੇ ਮਾੜਾ ਛੋਟਾ ਟਰੈਕਟਰ ਹੁੰਦਾ ਸੀ, ਪਤਾ ਸੀ ਖੇਤ ਇਸ ਛੋਟੇ ਟਰੈਕਟਰ ਤੋਂ ਪੱਧਰਾ ਨਹੀਂ ਹੋਣਾ, ਉਹ ਕਹਿਣਾ ਕੋਈ ਗੱਲ ਨਹੀਂ ਅਜੇ 2 ਦਿਨ ਰੁਕ ਲਾ, ਮੇਰਾ ਕੰਮ ਹੋ ਚਲਿਆ, ਮੈਂ ਤਵੀਆਂ ਲਿਆ ਕੇ ਐਨ ਪੱਟ ਦੂੰ ਇੱਕ ਵਾਰੀ ਤੁਹਾਡਾ ਖੇਤ। ਉਦੋਂ ਭਾਈਚਾਰਾ ਕਿਤੇ ਨਾ ਕਿਤੇ ਚੱਲਦਾ ਸੀ। ਇੱਕ ਗੱਲ ਤੁਸੀਂ ਭੁੱਲ ਗਏ ਜੀ, ਜੇ ਕਿਸੇ ਨੇ ਘਰ ਬਣਾਉਣਾ ਹੋਣਾ ਫੇਰ ਕਹਣਾ ਆ ਜਾਓ ਵੀ ਮਿੱਟੀ ਲੈਣ ਚੱਲਦੇ ਆ, 4-4 ਟਰੈਕਟਰ ਟਰਾਲੀਆਂ ਇਕੱਠੇ ਹੋ ਕੇ ਜਾਣਾ, ਟਰਾਲੀਆਂ ਇੱਟਾਂ ਨੂੰ ਵੀ ਇਦਾਂ ਜਾਂਦੀਆਂ, ਇੱਟਾਂ ਨੂੰ ਵੀ ਇਦਾਂ ਜਾਂਦੀਆਂ, ਅੱਧਾ ਪਿੰਡ ਨਾਲ ਇਕੱਠਾ ਹੋ ਕੇ ਜਾਣਾ। ਤੇ ਘਰਦਿਆਂ ਦੀ ਜ਼ਿੰਮੇਵਾਰੀ ਇੱਕੋ ਹੀ ਹੁੰਦੀ ਸੀ, ਜਾਂ ਤਾਂ ਕੜਾਹ ਕਰ ਲਓ ਜਾਂ ਖੀਰ ਕਰ ਲਓ, ਜਾਂ ਕੋਈ ਬਹੁਤਾ ਵਧੀਆ ਹੋਣਾ ਤਾਂ ਖੀਰ 'ਚ 4 ਬਦਾਮ ਪਾ ਲਓ। ਬਾਠ ਸਾਹਿਬ ਕਈ ਗੱਲਾਂ ਨੇ, ਆਹਾ ਕਈ ਵਾਰੀ ਜਿਵੇਂ ਮੰਗਵੇਂ ਸੰਦ ਲੈ ਜਾਣੇ, ਖਾਸ ਕਰਕੇ ਟਰੈਕਟਰ ਲੈ ਜਾਣਾ ਜੀ, ਕਈ ਵਾਰੀ ਘਰ ਦਾ ਪਰਿਵਾਰ ਜਾਂ ਲਾਣੇਦਾਰ ਜਾਂ ਮੁੰਡੇ ਤਾਂ ਕੁਛ ਨਹੀਂ ਸੀ ਕਹਿੰਦੇ, ਬੁੜੀਆਂ ਨੇ ਕਹਿਣਾ ਦੇਖਿਆ ਉਹ ਦੇਖ ਧੂੰਆਂ ਨਹੀਂ ਟੁੱਟਣ ਦਿੱਤਾ, ਹਾਂ ਤੁਸੀਂ ਹੁਣ ਇਹ ਭੰਨ ਕੇ ਖੜਾ ਲਿਓ ਇਹਨੂੰ। ਹਾਂ ਇਹਨੇ ਪਿਛਲੀ ਵਾਰੀ ਭੰਨਿਆ ਸੀ ਨਾ, ਨਟ ਲੱਭਦੇ ਫਿਰਦੇ ਸੀ। ਜੇ ਇੰਨਾ ਹੀ ਚੰਗਾ ਹੁੰਦਾ ਆਪਦੇ ਵਾਲਾ ਕਿਉਂ ਵੇਚਿਆ ਨੇ? ਆਪਦੇ ਵਾਲਾ ਵੇਚ ਤਾਂ ਪਤਾ ਹੈ ਮੰਗ ਕੇ ਸਰਜੂ, ਕਿਉਂ ਲਵੇ? ਸੋ ਜਦੋਂ ਨਿੱਕੀਆਂ ਨਿੱਕੀਆਂ ਗੱਲਾਂ ਕਰਨੀਆਂ ਫਿਰ ਕਿਤੇ ਨਾ ਕਿਤੇ ਬੰਦੇ ਦੇ ਵੀ ਇੱਥੇ ਵੱਜਣਗੇ, ਯਾਰ ਇਹਨੇ ਕਿਉਂ ਵੇਚਤਾ, ਪਰ ਇਹ ਨਹੀਂ ਸੋਚਿਆ ਕਿ ਸ਼ਾਇਦ ਉਹਦੀ ਕੋਈ ਮਜਬੂਰੀ ਹੋਣੀ ਆ, ਇਸ ਕਰਕੇ ਵੇਚਤਾ ਹੋਣਾ। ਟਰੈਕਟਰ ਭਾਵੇਂ ਛੋਟਾ ਭਾਵੇਂ ਵੱਡਾ, ਮਸ਼ੀਨਰੀ ਸਾਂਭ ਮੰਗਦੀ ਹੈ, ਇਹ ਤੇਲ ਪਾਣੀ ਚੈੱਕ ਮੰਗਦੀ ਹੈ। ਬਾਹਲੇ ਲੋਕ ਨੇ ਟਰੈਕਟਰ ਲਿਆਉਂਦੇ ਆ ਪਰ ਔਖੇ ਹੋਣ ਸੁਖਾਲੇ ਹੋਣ ਉਹਦੀ ਮੇਨਟੇਨ ਬਹੁਤ ਰੱਖਦੇ ਆ, ਪਰ ਕਈਆਂ ਦੇ ਤੁਸੀਂ ਦੇਖੋ ਟਰੈਕਟਰ ਜਿੱਥੇ ਖੜ ਜਾਣ ਹੇਠੋਂ ਕਾਲਾ ਕਰ ਦਿੰਦੇ ਆ, ਨਾ ਸਮੇਂ ਤੇ ਤੇਲ ਉਹਦਾ ਪੱਕੀ ਬੋਰੀ ਰੱਖੀ ਹੁੰਦੀ ਉਹਨਾਂ ਨੇ ਕਦੇ। ਆਹ ਗੱਲ ਸਹੀ ਕੀਤੀ ਹੈ, ਬਸ ਜਿੱਥੇ ਟਰੈਕਟਰ ਖੜਾ ਹੈ ਨਾ ਬੋਰੀ ਛੱਡ ਦੇਣੀ ਹੈ, ਬੋਰੀ ਛੱਡ ਦੇਣੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹਦੇ ਵਾਸਤੇ ਹੇਠਾਂ ਛੱਤ ਵੀ ਚਾਹੀਦੀ ਹੈ, ਅੰਦਰ ਖੜਨੀਆਂ ਚਾਹੀਦੀਆਂ। ਕੰਮ ਆ ਤਾਂ ਚੇਤਾ, ਹਾਂਜੀ ਕੀਤੇ ਉਹ ਕੰਮ ਆ ਤਾਂ ਚੇਤਾ, ਕਾਲਜਾਂ ਨੂੰ ਥੋੜਾ ਟਰੈਕਟਰ ਲੈ ਕੇ ਖੇਤ ਬਾਹੇ ਆ, ਹਾਲਾਂਕਿ ਮੈਂ ਕਦੇ ਬਾਇਆ ਨਹੀਂ, ਹਾਲਾਂਕਿ ਅਸੀਂ ਦੇਖ ਲਿਆ ਸੀ ਨਾ ਜਦੋਂ ਟਰੈਕਟਰ ਲਿਆਂਦੇ ਨੇ ਕਿੰਨਾ ਟਰੈਕਟਰ ਵਾਇਆ ਤੇ ਕਿੰਨਾ ਕੁ ਚਲਾਇਆ। ਹੁਣ ਕਾਹਨੂੰ ਮੈਂ ਪਤਾ ਨਹੀਂ ਕਿਹੜੀ ਗੱਲੋਂ ਚੁੱਪ ਆ, ਮੈਂ ਆਪਣੀ ਗੱਲ ਆਪ ਥੋੜੀ ਦੱਸੀ ਦੀ ਆ। ਜਦੋਂ ਪਿੱਛੇ ਪਾਉਣਾ ਨਾ ਫਿਰ ਆਪਾਂ ਜਿੰਦਾ ਕਹਿੰਦੇ ਸਾਡੇ ਬੱਟ ਵਾਲੇ ਨੂੰ, ਐਂ ਚਲਾਉਣਾ ਕਿ ਪਿੱਛੇ ਦੇਖਣ ਦੀ ਲੋੜ ਨਹੀਂ ਪੈਂਦੀ, ਬੱਟ ਸਿੱਧੀ ਪੈਣੀ, ਕਈ ਵਾਰੀ ਚੱਕਿਆ ਰਹਿੰਦਾ ਥੱਲੇ ਲਾਉਣਾ ਹੀ ਨਾ। ਦੇਖੋ ਆਪੋ ਆਪਣੀਆਂ ਗੱਲਾਂ ਨੇ। ਕਈ ਵਾਰੀ ਨਾ ਜਿਹੜੇ ਅਣਜਾਣ ਡਰਾਈਵਰ ਹੁੰਦੇ ਸੀ ਨਵੇਂ, ਉਹਨਾਂ ਨੇ ਜਦੋਂ ਸੁਹਾਗਾ ਫੇਰਨਾ ਉਹ ਹੌਲੀ ਦਿਨੇ ਜਾ ਕੇ ਮੋੜ ਤੋਂ ਚੱਕ ਦੇਣਾ। ਉਹਨਾਂ ਨੇ ਕਹਿਣਾ ਯਾਰ ਜਿੰਨੀ ਦੇਰ ਜਾਂ ਟਰੈਕਟਰ ਨਹੀਂ ਸੀ ਜ਼ਮੀਨ ਬੜੀ ਪੱਧਰੀ ਸੀ, ਜਿੱਦਣ ਦਾ ਟਰੈਕਟਰ ਲਿਆਂਦਾ ਹੁਣ ਉਹ ਸਿਰੇ ਵਾਲੇ ਪਾਸੇ ਤਾਂ ਪਾਣੀ ਨਹੀਂ ਚੜਦਾ, ਕਿਉਂਕਿ ਇਹਨੂੰ ਟਰੈਕਟਰ ਨੂੰ ਚਲਾਉਣ ਦਾ, ਜ਼ਮੀਨ ਨੂੰ ਵਾਹੁਣ ਦਾ ਸੁਹਾਗਾ ਪਾਇਆ ਹੋਇਆ ਤਾਂ ਵੱਖਰਾ ਢੰਗ ਹੈ। ਕਈ ਵਾਰੀ ਦੇਖਿਓ ਟਰੈਕਟਰ ਦੀ ਜਾਨ ਕੱਢੀ ਰੱਖਦੇ ਨੂੰ, ਇਹੀ ਨਹੀਂ ਪਤਾ ਜਦੋਂ ਮੋੜਨਾ ਅੰਦਰਲਾ ਬ੍ਰੇਕ ਦੱਬਦਾ ਮੋੜੀ ਜਾਣਗੇ। ਕਿਉਂਕਿ ਜੇ ਟਰੈਕਟਰ ਅਣਜਾਣ ਵਿਅਕਤੀ ਚਲਾਉਂਦਾ ਤਾਂ ਸਮਝੋ ਜੇ ਉਹਨੇ 7 ਸਾਲਾਂ ਬਾਅਦ ਓਵਰਹਾਲ ਉਹਦਾ ਹੋਣਾ ਸੀ ਤਾਂ 25 ਸਾਲ ਹੀ ਉਹਨੇ ਇੰਜਣ ਲੈ ਲੈਣਾ ਜੀ। ਪਰ ਜੇਕਰ ਕੋਈ ਚੰਗਾ ਵਿਅਕਤੀ ਚਲਾਉਂਦਾ, ਤਜਰਬੇਕਾਰ ਚਲਾਉਂਦਾ, ਉਹ ਮਾੜੇ ਟਰੈਕਟਰ ਤੋਂ ਵੀ ਚੰਗੇ ਟਰੈਕਟਰ ਜਿੰਨਾ ਕੰਮ ਲੈ ਲੈਂਦਾ। ਬਿਲਕੁਲ ਬੈਨੀਪਾਲ ਸਾਹਿਬ, ਦੇਖੋ ਟਰੈਕਟਰ ਦੀ ਚਲਾਈ ਦੇ ਉੱਤੇ ਬਹੁਤ ਕੁਝ ਨਿਰਭਰ ਕਰਦਾ। ਹੁਣ 3 ਚੀਜ਼ਾਂ ਮੈਂ ਕਲੀਅਰ ਕਰ ਦਿੰਦਾ ਜੀ। ਇੱਕ ਸੀ ਸੁਹਾਗੇ ਦੇ ਉੱਤੇ ਕਈ ਵਾਰੀ ਅੱਗੇ ਬਿਠਾ ਲੈਂਦੇ ਸੀ ਬੰਦਿਆਂ ਨੂੰ ਕਿ ਭਾਈ ਇਧਰਲੇ ਪਾਸੇ ਮੜ ਜਾ ਭਾਰ ਰੱਖਣਾ, ਇਧਰਲੇ ਪਾਸਿਓਂ ਕੰਮ ਥੋੜਾ ਜਿਹਾ ਔਖਾ। ਉਹ ਕਈ ਵਾਰੀ ਲਾਸਟ ਦੇ ਵਿੱਚ ਜਾ ਕੇ ਜਦੋਂ ਹਲ ਚੱਕਦੇ ਨੇ ਉਹ ਨਾਲ ਹੀ ਚੱਕਿਆ ਜਾਣਾ, ਉਹਨੂੰ ਚੇਤਾ ਹੀ ਭੁੱਲ ਜਾਣਾ ਕਿ ਮਗਰ ਮੈਂ ਕੋਈ ਬੰਦਾ ਚਾੜਿਆ। ਹਾਲਾਂਕਿ ਉਹਦੇ ਉੱਤੇ ਸੁਹਾਗੇ 'ਚ ਵੀ ਫਰਕ ਹੁੰਦਾ ਸੀ। ਦੂਸਰੀ ਗੱਲ ਇੱਕ ਲੱਕੜ ਦਾ ਹੁੰਦਾ ਸੀ, ਇੱਕ ਲੋਹੇ ਦਾ ਹੁੰਦਾ ਸੀ। ਹਾਂ, ਉਹ ਲੋਹੇ ਦੇ ਵਿੱਚ ਵੀ ਭਾਰਾ ਤੇ ਹਲਕਾ ਹੁੰਦਾ ਸੀ। ਬਿਲਕੁਲ ਬਿਲਕੁਲ। ਹੁਣ ਕੀਤੇ ਉਹ ਕੰਮ ਪਤਾ ਨਾ, ਕੰਮ ਤਜਰਬਾ ਬੋਲਦਾ ਵੀਰ ਦਾ, ਤਜਰਬਾ ਬੋਲਦਾ। ਉਹਦੇ ਵਿੱਚ ਵੀ ਹੁੰਦਾ ਸੀ, ਕਈ ਵਾਰੀ ਉੱਥੇ ਵੀ ਰਿਸਕ ਲੈਂਦੇ ਸੀ, ਨਿਆਣਿਆਂ ਨੂੰ ਬਿਠਾ ਲੈਂਦੇ ਸੀ ਉੱਤੇ। ਹੁਣ ਨਿਆਣਿਆਂ ਨੂੰ ਬਿਠਾ ਵੀ ਲੈਣਾ, ਕਈ ਵਾਰੀ ਤਾਂ ਰੱਸਾ ਪਾਏ ਹੁੰਦੇ, ਕਈ ਵਾਰੀ ਹੁਣ ਟਿੱਲਰ ਹੀ ਫੜੇ ਹੁੰਦੇ ਸੀ, ਉਹ ਆਪਣੇ ਆਪ ਬੜਾ ਰਿਸਕੀ ਹੁੰਦਾ ਸੀ ਕੰਮ। ਹੁਣ ਬੈਨੀਪਾਲ ਸਾਹਿਬ ਦੂਸਰੀ ਗੱਲ, ਤੁਸੀਂ ਅਫਸੋਸ ਦੀ ਗੱਲ ਕੀਤੀ ਸੀ, ਮਕਾਨ ਦੀ ਗੱਲ ਕੀਤੀ ਸੀ ਨਾ, ਕਿ ਉਹਦੇ ਵਿੱਚ ਪਹਿਲਾਂ ਹੁੰਦਾ ਸੀ ਕਿ ਇੱਕ ਦਾ ਦੁੱਖ ਸਾਰਿਆਂ ਦਾ ਦੁੱਖ ਜਾਂਦੇ ਸੀ। ਹਾਲਾਂਕਿ ਉਹਦੇ ਵਿੱਚੋਂ ਨਿਕਲਦਾ ਨਹੀਂ ਸੀ, ਰਸਮੀ ਦੁੱਖ ਵੀ ਹੁੰਦਾ ਸੀ। ਪਰ ਉਦੋਂ ਫਿਰ ਬੀਬੀਆਂ ਨੇ ਚਿੱਟੀਆਂ ਚੁੰਨੀਆਂ ਲਈਆਂ ਹੋਣੀਆਂ, ਬੀਬੀਆਂ ਨੇ ਟਰਾਲੀਆਂ ਦੇ ਮੂਹਰਲੇ ਪਾਸੇ, ਮਗਰ 5 7 10 ਬੰਦੇ ਜਿਹੜੇ ਉਹ ਟਰਾਲੀ ਦੇ ਪਿਛਲੇ ਪਾਸੇ, ਤੇ ਉੱਥੇ ਫਿਰ ਚਲਾਉਣ ਵਾਲਾ ਬੰਦਾ ਜੇ ਤਾਂ ਮੁੰਡਾ ਖੁੰਡਾ ਹੋਣਾ, ਉਹਦੇ ਵਿੱਚ ਵੀ ਹੁੰਦਾ ਸੀ ਕਿ ਮੁੰਡਾ ਖੁੰਡਾ ਜੇ ਲੈ ਕੇ ਗਏ, ਜੇ ਤਾਂ ਉਹਨੂੰ ਚੇਤਾ ਭੁੱਲ ਗਿਆ ਕਿ ਪਿੱਛੇ ਭਾਈ ਬੰਦੇ ਹੈਗੇ ਆ, ਫਿਰ ਤਾਂ ਉਹ ਬੱਖੀਆਂ ਚੜਾ ਦਿੰਦਾ ਸੀ। ਕਿਉਂਕਿ ਸੜਕਾਂ ਤਾਂ ਚੱਜ ਦੀਆਂ ਹੁਣ ਬਣੀਆਂ, ਪਰ ਜੇ ਕੋਈ ਸਿਆਣਾ ਹੁਣ ਬਣ ਗਈਆਂ। ਹਾਂਜੀ, ਹੁਣ ਬਣ ਗਈਆਂ। ਦੇਖੋ ਹੁਣ ਸੜਕਾਂ ਤਾਂ ਬਣੀਆਂ, ਐਵੇਂ ਆਪਾਂ ਕਹੀ ਜਾਈਏ। ਮੈਂ ਪੁੱਛਿਆ ਨਹੀਂ, ਤੁਸੀਂ ਪੁੱਛਿਆ। ਹੁਣ ਮੰਡੀ ਬੋਰਡ ਨੂੰ ਸੱਜਾ ਖੱਬਾ ਕੁਝ ਹੋਣ ਲੱਗਾ, ਗਾਹਾਂ ਦਾ ਪਤਾ ਨਹੀਂ। ਅਜੇ ਸੜਕਾਂ ਕਈ ਪਿੰਡਾਂ ਚਲੋ ਖਰਾਬ ਵੀ ਹੈਗੀਆਂ, ਪਰ ਲਿੰਕ ਰੋਡ ਥੋੜੇ ਖਰਾਬ ਨੇ। ਲਿੰਕ ਰੋਡ ਖਰਾਬ ਨੇ। ਉਹਦੇ ਵਿੱਚ ਇਹ ਹੁੰਦਾ ਸੀ, ਕਈ ਬੀਬੀਆਂ ਤਾਂ ਮੁੜ ਕੇ 3-3 ਦਿਨ ਘਰ ਮੰਜੇ ਤੋਂ ਨਹੀਂ ਉੱਠਦੀਆਂ ਸੀ, ਬੱਖੀਆਂ ਅੰਦਰ ਹੋ ਜਾਂਦੀਆਂ ਸੀ। ਤੇ ਇਹ ਵੀ ਕਹਿਣਾ ਉਹ ਮਰ ਜਾਣਾ ਜਿਹੜਾ ਹੌਲੀ ਹੌਲੀ ਕੀਤਾ, ਚੱਕੀ ਗਿਆ ਪਿੱਛੇ ਨੂੰ ਤਾਂ ਦੇਖਿਆ ਹੀ ਨਹੀਂ। ਬਹੁਤ ਰੌਲਾ ਪਾਇਆ, ਫਲਾਨੀ ਨੇ ਵੀ ਕਿਹਾ, ਉਹਨੇ ਤਾਂ ਉੱਥੇ ਜਾ ਕੇ ਹੀ ਬ੍ਰੇਕ ਮਾਰੀ। ਫਿਰ ਬੈਨੀਪਾਲ ਸਾਹਿਬ ਇਹ ਵੀ ਹੁੰਦਾ ਸੀ, ਜਦੋਂ ਮੇਲੇ ਜਾਣਾ ਜੀ, ਉਦੋਂ ਇੱਕ ਬਹੁਤ ਵੱਡੀ ਡਿਊਟੀ ਹੁੰਦੀ ਸੀ ਜਿਹੜਾ ਟਰੈਕਟਰ ਚਲਾਉਂਦਾ ਸੀ। ਉਹਦੀ ਡਿਊਟੀ ਇਹ ਹੁੰਦੀ ਸੀ ਕਿ ਮੁੰਡੇ ਖੁੰਡੇ ਜਿਹੜੇ ਉਹਨਾਂ ਨੇ ਹੋਣਾ ਕਿ ਮੈਂ ਡਾਲੇ ਦੇ ਬਹਿਣਾ, ਤਾਂ ਟਰੱਕ ਤੇ ਟਰਾਲੀ ਦੇ ਪਿੱਛੇ ਹੋਰ ਟਰਾਲੀਆਂ ਵੀ ਹੁੰਦੀਆਂ ਸੀ। ਪਤਾ ਨਹੀਂ ਤੁਸੀਂ ਬ੍ਰੇਕ ਮਾਰ ਲਈ ਤੇ ਉਹਨੇ ਬ੍ਰੇਕ ਮਾਰਨੀ ਕਿ ਨਹੀਂ ਮਾਰਨੀ। ਕਈਆਂ ਨੇ ਆਲੇ ਦੁਆਲੇ ਫਿਰ ਜਿਹੜੀ ਉਹਦੀ ਬੋਡੀ ਹੁੰਦੀ ਹੈ ਸਾਰੀ ਉਹਦੇ ਤੇ ਵੀ ਬੈਠੇ ਹੋਣਾ, ਕਈਆਂ ਨੇ ਪਿੱਛੇ ਖੜੇ ਹੋਣਾ, ਕਿਉਂਕਿ ਸਵਾਦ ਹੀ ਉਹ ਚ ਆਉਂਦਾ ਸੀ। ਟਰਾਲੀ ਦੇ ਵਿੱਚ ਬੈਠ ਕੇ ਮੇਲਾ ਦੇਖਿਆ ਤਾਂ ਕੀ ਦੇਖਿਆ, ਨਿੱਕੇ ਨਿਆਣੇ ਨੇ ਉਹ ਭੰਬੀਰੀਆਂ ਜੀਆਂ ਫੜ ਕੇ ਐਂ ਚਲਾਉਣੀਆਂ, ਉਹ ਵੀ ਹੁੰਦਾ ਸੀ।
ਉਸ ਵੇਲੇ ਮੇਲੇ ਜਾਣ ਲੱਗਿਆ ਫਿਰ ਜੇ ਤਾਂ ਮੇਰੇ ਵਰਗਾ ਬੰਦਾ ਹੋਇਆ ਉਹਨੇ ਟਿਕਾ ਕੇ ਚਲਾਉਣਾ, ਹੌਲੀ ਚਲਾਉਣਾ ਹੈ। ਤਾਂ ਜਿਹੜੇ ਕਾਲਜ ਜਾ ਕੇ ਟਰੈਕਟਰ ਮੂਹਰੇ ਖੜੇ ਕਰ ਦਿੰਦੇ ਆ, ਜੇ ਉਹਨਾਂ ਨੇ ਚਲਾਉਣਾ ਤਾਂ ਉਹਨਾਂ ਨੇ ਨਹੀਂ ਦੇਖਣਾ, ਉਹਨਾਂ ਨੇ ਐਂ ਘਮਾਈ ਜਾਣਾ। ਸਰਵਿਸ ਵਾਲੀ ਗੱਲ ਆ ਵਿੱਚ ਭੁੱਲੀ ਜਾਂਦੇ ਹੋ। ਹਾਂਜੀ, ਸਰਵਿਸ ਵਾਲੀ ਗੱਲ ਭੁੱਲੀ ਜਾਂਦੇ ਨੇ, ਜਿੰਨੀ ਕਿ ਚੰਗੀ ਲੱਗੀ ਉਨੀ ਕਿ ਰੱਖ ਲਈ। ਇਹ ਤਾਂ ਬਾਹਲੀ ਉਹ ਗੱਲ ਹੋਈ। ਤੁਸੀਂ ਦੇਖੋ ਚੋਣ ਮੈਨੀਫੈਸਟੋ ਜਾਰੀ ਕਰਦੇ ਆ, ਜਿਹੜਾ ਇੱਕ ਅੱਧਾ ਉਹ ਚੋਂ ਪੂਰਾ ਕਰਤਾ ਠੀਕ ਆ, ਬਾਕੀ ਇਗਨੋਰ ਕਰਤੇ। ਨਹੀਂ ਦੇਖੋ ਮੈਂ ਤਾਂ ਜੇ ਬਹੁਤ ਸਾਰੀਆਂ ਟੱਕੀਆਂ ਰੱਖੀਆਂ, ਅੱਛਾ, ਢੱਕੀ ਰਿੱਝਣ ਦੇ ਭਾਵ ਮੇਰਾ ਹੈ, ਤੇ ਜੇ ਮੈਂ ਢੱਕਣ ਚੱਕ ਦਿੱਤਾ ਕੰਮ ਔਖਾ ਹੋ ਜਾਊਗਾ, ਭਾਵਨਾ ਨਿਕਲੇ ਬਾਹਰ। ਹੁਣ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਨਾ, ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਬਹੁਤ ਸਾਰੇ ਹਾਦਸੇ ਪੇਸ਼ ਆਏ ਆ। ਕਈ ਵਾਰੀ ਤੇਜ਼ ਮੋੜ ਦੇਣਾ, ਡਾਲੇ ਤੇ ਬੈਠਿਆਂ ਨੇ ਜਾਂ ਆਲੇ ਦੁਆਲੇ ਬੈਠਿਆਂ ਨੇ ਹੱਥ ਛੱਡੇ ਹੋਣੇ, ਕਈਆਂ ਦੇ ਹਾਦਸੇ ਪੇਸ਼ ਆਏ। ਉਹਦੇ ਤੋਂ ਬਾਅਦ ਹੀ ਹਾਈ ਕੋਰਟ ਨੂੰ ਡਿਸੀਜਨ ਲੈਣਾ ਪਿਆ ਸੀ ਕਿ ਭਾਈ ਟਰਾਲੀਆਂ ਤੇ ਟਰੱਕਾਂ ਤੇ ਟੈਂਪੂਆਂ ਤੇ ਜੀ ਸਫ਼ਰ ਕਰਨ ਤੇ ਮਨਾਹੀ ਆ, ਪਰ ਕੀਤਾ ਜਾ ਰਿਹਾ ਹਾਲੇ ਵੀ। ਜੀ ਕਈ ਵਾਰੀ ਜਾਂ ਮੈਂ ਦੱਸਦਾ ਛਿੰਝ ਨੂੰ ਜਾਣਾ ਜਾਂ ਕਿਤੇ ਹੋਰ ਟੂਰਨਾਮੈਂਟ ਦੇਖਣ ਜਾਣਾ, ਪਰ ਦੇਖਣ ਹੀ ਜਾਣਾ ਵੀਰੇ। ਘੁਲਦੇ ਤਾਂ ਤੁਹਾਡੇ ਵਰਗੇ ਜੁੱਸੇ ਵਾਲੇ ਬੰਦੇ ਹੁੰਦੇ, ਅਸੀਂ ਕਿੱਥੇ ਪੰਗੇ ਲੈ ਸਕਦੇ ਆ। ਮੈਂ ਕਿਹਾ ਵੀ ਉਹ ਸਾਡਾ ਕੰਮ ਆ, ਤੁਸੀਂ ਕਿਤੇ ਮੱਲੀ ਘੁਲਣਾ ਸੀ। ਉਹ ਕਈ ਵਾਰੀ ਪਿੱਛੇ ਖੜਾ ਲੈਣੇ, ਉਹ ਹੇਠਾਂ ਯਾਰ ਪਿੱਛੇ ਖੜਾ ਕੇ ਉਹਨਾਂ ਨੇ ਛਤਰੀ ਫੜ ਕੇ ਜਾਣਾ, ਫਿਰ ਉਹ ਕਹਿਣਾ ਹੁਣ ਖਿੱਚੀ ਚੱਲ। ਜੇ ਟਰਾਲੀ ਹੁੰਦੀ ਯਾਰ ਭੱਜਣਾ ਨਹੀਂ ਸੀ ਟਰੈਕਟਰ ਨੇ। ਫਿਰ ਇਹ ਵੀ ਹੁੰਦਾ ਸੀ ਕਈ ਡਰਾਈਵਰਾਂ ਨੇ ਤਾਂ ਟੋਆ ਟੱਪਾ ਦੇਖ ਕੇ ਚਲਾਉਣਾ। ਉਹ ਕਈਆਂ ਨੇ ਕਹਿਣਾ ਵੀਰ ਮੇਰੇ ਉੱਥੇ ਅੱਗ ਲੱਗੀ ਹੋਈ ਆ, ਬੁਝਾਉਣੀ ਆ ਜਾ ਕੇ, ਤੂੰ ਹੌਲੀ ਚੱਲ, ਹੇਠੋਂ ਜੜਾਂ ਪੈਰ ਹੀ ਕੱਢ ਦੇਣੇ ਸੀ। ਦੇਖੋ ਸਮੇਂ ਤੇ ਸਾਧਨ ਬਦਲੇ ਨੇ, ਪਰ ਟਰੈਕਟਰਾਂ ਦੀ ਸ਼ਾਨ ਅੱਗੇ ਨਾਲੋਂ ਵੀ ਵਧੀਆ। ਅੱਗੇ ਨਾਲੋਂ ਲੋਕਾਂ ਨੇ ਟਰੈਕਟਰ ਸੁਨੱਖੇ ਬਣਾਤੇ ਜੀ, ਸੋਹਣੇ ਬਣਾਤੇ, ਮਹਿੰਗੇ ਬਣਾਤੇ। ਪਰ ਆ ਟੋਚਨਾ ਵਾਲਿਆਂ ਨੇ ਜਿਹੜੀ ਅੱਤ ਕਰਾਈ ਹੈ, ਇਹਦਾ ਜ਼ਿਕਰ ਬਹੁਤ ਲਾਜ਼ਮੀ ਤੌਰ ਤੇ ਕਰਨਾ ਬਣਦਾ ਕਿ ਜਿਹੜੇ ਕੰਮ ਵਾਸਤੇ ਮਸ਼ੀਨਰੀ ਬਣੀ ਹੈ, ਤੌਬਾ ਇਹਨੂੰ ਉਸੇ ਕੰਮ ਵਾਸਤੇ ਰਹਿਣ ਦਿਓ। ਬਹੁਤ ਸਾਰੇ ਲੋਕਾਂ ਦੇ ਘਰ ਪੱਟੇ ਗਏ, 5-5, 10-10, 15-15 ਲੱਖ ਦਾ ਟਰੈਕਟਰ ਲਿਆਉਣਾ ਹੈ, ਜਦ 2 ਵਾਰੀ 3 ਵਾਰੀ ਹੇਠਾਂ ਡਿੱਗਿਆ। ਕਈ ਵਾਰੀ ਟਰੈਕਟਰ ਟੁੱਟੇ ਨੇ, ਕਈ ਵਾਰੀ ਲੋਕਾਂ ਦੀਆਂ ਜਾਨਾਂ ਜਾਂ ਅੰਗ ਨਕਾਰੇ ਗਏ। ਬਿਲਕੁਲ ਬੈਨੀਪਾਲ ਸਾਹਿਬ, ਇੱਥੇ ਇੱਕ ਹੋਰ ਵੀ ਗੱਲ ਆ, ਜਿਹੜਾ ਟਰੈਕਟਰ ਹੈ ਨਾ ਇਕੱਲਾ, ਜੀ ਇਹ ਨੁਕਸਾਨ ਹੀ ਨਹੀਂ ਕਰਦਾ, ਇਹ ਅਸਲ 'ਚ ਬੰਦੇ ਤੇ ਨਿਰਭਰ ਕਰਦਾ। ਹੁਣ ਉਹਦਾ ਕਾਰਨ ਕੀ ਆ? ਕਈ ਘਰਾਂ ਦੇ ਵਿੱਚ ਜ਼ਮੀਨ ਵੀ ਹੁੰਦੀ ਹੈ, ਟਰੈਕਟਰ ਵੀ ਲੈ ਲਿਆ ਜਾਂਦਾ, ਪਰ ਕਰਜ਼ਾ ਨਹੀਂ ਲਿਥਦਾ। ਆਪਾਂ ਇਹ ਨਹੀਂ ਕਹਿੰਦੇ ਕਿ ਉਹ ਕਸੂਰਵਾਰ ਹੈ, ਕਿਉਂਕਿ ਖੇਤੀ ਹੈ ਹੀ ਇਦਾਂ ਦੀ। ਪਰ ਕਈ ਪਰਿਵਾਰ ਆਪਾਂ ਪੰਜਾਬ 'ਚ ਇਦਾਂ ਦੇ ਵੀ ਦੇਖੇ, ਦਰਸ਼ਕਾਂ ਤੋਂ ਟਿੱਪਣੀਆਂ, ਜ਼ਮੀਨ ਹੁੰਦੀ ਨਹੀਂ, ਟਿੱਪਣੀਆਂ ਕਰ ਦੇਣਗੇ, ਉਹ ਟਰੈਕਟਰ ਲੈਂਦੇ ਆ, ਘਰ ਵੀ ਬਣਾ ਲੈਂਦੇ ਆ, ਟਰੈਕਟਰ ਦੀਆਂ ਕਿਸ਼ਤਾਂ ਵੀ ਲਾ ਦਿੰਦੇ ਆ, ਕਿਉਂਕਿ ਉਹ ਭਾੜਾ ਢਾਉਂਦੇ ਆ। ਕਿਸੇ ਨੇ ਕਮਾਦ ਢੋਣਾ, ਚੱਲ ਉਹਦੇ ਵਿੱਚ, ਕਿਸੇ ਨੇ ਮਕਾਨ ਲੈ ਕੇ ਜਾਣਾ, ਅਫਸੋਸ ਕਰਨਾ ਕਿਰਾਏ ਤੇ, ਚੱਲ ਉਹਦੇ ਵਿੱਚ, ਕਿਸੇ ਨੇ ਮਿੱਟੀ ਢੋਣੀ ਆ, ਚੱਲ ਉਹਦੇ ਤੇ। ਜਾਣੀ ਕਿ ਕਈਆਂ ਬੰਦਿਆਂ ਨੇ ਇੱਟਾਂ ਢੋਣ ਲਈ ਵੀ ਤਾਂ ਟਰੈਕਟਰ ਰੱਖੇ ਆ। ਜਿਹੜਾ ਬੰਦਾ ਮਿਹਨਤ ਨਾਲ ਕੰਮ ਕਰਦਾ ਆ, ਪਿਛਲੇ ਦਿਨਾਂ ਦੇ ਵਿੱਚ ਜਦੋਂ ਅਜੇ ਰੇਤਾ ਦੇ ਉੱਤੇ ਆ ਮਾਈਨਿੰਗ ਵਾਲਾ ਨਹੀਂ ਸੀ ਲੱਗਿਆ ਚੈੱਕ ਬੈਕ ਜਿਹਾ, ਉਦੋਂ ਬਹੁਤ ਸਾਰੇ ਲੋਕ ਸੀ, ਉਹਨਾਂ ਨੇ ਕਰਨਾ ਕੀ, ਟਰੈਕਟਰ ਟਰਾਲੀ ਲੈ ਆਪ ਹੀ ਜਾਣਾ ਕੱਲਿਆਂ ਨੇ, ਆਪ ਹੀ ਰੇਤਾ ਚੋ ਦੇ ਵਿੱਚੋਂ ਭਰ ਕੇ ਲਿਆਉਣੀ, ਤੇ ਪੈਸੇ ਜਿਹੜੇ ਆ ਬਣਦੇ ਸਰਦੇ ਲੈ ਲੈਣੇ ਕਿ ਭਾਈ ਆ ਲਓ ਚੰਗੀ ਰੇਤਾ ਜਿਹੜੀ ਹੈ ਐ ਕਰਕੇ ਦਿਖਾਉਣੀ ਆ, ਰੇਤਾ ਦਾ ਘਰ ਬਣਾਓ, ਕਦੀ ਰੇਤਾ ਥੱਲੇ ਆਊ ਨਹੀਂ। ਬਹੁਤ ਸਾਰੇ ਲੋਕਾਂ ਨੇ ਘਰ ਬਣਾਏ ਵੀ ਹੈ, ਪਰ ਜਦੋਂ ਅਸੀਂ ਇਹਦੇ ਤੋਂ ਕੰਮ ਨਹੀਂ ਨਾ ਲੈਂਦੇ, ਫਿਰ ਘਰ ਗਵਾਏ ਵੀ ਆ। ਬਾਠ ਸਾਹਿਬ, ਆਪਾਂ ਬੀਤੇ ਦਿਨੀ ਜ਼ਿਕਰ ਕਰ ਰਹੇ ਸੀ SYL ਦਾ, ਕਿ ਪੰਜਾਬ ਤੇ ਹਰਿਆਣਾ ਦੀ ਸਰਕਾਰ ਨੂੰ, ਦੋਵੇਂ ਸਰਕਾਰਾਂ ਨੂੰ, ਦੋਵੇਂ ਮੁੱਖ ਮੰਤਰੀ ਨੂੰ ਦਰਅਸਲ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਭਾਈ ਆਪਸ ਦੇ ਵਿੱਚ ਬੈਠ ਕੇ ਸਮਝੌਤਾ ਕਰ ਲਓ, SYL ਦਾ ਹੱਲ ਕੱਢ ਲਓ, ਨਹੀਂ ਤੇ ਫੈਸਲਾ ਅਸੀਂ 2 ਟੁਕ ਸੁਣਾ ਦਿਆਂਗੇ। ਮੈਨੂੰ ਯਾਦ ਹੈ ਸਾਡੇ ਪਿੰਡ ਦੇ ਇੱਕ ਪਰਿਵਾਰ ਨੇ 735 ਨੀਲੇ ਰੰਗ ਦਾ ਸਵਰਾਜ ਟਰੈਕਟਰ ਲਿਆਂਦਾ, ਐਨ ਬ੍ਰਾਂਡ ਨਿਊ, ਤੇ ਉਹਨਾਂ ਦੇ ਚਾਚਾ ਜੀ ਸੀ ਜਿਹੜੇ, ਉਹ ਮਕੈਨਿਕ ਸੀ। ਉਹ SYL ਦੇ ਵਿੱਚ ਜਦੋਂ ਪੁੱਟੀ ਜਾ ਰਹੀ ਸੀ, ਉੱਥੇ ਜਿਹੜੀ ਹੈਵੀ ਡਿਊਟੀ ਮਸ਼ੀਨਰੀ ਹੈ, ਉਹਨਾਂ ਦੇ ਮਕੈਨਿਕ ਸੀ, ਤੇ ਉਹ ਸਿਰਫ ਮਿੱਟੀ ਪੁੱਟਣ ਦਾ ਹੀ ਕੰਮ ਕਰਦੇ ਸੀ, ਵਿੱਚੋਂ ਕਰਾਹ ਵਗੈਰਾ ਜਾਂ ਜਿਹੜਾ ਵੀ ਉੱਥੇ ਕੰਮ ਲਿਆ ਜਾਂਦਾ ਸੀ, ਉਹਨਾਂ ਨੇ ਟਰੈਕਟਰ ਉੱਥੋਂ ਹੀ ਫ੍ਰੀ ਕੀਤਾ। ਕਹਿਣ ਦਾ ਭਾਵ ਟਰੈਕਟਰ ਇਕੱਲਾ ਸਿਰਫ ਖੇਤੀਬਾੜੀ ਵਾਸਤੇ ਨਹੀਂ ਜੀ, ਆ ਢੋਆ ਢੁਆਈ ਦਾ ਤੁਸੀਂ ਗੱਲ ਕੀਤਾ, ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਮੰਡੀ ਲੱਗਦੀ ਹੈ, ਝੋਨਾ ਹੋਵੇ, ਕਣਕ ਹੋਵੇ, ਉਹਦੀ ਚਕਾਈ ਵਾਸਤੇ, ਉਹਦੀ ਢੋਆ ਢੁਆਈ ਵਾਸਤੇ ਗਡਾਊਨ ਦੇ ਵਿੱਚ ਨੂੰ ਗੋਦਾਮਾਂ ਵਾਸਤੇ ਲੈ ਕੇ ਜਾਂਦੇ ਆ। ਜਾਂ ਕਈ ਵਾਰੀ ਜਿਹੜੀ ਖਾਦ ਆਉਂਦੀ ਹੈ, ਉਹ ਰੇਲਵੇ ਸਟੇਸ਼ਨਾਂ ਤੋਂ ਜਦੋਂ ਫਿਰ ਗੋਦਾਮਾਂ ਤੱਕ ਲੈ ਕੇ ਜਾਣੀ ਆ, ਉੱਥੇ ਸੁਸਾਇਟੀਆਂ ਤੱਕ ਲੈ ਕੇ ਜਾਣੀ ਆ, ਉੱਥੇ ਆ ਮਕਾਨਾ ਵਾਲਾ ਕੰਮ ਦਾ ਟਰੈਕਟਰ ਉਹਦੇ ਵਾਸਤੇ ਬਣਿਆ ਨਹੀਂ ਸੀ, ਮੇਲਿਆਂ ਵਾਸਤੇ ਬਣਿਆ ਨਹੀਂ, ਪਰ ਜਦੋਂ ਹੋਰ ਕੋਈ ਸਾਧਨ ਨਹੀਂ ਸੀ ਹੁੰਦਾ ਤਾਂ ਲੋਕ ਵਰਤੇ ਰਹੇ। ਬਿਲਕੁਲ ਬੈਨੀਪਾਲ ਸਾਹਿਬ, ਇੱਥੇ ਨਾ ਮੈਨੂੰ 2-3 ਚੀਜ਼ਾਂ ਹੋਰ ਚੇਤੇ ਆਉਂਦੀਆਂ ਸੀ। ਦੇਖੋ, ਜਿਨ੍ਹਾਂ ਨੇ ਚੰਗੇ ਤਰੀਕੇ ਕੰਮ ਕਰਨਾ ਹੈ, ਕਿਉਂਕਿ ਜੇ ਕੋਈ ਮਸ਼ੀਨਰੀ ਲੈਂਦੇ ਆ, ਸਾਨੂੰ ਉਹਦੀ ਛੋਟੇ-ਮੋਟੇ ਕੰਮ ਆਪਣੇ ਹੱਥੀਂ ਕਰਨੇ ਆਉਣੇ ਚਾਹੀਦੇ ਆ। ਇੱਕ ਨਟ ਖੁੱਲ ਗਿਆ, ਕਿਤੇ ਤੇਲ ਲੀਕ ਹੋ ਗਿਆ, ਤੇ ਜੇ ਅਸੀਂ ਸਿੱਧਾ ਹਰ ਵਾਰੀ ਮਕੈਨਿਕ ਤੇ ਜਾਣਾ ਤਾਂ ਫਿਰ ਕੰਮ ਔਖਾ। ਅੱਜ ਅਸੀਂ ਇਹ ਵੀ ਗੱਲ ਕਲੀਅਰ ਕਰ ਦਈਏ ਕਿ ਜਿਹੜੇ ਬੰਦਿਆਂ ਨੇ ਮਜਬੂਰੀ 'ਚ ਟਰੈਕਟਰ ਵੇਚੇ ਨੇ, ਕਿਉਂਕਿ ਕਈ ਵਾਰੀ ਬੰਦਾ ਆਪਣੇ ਹਰ ਵਾਹ ਲਾਉਂਦਾ, ਹੁਣ ਜਿਨ੍ਹਾਂ ਦਾ ਸਤਲੁਜ ਦੇ ਨੇੜੇ ਪਿਛਲੇ ਸਾਲ ਹੜ੍ਹ ਆ ਗਿਆ ਸੀ, ਉਹਨਾਂ ਦਾ ਕੋਈ ਕਸੂਰ ਤਾਂ ਨਹੀਂ। ਜਿੱਥੇ ਨਹਿਰਾਂ ਦੇ ਵਿੱਚ ਪਾਣੀ ਨਹੀਂ ਪੁੱਜਾ, ਉਹਨਾਂ ਦਾ ਕੋਈ ਕਸੂਰ ਤਾਂ ਨਹੀਂ। ਜਿਹਦੇ ਤੋਂ 3 ਲੱਖ ਰੁਪਈਆ ਲਾ ਕੇ ਡੂੰਘਾ ਬੋਰ ਨਹੀਂ ਕਰਾ ਹੋਇਆ, ਉਹਦਾ ਕੋਈ ਕਸੂਰ ਤਾਂ ਨਹੀਂ। ਜੇ ਕਿਤੇ ਮੂਹਰਿਓਂ ਕਈ ਵਾਰੀ ਅਥਰਾ ਘੋੜਾ ਆਉਂਦਾ ਹੁੰਦਾ, ਤੁਹਾਡੇ ਟਰੈਕਟਰ 'ਚ ਮਰ ਗਿਆ, ਕੋਈ ਕਸੂਰ ਤਾਂ ਨਹੀਂ। ਹੁਣ ਬੈਨੀਪਾਲ ਸਾਹਿਬ ਦੇਖੋ, ਇੱਥੇ ਇੱਕ ਗੱਲ ਜਿਹੜੀ ਹੈ ਉਹ ਚੰਗੇ ਤਰੀਕੇ ਸਮਝੀਏ। ਮੇਰਾ ਖਿਆਲ ਹੈ ਕਿ ਅਰਦਾਸ ਫਿਲਮ ਦੇ ਵਿੱਚ ਹੀ ਸੀ ਨਾ, ਇਹ ਟਰੈਕਟਰ ਨਾ ਸਮਝੋ ਇਹਨੂੰ ਟਰੈਕਟਰ ਮੇਰਾ ਪੁੱਤ ਹੈ,
ਉਹਦੇ ਵਿੱਚ ਉਹ ਗੱਲ ਕਰਦੇ ਆ ਨਾ, ਬਿਲਕੁਲ ਉਹ ਇਹੀ ਗੱਲ ਸੀ, ਉਹ ਇਹੀ ਗੱਲ ਸੀ ਕਿ ਕਿੰਨਾ ਜੋੜ ਹੁੰਦਾ ਹੈ, ਕਿਉਂਕਿ ਉਹਨੂੰ ਲੈਣਾ ਕੋਈ ਸੁਖਾਲਾ ਨਹੀਂ ਹੁੰਦਾ। ਆਪਾਂ ਕਹਿੰਦੇ ਮੇਰਾ ਕਮਾਊ ਪੁੱਤ ਹੈ, ਕਮਾਊ ਪੁੱਤ ਹੈ ਕਿਸਾਨ ਦਾ, ਉਹ ਭਾਵੇਂ ਇਹ ਜ਼ਰੂਰੀ ਨਹੀਂ ਕਿ ਜੱਟ ਪਰਿਵਾਰੀ ਹੋਵੇ, ਕਿਸਾਨ ਜਿਹੜਾ ਵੀ ਕਿਸਾਨੀ ਦਾ ਕੰਮ ਕਰਦਾ ਹੈ ਉਹਦਾ ਕਮਾਊ ਪੁੱਤ ਹੈ, ਕਮਾਊ ਪੁੱਤ ਹੈ। ਹੁਣ ਮੈਨੀਪਾਲ ਸਾਹਿਬ ਇੱਥੇ ਉਹ ਕਮਾਊ ਪੁੱਤ ਜਿਹੜਾ ਹੈ ਉਹ ਕਮਾਊ ਬਣਿਆ ਰਹੇ। ਬਹੁਤ ਸਾਰੀਆਂ ਚੀਜ਼ਾਂ ਦੇਖਣ ਸਮਝਣ ਵਰਖਣ ਦੀ ਲੋੜ ਹੈ। ਤੇ ਨਾਲ ਦੀ ਨਾਲ ਇੱਕ ਗੱਲ ਹੋਰ ਜਿਹੜੀ ਕਿ ਇਹਦੇ ਨਾਲ ਹੀ ਜੁੜੀ ਹੋਈ ਹੈ, ਜਦੋਂ ਮੇਲਿਆਂ ਦੇ ਵਿੱਚ ਜਾਂਦੇ ਆ ਟੀਮ, ਹੁਣ ਤਾਂ ਚਲੋ ਟੀਮਾਂ ਸੁਮੋ 'ਚ ਜਾਂਦੀਆਂ, ਕੁਆਲਿਸ 'ਚ ਜਾਂਦੀਆਂ, ਸਫਾਰੀਆਂ ਦੇ ਵਿੱਚ ਜਾਂਦੀਆਂ। ਪਹਿਲਾਂ ਹੁੰਦਾ ਸੀ ਕਿ ਟੂਰਨਾਮੈਂਟ ਹੋਣਾ, ਖੇਡ ਮੇਲਾ ਹੋਣਾ, ਛਿੰਝ ਹੋਣੀ, ਪਿੰਡ ਦਾ ਭਲਵਾਨ, ਪਿੰਡ ਦੇ ਕਬੱਡੀ ਦੇ ਪਲੇਅਰ ਜਿਹੜੇ ਚੋਟੀ ਦੇ ਹੈ ਉਹਨਾਂ ਨੂੰ ਟਰਾਲੀ, ਆਹੋ ਮੈਂ ਕਰ ਦਿੱਤਾ ਨਾ ਹੁਣ ਜਿਹੜੇ ਚੋਟੀ ਦੇ ਪਲੇਅਰ ਹੋਣੇ ਨਾ, ਅੱਧੇ ਪਿੰਡ ਨੇ ਨਾਲ ਜਾਣਾ, ਜਿਹੜੇ ਕਬੱਡੀ ਦੇ ਪ੍ਰੇਮੀ ਹੁੰਦੇ ਸੀ, ਟਰੈਕਟਰ ਬਕਾਇਦਾ ਲੈ ਕੇ ਜਾਣਾ, ਉਹਨਾਂ ਨੂੰ ਐਨ ਵਿਚਾਲੇ ਬਿਠਾਉਣਾ। ਤੇ ਜੇ ਕਿਤੇ ਉਹ ਜਿੱਤ ਕੇ ਆ ਗਏ ਉਦੋਂ ਸਾਰਾ ਜ਼ੋਰ ਵੀ ਲੱਗਾ ਹੋਣਾ, ਜੇ ਜਿੱਤ ਕੇ ਆ ਗਿਆ ਤਾਂ ਫਿਰ ਐਨ ਬੱਲੇ ਬੱਲੇ ਕਰਾਉਂਦੇ ਆਉਣਾ, ਬੁਲਬੁਲੀਆਂ ਵਜਾਉਂਦੇ ਆਉਣਾ, ਤੇ ਪਿੰਡ ਦੇ ਚਾਰੇ ਪਾਸੇ ਗੇੜਾ ਉਹ ਜਿਹਨੇ ਚਲਾਉਣਾ ਉਹਦਾ ਉਹਨਾਂ ਤੋਂ ਵੀ ਵੱਧ ਜ਼ੋਰ ਲਗਾਇਆ ਹੋਣਾ। ਤੇ ਉਹਦੀ ਵੀ ਟਰਾਈ ਹੁੰਦੀ ਸੀ ਕਿ ਮੈਂ 2 ਦੀ ਸਪੀਡ ਤੇ ਲਿਜਾਣਾ, ਫੁਰਨ ਕਰਾਉਣਾ, ਪਰ ਐਨ ਹੌਲੀ ਹੌਲੀ ਕਰਕੇ ਫਿਰ ਇੱਕ ਚੀਜ਼ ਤਾਂ ਰਹਿ ਹੀ ਗਈ। ਦੱਸੋ ਜੀ। ਭਾਵੇਂ ਉਹ ਨਗਰ ਕੀਰਤਨ ਆ, ਭਾਵੇਂ ਉਹ ਸ਼ੋਭਾ ਯਾਤਰਾ ਹੈ, ਭਾਵੇਂ ਉਹ ਸਿਆਸੀ ਪਾਰਟੀਆਂ ਦੀਆਂ ਰੈਲੀਆਂ। ਹੁਣ ਨਗਰ ਕੀਰਤਨ ਤੇ ਸ਼ੋਭਾ ਯਾਤਰਾ ਦੇ ਉੱਤੇ ਦੇਖੋ ਟਰੈਕਟਰ ਕਿੱਦਾਂ ਸਜਾਏ ਹੁੰਦੇ ਆ, ਕਿਉਂਕਿ ਧਾਰਮਿਕ ਆਸਥਾ ਆ। ਤੇ ਉਹਦੇ ਵਿੱਚ ਵੀ ਹੁੰਦਾ ਹਰ ਇੱਕ ਨੂੰ ਕਿ ਭਾਈ ਮੇਰਾ ਟਰੈਕਟਰ ਅੱਗੇ ਲੱਗੇ, ਮੇਰਾ ਟਰੈਕਟਰ ਪਿੱਛੇ ਲੱਗੇ। ਆਪਣੇ ਇਹ ਟਰੈਕਟਰ ਕੱਲਾ ਖੇਤੀਬਾੜੀ ਦੇ ਨਾਲ ਨਹੀਂ, ਇਹ ਧਾਰਮਿਕਤਾ ਦੇ ਨਾਲ ਵੀ ਜੁੜਿਆ, ਉਸ ਆਸਥਾ ਦੇ ਨਾਲ ਵੀ ਜੁੜਿਆ। ਤੇ ਬੈਨੀਪਾਲ ਸਾਹਿਬ ਨਾਲ ਦੀ ਨਾਲ ਇੱਕ ਗੱਲ ਇੱਥੇ ਹੋਰ ਵੀ ਹੈ, ਮੈਂ ਕਹਿੰਦਾ ਕਿ ਟਰੈਕਟਰ ਜਿੱਥੇ ਮਰਜ਼ੀ ਲੈ ਜਾਓ, ਉਹ ਭਾਈ ਰੱਬ ਦਾ ਵਾਸਤਾ 2022 ਦੀ ਚੋਣ ਦੇ ਵਿੱਚ ਰੈਲੀਆਂ ਦੇ ਨਾਲ ਜਾਇਓ, ਇਹਦਾ ਉੱਥੇ ਕੋਈ ਕੰਮ ਨਹੀਂ ਕਿਸੇ ਤਰ੍ਹਾਂ ਦਾ। ਇਹ ਕਿਉਂਕਿ ਸਿਆਸਤਦਾਨਾਂ ਨੇ ਤੇਲ ਪਵਾ ਦੇਣਗੇ ਇੱਕ ਵਾਰੀ, ਪਰ ਇਹ ਟਰੈਕਟਰ ਤੁਹਾਡਾ ਖੇਤ ਦੇ ਵਿੱਚ ਵਾਹੁਣ ਦੇ ਲਈ ਹੈ, ਇਹ ਮਿਹਨਤ ਕਰਨ ਦੇ ਲਈ ਹੈ। ਸਿਆਸੀ ਲੀਡਰਾਂ ਦੇ ਬੇਸਿਰ ਪਰ ਭਾਸ਼ਣ ਸੁਣਨ ਲਈ ਬਿਲਕੁਲ ਨਹੀਂ ਹੈਗਾ। ਬਾਠ ਸਾਹਿਬ ਆਪਾਂ ਇੱਕ ਹੋਰ ਦਰਸ਼ਕਾਂ ਨੂੰ ਜ਼ਰੂਰ ਪੁੱਛਦੇ ਹਾਂ ਗੱਲ, ਭਾਵੇਂ ਟਰੈਕਟਰ ਉਹਨਾਂ ਨੇ ਫੋਰਡ ਖਰੀਦਿਆ, 5911 ਖਰੀਦਿਆ ਜਾਂ ਖਰੀਦਿਆ ਕੋਈ ਹੋਰ, ਜਾਂ ਭਾਵੇਂ ਜ਼ਿੰਦਗੀ 'ਚ ਕਦੇ ਖਰੀਦਿਆ ਹੀ ਨਹੀਂ, ਪਰ ਤੁਸੀਂ ਇਹ ਲਿਖਿਓ ਜ਼ਰੂਰ ਕਿ ਤੁਹਾਡਾ ਪਸੰਦੀਦਾ ਟਰੈਕਟਰ ਕਿਹੜਾ ਹੈ, ਜਾਂ ਤੁਸੀਂ ਕਿਹੜੇ ਟਰੈਕਟਰ ਨੂੰ ਪਸੰਦ ਕਰਦੇ ਰਹੇ ਪਰ ਕਿਸੇ ਮਜਬੂਰੀ ਕਾਰਨ ਖਰੀਦ ਹੀ ਨਹੀਂ ਸਕੇ। ਤੁਹਾਨੂੰ ਲੱਗਦਾ ਹੁੰਦਾ ਸੀ ਕਿ ਯਾਰ ਜੇ ਮੈਂ ਆਹ ਖਰੀਦਣਾ ਜਾਂ ਆਹ ਖਰੀਦਣਾ ਜਾਂ ਉਹ ਖਰੀਦਣਾ, ABC 'ਚੋਂ ਕਿਸੇ ਵੀ ਟਰੈਕਟਰ ਨੂੰ ਤੁਸੀਂ ਪਸੰਦ ਕਰਦੇ ਹੋ, ਪਰ ਉਹ ਤੁਸੀਂ ਜਾਂ ਤਾਂ ਖਰੀਦ ਨਹੀਂ ਸਕੇ, ਜੇ ਖਰੀਦ ਨਹੀਂ ਸਕੇ ਤਾਂ ਵੀ ਦੱਸਿਓ, ਜੇ ਉਹ ਖਰੀਦ ਕੇ ਐਨ ਸ਼ਿੰਗਾਰ ਕੇ ਰੱਖਿਆ ਤਾਂ ਉਹ ਵੀ ਖਰੀਦਿਓ। ਮੈਂ ਇੱਥੇ 2 ਵਿਅਕਤੀਆਂ ਦਾ ਹੋਰ ਜ਼ਿਕਰ ਕਰਨਾ ਚਾਹੁੰਦਾ। ਇੱਕ ਵਿਅਕਤੀ ਡੈਲਟਾ ਵਿੱਚ ਰਹਿੰਦੇ ਨੇ, ਭੋਲਾ ਮੇਰਾ ਮਿੱਤਰ ਹੈ, ਉਹਨਾਂ ਨੇ ਪੰਜਾਬ ਦੇ ਵਿੱਚ ਟਰੈਕਟਰ ਤਿਆਰ ਕਰਵਾਏ ਨੇ। ਉਹ ਟਰੈਕਟਰ ਇਸ ਤਰ੍ਹਾਂ ਦੇ ਨੇ, ਆਪਾਂ ਵੀਡੀਓ ਵੀ ਜੇ ਮੇਰੇ ਕੋਲ ਪਹੁੰਚ ਗਈ ਆਪਾਂ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵੀਡੀਓ ਵੀ ਦਿਖਾ ਸਕੀਏ ਕਿ ਜਿਹੜੇ ਉਹਨਾਂ ਨੇ ਟਰੈਕਟਰ ਤਿਆਰ ਕਰਾਇਆ, ਦੂਰੋਂ ਲੋਕ ਦੇਖਣ ਆਉਂਦੇ ਆ। ਉਹਨਾਂ ਨੇ ਉਹਦੇ ਪਿੱਛੇ ਹਾਰਲੀ ਡੇਵਿਡਸਨ ਟਰੈਕਟਰ ਮੋਟਰਸਾਈਕਲ ਦੇ ਵਾਸਤੇ ਇੱਕ ਛੋਟੀ ਜੀ ਟਰਾਲੀ ਬਣਾਈ ਹੈ। ਆਪ ਉਹ ਡੈਲਟਾ 'ਚ ਰਹਿੰਦੇ ਆ, ਪਰ ਉੱਥੇ ਟਰੈਕਟਰ ਦੇਖਣ ਵਾਸਤੇ ਲੋਕ ਦੂਰੋਂ ਆਉਂਦੇ। ਉਹ ਟਰੈਕਟਰ ਬੜੇ ਸੁੰਦਰ ਨੇ, ਕਮਾਲ ਦੇ ਨੇ। ਜਿੱਥੇ ਵੀ ਉਹਨਾਂ ਨੇ ਤਿਆਰ ਕਰਵਾਏ ਨੇ, ਕਾਰੀਗਰੀ ਕਮਾਲ ਦੀ ਦੇਖਣ ਵਾਲੀ ਹੈ। ਇਸੇ ਤਰ੍ਹਾਂ ਵੈਨਕੂਵਰ ਦੇ ਵਿੱਚ ਰਹਿੰਦਾ ਇੱਕ ਬੂਟਾ ਜੌਲ, ਜਿੱਥੋਂ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਕੈਨੇਡਾ ਦੇ ਵਿੱਚ ਟਰੈਕਟਰਾਂ ਦਾ ਟ੍ਰੈਂਡ ਤੁਰਿਆ। ਫੋਰਡ ਟਰੈਕਟਰ ਉਹਨਾਂ ਦਾ ਇੰਨਾ ਕੁ ਸ਼ਿੰਗਾਰਿਆ ਹੋਇਆ ਹੈ, ਹਰੇਕ ਨਗਰ ਕੀਰਤਨ ਦੇ ਵਿੱਚ ਉਹ ਮੋਹਰੇ ਟਰੈਕਟਰ ਲੱਗਦਾ। ਹੁਣ ਉਹਨਾਂ ਨੇ ਮੈਸੀ ਵੀ ਤਿਆਰ ਕਰ ਲਿਆ, ਕਈ ਜੀਪਾਂ ਵੀ ਤਿਆਰ ਕਰ ਲਈਆਂ। ਇੰਡੀਆ ਤੋਂ ਚੇਤਕ ਸਕੂਟਰ, ਬੁਲਟ ਮੋਟਰਸਾਈਕਲ, ਰਾਜਦੂਤ, ਵੈਸਪਾ, ਲੰਬਰੇਟਾ, ਹਮਰ। ਉਹ ਇੰਨਾ ਕੁ ਮਸ਼ੀਨਰੀ ਦਾ ਸ਼ੌਕੀਨ ਹੈ, ਕਿਸ ਦਿਨ ਆਪਣਾ ਕੋਸ਼ਿਸ਼ ਰਹੇਗੀ ਕਿ ਉਹ ਮਸ਼ੀਨਰੀ ਵੀ ਦਿਖਾਈ ਜਾਵੇ, ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ। ਬਿਲਕੁਲ ਬੈਨੀਪਾਲ ਸਾਹਿਬ, ਉਧਰ ਟੋਰਾਂਟੋ ਵਾਲੇ ਪਾਸੇ ਬਰੈਂਪਟਨ ਦੇ ਵਿੱਚ ਵੀ ਭੋਗਪੁਰ ਸਿੱਧੂਆਂ ਦਾ ਮੁੰਡਾ ਜਿਹੜਾ ਉਹਨੇ ਵੀ ਟਰੈਕਟਰ ਬੜਾ ਵਧੀਆ ਰੱਖਿਆ ਹੋਇਆ ਹੈ। ਚਲੋ ਆਪਾਂ ਤਾਂ ਇਸ ਗੱਲ ਦੇ ਉੱਤੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਤੁਸੀਂ ਆਪਣੇ ਉਸ ਕਲਚਰ ਨੂੰ ਚੇਤੇ ਰੱਖਿਆ। ਤੇ ਦੂਸਰੀ ਗੱਲ ਬੈਨੀਪਾਲ ਸਾਹਿਬ, ਇਹ ਜਿਹੜੀ ਆਪਣੇ ਆਪ ਦੇ ਵਿੱਚ ਵਿਲੱਖਣ, ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਪੰਜਾਬੀ ਜਿੱਥੇ ਵੀ ਜਾਂਦਾ ਹੈ ਆਪਣੇ ਆਪ ਦਾ ਚੇਤਾ ਨਹੀਂ ਭੁੱਲਦਾ। ਤੇ ਅਸੀਂ ਇਸ ਗੱਲ ਦੀ ਵੀ ਬੇਨਤੀ ਜ਼ਰੂਰ ਕਰਾਂਗੇ ਕਿ ਭਾਈ ਟਰੈਕਟਰਾਂ ਲਈ ਲੜਾਈਆਂ ਨਾ ਕਰਿਓ, ਕਿਉਂਕਿ ਕਈ ਵਾਰੀ ਅਸੀਂ ਇਸ ਗੱਲ ਦੇ ਉੱਤੇ ਲੜ ਪੈਂਦੇ ਆ ਕਿ ਤੂੰ ਸਾਡੇ ਘਰ ਦੇ ਮੂਹਰੇ ਫਰਾਟਾ ਮਰਵਾਇਆ ਸੀ, ਤੂੰ ਸਾਡੇ ਘਰ ਦੇ ਮੂਹਰੇ ਆ ਕੇ ਜਾਣਬੁੱਝ ਕੇ ਆਹ ਗਾਣਾ ਲਾਉਣਾ ਹੈ। ਕਈ ਵਾਰੀ ਇਸ ਕਰਕੇ ਲੜ ਪੈਂਦਾ ਕਿ ਭਾਈ ਤੁਹਾਡੇ ਘਰ ਦੇ ਗੇਟ ਦੇ ਮੂਹਰੇ ਜਿਹੜੀ ਬੰਨੀ ਲਾਈ ਹੈ ਉੱਥੋਂ ਦੀ ਸਾਡਾ ਟਰੈਕਟਰ ਨਹੀਂ ਚੜ੍ਹਦਾ, ਜਾਂ ਤੁਹਾਡਾ ਟਰੈਕਟਰ ਸਾਡੀ ਬੰਨੀ ਤੋੜ ਗਿਆ, ਜਾਂ ਤੁਸੀਂ ਫਲਾਨਾ ਕੰਮ ਕਰ ਦਿੱਤਾ। ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ, ਪਰ ਇਹ ਟਰੈਕਟਰ ਲੜਾਈ ਘਲਾਈ ਦਾ ਨਹੀਂ ਹੈਗਾ। ਇਸ ਟਰੈਕਟਰ ਦੇ ਉੱਤੇ ਪੰਜਾਬ ਦੀ ਆਰਥਿਕਤਾ ਨਿਰਭਰ ਕਰਦੀ ਹੈ। ਪਰ ਸਾਡੇ ਵੱਲੋਂ ਬੇਨਤੀ ਤਾਂ ਭਾਈ ਇਹੀ ਹੈ ਕਿ ਨਿੱਕੇ ਨਿਆਣਿਆਂ ਨੂੰ ਸੁਹਾਗੇ ਤੇ ਨਾ ਬਿਠਾਇਓ, ਟੋਚਨ ਮੁਕਾਬਲੇ ਨਾ ਕਰਾਉਣ ਤਾਂ ਚੰਗਾ। ਤੇ ਸਭ ਤੋਂ ਵੱਡੀ ਗੱਲ ਹੈ ਕਿ ਜੇ ਲੋੜਵੰਦ ਕੋਈ ਹੈਗਾ ਨਾ, 4 ਟਿੱਲਰ ਉੱਥੇ ਲੱਗਦੇ ਆ ਤਾਂ ਲਾਇਓ, ਕਿਉਂਕਿ ਨਹੀਂ ਤਾਂ ਉਹਦੇ ਲਈ ਕਹੀ ਦੇ ਨਾਲ ਥਾਂ ਗੁਰਨਾ ਔਖਾ। ਬਾਠ ਸਾਹਿਬ, ਇੱਕ ਹੋਰ ਵੀ ਗੱਲ ਹੈ, ਤੁਸੀਂ ਲੜਾਈ ਦਾ ਜ਼ਿਕਰ ਕੀਤਾ। ਕਈ ਵਾਰੀ ਹੋ ਸਕਦਾ ਤੁਹਾਨੂੰ ਫੋਰਡ ਪਸੰਦ ਹੋਵੇ ਤੇ ਮੈਨੂੰ 5911, ਹੋ ਸਕਦਾ ਕਿਸੇ ਨੂੰ ਸਵਰਾਜ ਪਸੰਦ ਹੋਵੇ, ਕਿਸੇ ਨੂੰ ਇੰਟਰਨੈਸ਼ਨਲ ਤੇ ਕਿਸੇ ਨੂੰ ਕੋਈ ਹੋਰ, ਕਿਸੇ ਨੂੰ ਸੋਨਾਲੀਕਾ ਤੇ ਕਿਸੇ ਨੂੰ ਕੋਈ ਹੋਰ। ਉਹ ਇਸੇ ਗੱਲੋਂ ਲੜੀ ਜਾਣਗੇ ਨਹੀਂ ਆਹ ਤਕੜਾ ਹੈ, ਆਹ ਚੰਗਾ ਹੈ। ਉਹ ਜਿਹੜੀ ਵੀ ਕੰਪਨੀ ਨੇ ਬਣਾਏ ਨੇ, ਜਿੰਨੇ ਜੋਗੇ ਬਣਾਏ ਨੇ, ਉਹ ਉਸ ਥਾਂ ਤੇ ਵਧੀਆ ਨੇ।
ਹਾਂ, ਇਹ ਹੋ ਸਕਦਾ ਕਿ ਤੁਹਾਡੀ ਪਸੰਦ ਬਾੜ ਸਾਹਿਬ ਨਾਲੋਂ ਵੱਖਰੀ ਹੋ ਸਕਦਾ, ਬਾੜ ਸਾਹਿਬ ਦੀ ਮੇਰੇ ਨਾਲੋਂ ਵੱਖਰੀ ਹੋ ਸਕਦੀ ਹੈ, ਤੁਹਾਡੀ ਸਾਡੇ ਦੋਨਾਂ ਨਾਲ ਨਹੀਂ ਰਲਦੀ ਹੋ ਸਕਦੀ। ਹੁਣ ਟਰੈਕਟਰਾਂ ਪਿੱਛੇ ਕਈ ਵਾਰੀ ਪਿੰਡਾਂ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਨੇ, ਟੋਚਨ ਵੀ ਇੱਕ ਲਗਭਗ ਉਸੇ ਚੀਜ਼ ਦਾ ਹਿੱਸਾ ਨੇ, ਕਿਉਂਕਿ ਚਾਹੇ ਕਿਸੇ ਨੇ ਕਿਹੜਾ ਵੀ ਟਰੈਕਟਰ ਬਣਾਇਆ ਉਹ ਖੇਤੀਬਾੜੀ ਵਾਸਤੇ ਬਣਾਇਆ, ਕਿ ਕਿੰਨੀ ਇਹਦੀ ਹਾਰਸ ਪਾਵਰ ਹੈ, ਕਿੰਨੀਆਂ ਤਵੀਆਂ, ਕਿੰਨੇ ਹਲ, ਕਿੰਨੀ ਟਰਾਲੀ 'ਚ ਵਜ਼ਨ ਲੈ ਕੇ ਖਿੱਚ ਸਕਦਾ ਹੈ। ਟੋਚਨਾ ਵਾਸਤੇ ਤਾਂ ਬਣਿਆ ਨਹੀਂ ਸੀ ਨਾ। ਜਿਹੜੀ ਮਸ਼ੀਨਰੀ ਜਿਹੜੇ ਕੰਮ ਵਾਸਤੇ ਬਣੀ ਨਹੀਂ, ਅਸੀਂ ਕਈ ਵਾਰੀ ਵਰਤੋਂ ਉਹਦੀ ਉੱਥੇ ਕਰਨ ਲੱਗ ਪਏ ਹਾਂ। ਇਹਦੇ ਵਾਸਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਨੂੰ ਸੋਚਣ ਵਿਚਾਰਨ ਦੀ ਜ਼ਰੂਰਤ ਹੈ। ਬਿਲਕੁਲ ਬੈਨੀਪਾਲ ਸਾਹਿਬ, ਤੇ ਮੈਨੂੰ ਨਾ ਇੱਥੇ ਇੱਕ ਦੋ ਗੱਲਾਂ ਟਰੈਕਟਰ ਦੀਆਂ ਹੋਰ ਚੇਤੇ ਆਉਂਦੀਆਂ। ਆਉਣ ਦਿਓ ਜੀ। ਟਰੈਕਟਰ ਨੂੰ ਧੋਣ ਦਾ, ਟਰੈਕਟਰ ਨੂੰ ਸ਼ਿੰਗਾਰਨ ਦਾ, ਉਹ ਵੀ ਆਪਣਾ ਹੀ ਹੁੰਦਾ ਸੀ। ਕਈਆਂ ਨੇ ਮੋਹਰੇ ਜੁੱਤੀ ਟੰਗੀ ਹੁੰਦੀ ਹੈ, ਕਈਆਂ ਨੇ ਆ ਜਿੱਦਾਂ ਤੁਹਾਡੇ ਵਾਲੇ ਟਰੈਕਟਰ ਦੇ ਮੋਹਰਲੇ ਪਾਸੇ ਜਿਹੜੀਆਂ ਸੰਗਲੀਆਂ ਲਟਕਾਈਆਂ ਇਹ ਹੁੰਦਾ, ਕਈਆਂ ਨੇ ਇਹਦੇ ਉੱਤੇ ਬਹੁਤ ਸਾਰੇ ਸਟicker ਲਾਏ ਹੁੰਦੇ ਆ। ਪਰ ਨਾਲ ਦੀ ਨਾਲ ਅਸੀਂ ਇੱਕ ਗੱਲ ਦੀ ਜ਼ਰੂਰ ਉਮੀਦ ਕਰਾਂਗੇ ਪੰਜਾਬ ਦੇ ਲੋਕਾਂ ਤੋਂ ਕਿ ਭਾਈ ਠੀਕ ਹੈ, ਕੋਈ ਵੀ ਇਹਦੇ ਤੇ ਉਹ ਸ਼ਬਦ ਨਾ ਲਿਖਿਓ ਜਿਹੜਾ ਕਿਸੇ ਨੂੰ ਕੌੜਾ ਲੱਗਦਾ ਹੋਵੇ, ਕੋਈ ਵੀ ਇਹਦੇ ਤੇ ਉਦਾਂ ਦਾ ਗਾਣਾ ਨਾ ਚਲਾਇਓ ਜੇ ਤੁਸੀਂ ਮਿਊਜ਼ਿਕ ਲਾਉਣਾ ਆ ਜਿਹੜਾ ਕਿਸੇ ਨੂੰ ਕੌੜਾ ਲੱਗਦਾ ਹੋਵੇ। ਤੇ ਸਭ ਤੋਂ ਵੱਡੀ ਗੱਲ, ਜਿਨ੍ਹਾਂ ਲੋਕਾਂ ਦਾ ਟਰੈਕਟਰਾਂ ਦੇ ਨਾਲ ਕਿਸੇ ਤਰ੍ਹਾਂ ਦਾ ਵਾਸਤਾ ਨਹੀਂ, ਬੈਨੀਪਾਲ ਸਾਹਿਬ ਜਦੋਂ ਟਰੈਕਟਰ ਤੇ ਭਾਰ ਲੱਦਿਆ ਹੁੰਦਾ ਨਾ, ਖਾਸ ਤੌਰ ਤੇ ਜਦੋਂ ਗੰਨਾ ਲੱਦਿਆ ਹੁੰਦਾ, ਉਹ ਟਰੈਕਟਰ ਦੇ ਰੁਕਣ ਦੇ ਬਹੁਤ ਛੇਤੀ ਕੋਈ ਚਾਂਸ ਨਹੀਂ ਹੁੰਦੇ। ਅਸੀਂ ਕਈ ਵਾਰੀ ਉਹਦੇ ਨੇੜਿਓਂ ਬਹੁਤ ਛੇਤੀ ਕੱਟ ਮਾਰ ਦਿੰਨੇ ਆ, ਕਿਉਂਕਿ ਉਹ ਬੰਦਾ ਕਈ ਵਾਰੀ ਬ੍ਰੇਕ ਤੇ ਵੀ ਖੜਾ ਹੋ ਜਾਂਦਾ, ਭਾਰਾ ਟਰੈਕਟਰ ਤੁਰਦੇ 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 ਗਾਂਹ ਜਾ ਕੇ ਰੁਕਣਾ। ਨਾਲੇ ਇਹ ਪਾਵਰ ਬ੍ਰੇਕਾਂ ਬਹੁਤੇ ਟਰੈਕਟਰਾਂ ਦੇ ਹੈ ਹੀ ਨਹੀਂ। ਹੁਣ ਉਸ ਦਿੱਕਤ ਦੇ ਵਿੱਚ ਵੀ ਸਾਨੂੰ ਚਾਹੀਦਾ। ਦੂਸਰੀ ਗੱਲ ਹੈ ਕਿ ਜਦੋਂ ਆਪਾਂ ਜਾਣੇ ਵੀ ਆ, ਪੰਜਾਬ ਦੇ ਵਿੱਚ ਇੱਕ ਹੋਰ ਵੀ ਕੰਮ ਸ਼ੁਰੂ ਹੋਇਆ ਸੀ, ਵੀਡੀਓ ਆਉਣ ਲੱਗ ਪਈਆਂ ਸੀ ਸੋਸ਼ਲ ਮੀਡੀਆ ਤੇ, ਆਹ ਦੇਖੋ ਜੀ ਇੰਨੇ ਫੁੱਟ ਦੀ ਟਰਾਲੀ ਬਣਾਈ ਆ, ਇੰਨੇ ਕੁਆਂਟਲ ਹੋ ਗਿਆ, ਤੇ ਕਈ ਵਾਰੀ ਉਹ ਮੋਹਰਿਓਂ ਚੱਕ ਵੀ ਹੋ ਜਾਂਦੇ। ਸਾਨੂੰ ਇਸ ਦੌੜ 'ਚ ਨਹੀਂ ਪੈਣਾ ਚਾਹੀਦਾ, ਕਿਉਂਕਿ ਅਸੀਂ ਹਰ ਘਰ ਦੇ ਵਿੱਚ ਸੁੱਖ ਮੰਗਦੇ ਹਾਂ ਤੇ ਇਸ ਗੱਲ ਦੀ ਉਮੀਦ ਵੀ ਕਰਦੇ ਹਾਂ ਕਿ ਜਿਹੜੇ ਟਰੈਕਟਰ ਲੈਣਾ ਚਾਹੁੰਦੇ ਸੀ ਉਹਨਾਂ ਦਾ ਸੁਪਨਾ ਪੂਰਾ ਹੋਵੇ। ਪਰ ਜੇ ਸਾਂਝੀ ਖੇਤੀ ਵਾਲੇ ਪਾਸੇ ਨੂੰ ਤੁਰ ਪਈਏ ਨਾ, ਤਾਂ ਪੰਜਾਬ ਦੇ ਵਿੱਚ ਸੈਕੰਡ ਹੈਂਡ ਟਰੈਕਟਰ ਵਿਕਣ ਦੀਆਂ ਇੰਨੀਆਂ ਮੰਡੀਆਂ ਨਾ ਲੱਗਣ, ਪੰਜਾਬ ਦੇ ਵਿੱਚ ਪੁੱਤਰਗਾ ਟਰੈਕਟਰ ਵੇਚਣ ਦੀ ਕਿਸੇ ਨੂੰ ਨੌਬਤ ਨਾ ਆਵੇ ਮਜਬੂਰੀ 'ਚ, ਤੇ ਪੰਜਾਬ ਦੇ ਵਿੱਚ ਕੋਈ ਮਾਨਸਿਕ ਤੌਰ ਤੇ ਪਰੇਸ਼ਾਨ ਨਾ ਹੋਵੇ, ਕਿਉਂਕਿ ਅਸੀਂ ਤਾਂ ਇੰਨੇ ਜਜ਼ਬਾਤੀ ਹਾਂ ਟਰੈਕਟਰ ਦੇ ਲਈ ਕਿ ਜੇ ਕਿਤੇ ਮਜਬੂਰੀ 'ਚ ਕਰਜ਼ੇ ਦੇ ਕਰਕੇ ਟਰੈਕਟਰ ਵੇਚਣਾ ਪੈ ਗਿਆ ਨਾ, ਅਸੀਂ ਫਾਹੇ ਲੈਣ ਤੱਕ ਜਾਂਦੇ ਹਾਂ, ਅਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦੇ ਹਾਂ, ਅਸੀਂ ਘਰੋਂ ਬਾਹਰ ਤੱਕ ਨਹੀਂ ਨਿਕਲਦੇ। ਟਰੈਕਟਰ ਛੋਟਾ ਜਾਂ ਵੱਡਾ ਤੁਹਾਨੂੰ ਮਾਣ ਹੋਣਾ ਚਾਹੀਦਾ, ਅੱਡੀਆਂ ਚੱਕ ਕੇ ਫਾਹੇ ਨਹੀਂ ਲੈਣੇ ਆਪਾਂ। ਬਾੜ ਸਾਹਿਬ, ਜਿਹੜਾ ਤੁਸੀਂ ਟਰੈਕਟਰ ਵੇਚਣ ਦੀ ਗੱਲ ਕੀਤੀ ਹੈ, ਟਰੈਕਟਰ ਵਿਕਣ ਦੇ ਕਈ ਕਾਰਨ ਹੋਰ ਵੀ ਨੇ। ਕਈ ਵਾਰੀ ਲੋਨ ਟਰੈਕਟਰ ਦਾ ਕਰਾਉਣਾ, ਟਰੈਕਟਰ ਦਾ ਲੋਨ ਵੀ ਮਿਲ ਗਿਆ, ਟਰੈਕਟਰ ਖਰੀਦ ਵੀ ਲਿਆ, ਪਰ ਟਰੈਕਟਰ ਦੀ ਸਾਨੂੰ ਜ਼ਰੂਰਤ ਹੈ ਨਹੀਂ ਸੀ ਜੀ। ਇਸ ਕਰਕੇ ਟਰੈਕਟਰ 7 ਲੱਖ ਦਾ ਲਿਆ, ਟਰੈਕਟਰ 6 ਲੱਖ ਦਾ ਲਿਆ, ਟਰੈਕਟਰ 5 ਲੱਖ ਦਾ ਲਿਆ, ਉਹ 'ਚ 20,000 50,000 ਲੱਖ ਰੁਪਈਆ ਘਾਟਾ ਪਾ ਕੇ ਬਾਹਰੋਂ ਬਾਹਰ ਵੇਚ ਦੇਣਾ ਜੀ। ਹੁਣ ਜਿਹੜੇ ਚੀਜ਼ ਵਾਸਤੇ ਤੁਸੀਂ ਲੋਨ ਲਿਆ ਸੀ, ਉਹਦੇ ਪੈਸੇ ਉਧਰ ਵੀ ਦੇਣੇ ਆ ਤੁਸੀਂ, ਉਹ ਲੈ ਕੇ ਖਰਚ ਕਿਤੇ ਹੋਰ ਦਿੱਤੇ ਆ। ਕਈ ਖੁਦਕਸ਼ੀਆਂ ਦਾ ਕਾਰਨ ਇਹ ਵੀ ਬਣਿਆ। ਸੋ ਜਿਸ ਤਰ੍ਹਾਂ ਦੀ ਮਸ਼ੀਨਰੀ ਦੀ ਜ਼ਰੂਰਤ ਆ, ਆਪਾਂ ਉਸ ਤਰ੍ਹਾਂ ਦੀ ਆਦਤ ਪਾਈਏ ਤੇ ਉਸ ਤਰ੍ਹਾਂ ਦੀ ਮਸ਼ੀਨਰੀ ਤੋਂ ਕੰਮ ਲੈ ਲਈਏ ਜੀ। ਹੁਣ ਇਹ ਗੱਲ ਪੱਕੀ ਹੈ ਕਿ ਅੱਗੇ ਨਾਲੋਂ ਸੀਜ਼ਨ ਛੋਟੇ ਰਹਿ ਗਏ, ਕੰਮ ਮਸ਼ੀਨਰੀ ਦਾ ਹੋ ਗਿਆ, ਕੰਮ ਤੇਜ਼ ਹੋ ਗਿਆ। ਇਸ ਕਰਕੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ, 5-10 ਦਿਨਾਂ ਦਾ ਇਹ ਸੀਜ਼ਨ ਰਹਿ ਗਿਆ, ਉਹਦੇ ਵਿੱਚ ਸਭ ਨੂੰ ਆਪੋ ਤਾਪੀ ਹੁੰਦੀ ਹੈ, ਕਿਉਂਕਿ ਉੱਪਰਲੀ ਕੁਦਰਤ ਕਹਿੰਦੇ ਖੇਤੀ ਤਾਂ ਪਤਾ ਕਰਮਾ ਸੇਤੀ ਹੈ ਜੀ। ਇਹ ਪਤਾ ਨਹੀਂ ਕਦੋਂ ਮੌਸਮ ਦੀ ਕਰੋਪੀ ਹੋ ਜੇ। ਕਈ ਵਾਰੀ ਕਿਸਾਨ ਦੇਖਦਾ ਐਨ ਪੁੱਤ ਵਰਗੀ ਫਸਲ ਪਾਲੀ ਹੁੰਦੀ ਆ, ਐਨ ਵੱਢਣ ਤੇ ਹੁੰਦੀ ਹੈ, ਉਹ ਤੋਂ 1 ਦਿਨ ਪਹਿਲਾਂ 2 ਦਿਨ ਪਹਿਲਾਂ ਗੜੇਮਾਰੀ ਹੋ ਜਾਂਦੀ ਹੈ, ਮੀਂਹ ਪੈ ਜਾਂਦਾ, ਤੇਜ਼ ਹਵਾ ਜਾਂ ਝੱਖੜ ਝੁੱਲ ਜਾਂਦਾ, ਪੱਲੇ ਤਾਂ ਕਿਸਾਨ ਦੇ ਉਦੋਂ ਵੀ ਕੁਝ ਨਹੀਂ ਰਹਿੰਦਾ। ਪਰ ਜਦੋਂ ਕਈ ਵਾਰੀ ਮਜਬੂਰੀ ਵਸ ਲੋਨ ਕਿਸੇ ਹੋਰ ਕੰਮ ਵਾਸਤੇ ਲਿਆ ਕੇ ਟਰੈਕਟਰ ਖਰੀਦ ਕੇ ਬਾਹਰੋਂ ਬਾਹਰ ਵੇਚ ਕੇ ਤੇ ਪੈਸੇ ਕਿਤੇ ਹੋਰ ਖਰਚ ਲੈ ਜਾਂਦੇ ਨੇ, ਕਈ ਵਾਰੀ ਉਹਦੇ ਮੁੱਲ ਵੀ ਜਾਨ ਦੇ ਨਾਲ ਤਾਰਨੇ ਪੈਂਦੇ ਆ। ਬਿਲਕੁਲ ਬੈਨੀਪਾਲ ਸਾਹਿਬ, ਕਈ ਦਿੱਕਤਾਂ ਨੇ। ਦੇਖੋ ਪ੍ਰੋਗਰਾਮ ਹੁਣ ਆਖਰੀ ਪੜਾਅ ਦੇ ਵਿੱਚ ਪਹੁੰਚ ਚੱਲਿਆ। ਮੈਂ ਫੇਰ ਕਹਿਣਾ ਕਿ ਆਓ ਟਰੈਕਟਰ ਦਾ ਚੇਤਾ ਕਰੀਏ। ਅਸੀਂ ਕੈਲਗਰੀ ਦੇ ਵਿੱਚ ਬੈਠੇ ਹਾਂ ਤੇ ਇੱਥੇ ਸੱਜਣਾ ਨੇ ਇਹ ਟਰੈਕਟਰ ਆਪਣੇ ਘਰ ਦੇ ਵਿੱਚ ਲਿਆ ਕੇ ਖੜੇ ਕੀਤੇ ਹੋਏ ਆ। ਮਿਹਨਤ ਕਰਦੇ ਆ, ਮਿਹਨਤ ਕਰਾਂਗੇ ਤਾਂ ਮੁੱਲ ਮਿਲ ਜਾਊਗਾ। ਦੂਸਰੀ ਗੱਲ ਬੈਨੀਪਾਲ ਸਾਹਿਬ, ਜਿਨ੍ਹਾਂ ਨੇ ਟਰੈਕਟਰ ਖਰੀਦੇ ਸੀ, ਪਹਿਲਾ ਟਰੈਕਟਰ ਖਰੀਦਿਆ, ਤੁਸੀਂ ਲਿਖ ਦਿਓ ਕਿ ਕਿਹੜਾ ਖਰੀਦਿਆ ਸੀ। ਉਹਦੇ ਤੋਂ ਬਾਅਦ ਤੁਸੀਂ ਇਹ ਵੀ ਲਿਖ ਦਿਓ ਕਿ ਕਿਹਨੇ ਆਪਣੇ ਬਾਪ ਦੇ, ਚਾਚੇ ਦੇ, ਤਾਏ ਦੀ ਗੋਦੀ ਦੇ ਵਿੱਚ ਬੈਠ ਕੇ ਟਰੈਕਟਰ ਦੀ ਟੀਮ ਵਜਾਈ ਸੀ। ਕਦੇ ਨਿਆਣੇ ਫਿਰ ਰੇਸ ਦੇਣ ਦੀ ਵੀ ਕੋਸ਼ਿਸ਼ ਕਰਦੇ ਹੁੰਦੇ ਆ। ਪਰ ਟਰੈਕਟਰ ਛੋਟੇ ਬੱਚੇ ਨੂੰ ਨਾ ਫੜਾਓ, ਇਕੱਲੇ ਨੂੰ ਬਿਲਕੁਲ ਨਾ ਫੜਾਓ। ਕਈ ਵਾਰੀ ਕੀ ਹੁੰਦਾ, ਛੋਟੇ ਬੱਚੇ ਦੋ ਜਿਹੜੇ ਆ ਇੱਕੋ ਸੀਟ ਦੇ ਉੱਤੇ ਵੀ ਬਿਠਾ ਦਿੰਦੇ ਆ ਕਿ ਭਾਈ ਫੜ ਕੇ ਬੈਠੇ ਹੋ ਪੁੱਤ, ਤੂੰ ਆਪਣੇ ਭਾ ਨੂੰ ਚੰਗੇ ਤਰੀਕੇ ਫੜ ਲਈ। ਕਿਹੜਾ ਬੰਦਾ ਇਦਾਂ ਤੂੜੀ ਟਰੈਕਟਰ ਦੇ ਉੱਤੇ ਕਿੰਨੇ ਢੋਈ ਹੈ, ਉਹ ਵੀ ਆਪਣੇ ਆਪ 'ਚ ਵੱਖਰੀ ਗੱਲ ਸੀ। ਟਰੈਕਟਰ ਦੇ ਪਿੱਛੇ ਗੰਨਿਆਂ ਦੀ ਟਰਾਲੀ ਹੁੰਦੀ ਹੈ ਤੇ ਬਹੁਤ ਸਾਰੇ ਲੋਕਾਂ ਦਾ ਇੰਨਾ ਕੁ ਸੰਬੰਧ ਤਾਂ ਹੋਣਾ ਹੀ ਆ ਕਿ ਟਰਾਲੀ ਦੇ ਵਿੱਚੋਂ ਗੰਨੇ ਕਿੰਨੇ ਧੂਏ ਆ। ਇਹਦੇ ਤੋਂ ਇਲਾਵਾ ਗੰਨਿਆਂ ਵਾਲੀ ਟਰਾਲੀ ਜਿਹੜੀ ਹੈ ਬੈਨੀਪਾਲ ਸਾਹਿਬ, ਉਹਨੂੰ ਲੱਦਣ ਦਾ ਆਪਣਾ ਇੱਕ ਢੰਗ ਤਰੀਕਾ ਹੁੰਦਾ ਤੇ ਗੰਨਿਆਂ ਵਾਲੀ ਟਰਾਲੀ ਖੇਤ ਦੇ ਵਿੱਚੋਂ ਕੱਢਣ ਦੇ ਲਈ ਵੀ ਇੱਕ ਬਹੁਤ ਵੱਡੀ ਕਲਾ ਚਾਹੀਦੀ ਹੈ। ਮੈਨੂੰ ਤਾਂ ਲੱਗਦਾ ਹੁੰਦਾ ਕਿ ਇਹ ਵੀ ਬੰਦੇ ਆਪਣੇ ਆਪ 'ਚ ਇੰਜੀਨੀਅਰ ਹੀ ਹੁੰਦੇ ਆ। ਬਾੜ ਸਾਹਿਬ, ਜਿਹੜੀ ਆ ਗੱਲ ਹੈ ਤਾਂ ਮੈਂ ਅਗਲੀ ਗੱਲ ਕਰਦਾ ਹਾਂ। ਹੁਣ ਮਿੱਲ ਵਾਸਤੇ ਗੰਨੇ ਦੀ ਟਰਾਲੀ ਭਰੀ ਹੋਈ ਆ, ਲੈ ਕੇ ਜਾ ਰਿਹਾ। ਕਿਤੋਂ ਮਿੱਲ 10 ਕਿਲੋਮੀਟਰ ਹੈ, ਕਿਤੋਂ 20 50 100 ਕਿਲੋਮੀਟਰ ਤੱਕ ਵੀ ਲੋਕ ਚਲੇ ਜਾਂਦੇ 100 ਤੱਕ ਜਾਂਦੇ ਆ। ਕਈ ਵਾਰੀ ਹੋ ਸਕਦਾ ਇਹ ਤੋਂ ਵੀ ਵੱਧ ਕੋਈ ਜਾਂਦਾ ਹੋਵੇ, ਪਰ ਘੱਟੋ ਘੱਟ ਉਹਨੂੰ ਪਿੱਛੇ ਗਾਲਾਂ ਨਾ ਕੱਢਿਆ ਕਰੋ। ਇਹ ਜਾਂ ਟਰਾਲੀ ਨਹੀਂ ਤੋੜਦਾ,
ਇਹ ਜਾਂ ਰਸਤਾ ਹੀ ਨਹੀਂ ਦਿੰਦਾ। ਹੁਣ ਜਿਹੜੇ ਪਿੰਡਾਂ ਦੇ ਲਿੰਕ ਰੋਡ ਨੇ, ਜੀ। ਜੇਕਰ ਉਹ ਕੱਚੇ 'ਚ ਟਾਇਰ ਟਰਾਲੀ ਦੇ ਲਾ ਲਵੇ, ਤੁਸੀਂ ਆਪ ਸੋਚ ਕੇ ਦੇਖਿਓ ਕਿ 100 ਸਵਾ 100 ਕੁਇੰਟਲ 150 ਕੁਇੰਟਲ ਤੱਕ ਗੰਨਾ ਉਹਦੇ ਤੇ ਲੱਦਿਆ ਹੋਇਆ। ਹੋ ਸਕਦਾ ਕਿ ਮੁੜ ਕੇ ਟਰੈਕਟਰ ਦੁਬਾਰਾ ਉਹਨੂੰ ਚੜਾਉਣ ਦੀ ਸਮਰੱਥਾ ਹੀ ਨਾ ਰੱਖਦਾ ਹੋਵੇ। ਹੋ ਸਕਦਾ ਉਧਰਲਾ ਪਾਸਾ ਮਿੱਟੀ ਵਾਲਾ ਦਬ ਜੇ ਤੇ ਟਰਾਲੀ ਉਹਦੀ ਪਲਟ ਜੇ। ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕਈ ਵਾਰੀ ਟਰਾਲੀ ਮਿਲ ਜਾਂਦੀ ਹੈ, ਘੱਟੋ ਘੱਟ ਉਹਨੂੰ ਗਾਲਾਂ ਨਾ ਕੱਢਿਆ ਕਰੋ, ਉਹਦੇ ਚੋਂ ਗੰਨੇ ਨਾ ਖਿੱਚਿਆ ਕਰੋ। ਤੇ ਇਸੇ ਤਰੀਕੇ ਨਾਲ ਸਾਈਡ ਮੰਗਣ ਦੇ ਵੱਖਰੇ ਤਰੀਕੇ ਹੋ ਸਕਦੇ ਆ। ਜਿਹੜਾ ਬੰਦਾ ਟਰਾਲੀ ਲੈ ਕੇ ਜਾ ਰਿਹਾ ਹੈ, ਉਸ ਡਰਾਈਵਰ ਨੂੰ ਵੀ ਪਤਾ ਹੁੰਦਾ ਕਿ ਜਿੱਥੇ ਕਿ ਮੈਨੂੰ ਰਸਤਾ ਮਿਲਿਆ, ਮੈਂ ਜਿਹੜੇ ਪਿੱਛੇ ਹਾਰਨ ਮਾਰਨ ਵਾਲੇ ਟਰੈਕਟਰ ਦੇ ਪਿੱਛੇ ਕਾਰਾਂ ਆ ਰਹੀਆਂ ਨੇ, ਮੋਟਰਸਾਈਕਲ ਜੀਪਾਂ ਆ ਰਹੀਆਂ ਨੇ, ਸਾਈਡ ਉਹਨੇ ਦੇ ਦੇਣੀ ਹੁੰਦੀ ਹੈ। ਪਰ ਥੋੜਾ ਬਹੁਤਾ ਇੰਤਜ਼ਾਰ, ਸਾਨੂੰ ਤਹਮਲ ਤੋਂ ਕੰਮ ਲੈਣ ਦੀ ਜ਼ਰੂਰਤ ਹੈ ਜੀ। ਬਿਲਕੁਲ ਬੈਨੀਪਾਲ ਸਾਹਿਬ, ਬੀਬੀਆਂ ਦੀ ਗੱਲ ਆਪਾਂ ਐਤਕੀ ਬੜੀ ਘੱਟ ਕੀਤੀ ਆ, ਮਿੰਟ ਰਹਿ ਗਿਆ ਬੀਬੀਆਂ ਦੀ ਗੱਲ ਕਰ ਲਈ। ਕਈ ਵਾਰੀ ਬੀਬੀਆਂ ਵੀ ਉੱਥੇ ਜਾ ਕੇ ਜੇ 5-7 ਬੀਬੀਆਂ ਬੈਠੀਆਂ ਹੋਣਗੀਆਂ, ਸਾਡੇ ਤਾਂ ਫਿਰ ਬੜਾ ਟਰੈਕਟਰ ਲੈ ਆਏ ਆ ਮੈਨੂੰ ਪਤਾ ਤੁਹਾਡੇ ਤਾਂ ਛੋਟਾ, ਇਹ ਕਿੰਨੇ ਕੁ ਦਾ, ਅੱਛਾ ਸਾਡੇ ਤਾਂ ਫਿਰ ਬੜਾ ਲੈ ਆਏ ਆ। ਹੁਣ ਉਹ ਬੜਾ ਟਰੈਕਟਰ ਕਿੱਥੋਂ ਲੈ ਆਏ ਆ, ਕਿੱਥੋਂ ਨਹੀਂ ਲੈ ਆਏ, ਕਿੰਨੇ ਦਾ ਆਇਆ, ਉਹਨੇ ਕੀ ਕੰਮ ਕਰਨਾ। ਪਰ ਘੱਟੋ ਘੱਟ ਜੇ ਆਪਣੇ ਕੋਲੇ ਮਸ਼ੀਨਰੀ ਵੱਡੀ ਆ, ਆਪਾਂ ਇਦਾਂ ਨਾ ਕਰੀਏ ਤਾਂ ਚੰਗਾ। ਦੂਸਰੀ ਗੱਲ ਇਹ ਵੀ ਹੈ, ਕਈ ਵਾਰੀ ਇਹ ਵੀ ਹੁੰਦਾ ਹੈ ਕਿ ਨਿੱਕੇ ਨਿਆਣੇ ਗਲ ਦੇ ਵਿੱਚ ਅੰਗੂਠਾ ਦਿੰਦੇ ਆ ਕਿ ਭਾਈ ਅਸੀਂ ਆਹੀ ਟਰੈਕਟਰ ਲੈਣਾ, ਏਜੰਸੀ ਨੂੰ ਜਾਣਾ ਹੈ। ਤੇ ਪਰ ਉਹ ਏਜੰਸੀ ਨੂੰ ਜਾਣ ਦੀਆਂ ਪ੍ਰਕਿਰਿਆਵਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਮਹਿੰਗੀਆਂ ਪੈ ਸਕਦੀਆਂ। ਬਾਕੀ ਟਰੈਕਟਰ ਤੋਂ ਆਪਾਂ ਕੰਮ ਕਿੰਨਾ ਲੈਂਦੇ ਆ, ਬੈਨੀਪਾਲ ਸਾਹਿਬ ਕਿੰਨਾ ਕੁ ਆਪ ਚਲਾਉਂਦੇ ਆ, ਕਿੰਨਾ ਕਿਹਦੇ ਉੱਤੇ ਅੱਜ ਕੱਲ੍ਹ ਕੱਪੜਾ ਮਾਰਦੇ ਆ, ਕਿੰਨਾ ਕਿਹਦਾ ਤੇਲ, ਕਿਉਂਕਿ ਮੈਨੂੰ ਪਤਾ ਹੈ ਕਿ ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਆ ਗਈਆਂ। ਪੁਰਾਣੇ ਟਰੈਕਟਰਾਂ ਦੇ ਵਿੱਚ ਪਹਿਲਾਂ ਇੱਕ ਛਿਟੀ ਲੱਭਣੀ, ਉਹ ਵੀ ਉਹਦੇ ਵਿੱਚ ਤੇਲ ਚੈੱਕ ਕਰਦੇ ਹੋ ਜੀ ਕਿੰਨਾ, ਪਹਿਲਾਂ ਤੇਲ ਚੈੱਕ ਕਰਨਾ। ਸਾਨੂੰ ਤਾਂ ਇਹੀ ਬੜਾ ਚਾਅ ਹੁੰਦਾ ਸੀ ਜਦੋਂ ਘਰਦਿਆਂ ਨੇ ਇੱਧਰ ਉੱਧਰ ਕਿਤੇ ਹੋਣਾ ਤਾਂ ਜਿਹੜਾ ਤੇਲ ਇੰਜਨ ਆਇਲ ਹੁੰਦਾ ਉਹਦੀ ਕੱਢ ਕੇ ਦੇਖੀ ਜਾਣੀ। ਮੁਗਲੈਲ ਥੋੜਾ ਰਹਿ ਗਿਆ, ਐਂ ਕਰਕੇ ਵੀ ਦੇਖਣਾ ਕਾਲਾ ਕਿੰਨਾ ਕੁ ਹੋਇਆ ਆ। ਤੇ ਕਈ ਵਾਰੀ ਇਹ ਵੀ ਹੁੰਦਾ ਸੀ ਕਿ ਟਰੈਕਟਰ ਨੂੰ ਨਿੱਕੇ ਨਿਆਣਿਆਂ ਨੇ ਖੇਡਦੇ ਸਾਰੇ ਹਾਥੀ ਕਾਲਖ ਨਾਲ ਲਵੇੜ ਲੈਣੇ। ਇਹ ਜਿਹੜੀ ਤੁਸੀਂ ਹੁਣੀ ਗੱਲ ਕੀਤੀ ਹੈ ਨਾ ਮੁਗਲੈਲ, ਕਈ ਬੰਦੇ ਤਾਂ ਬਹੁਤ ਰੀਝੀ ਨੇ, ਮਸ਼ੀਨਰੀ ਨੂੰ ਆਪਣੇ ਔਲਾਦ ਵਾਂਗ ਪਿਆਰ ਕਰਦੇ ਆ। ਸੀਜ਼ਨ ਤੋਂ ਪਹਿਲਾਂ ਵੀ ਮੁਗਲੈਲ ਚੇਂਜ ਕਰਨਾ ਹੈ ਤੇ ਸੀਜ਼ਨ ਤੋਂ ਬਾਅਦ ਵੀ ਮੁਗਲੈਲ ਚੇਂਜ ਕਰਨਾ ਜੀ। ਕਈ ਬੰਦੇ ਨਵੇਂ ਹੁੰਦੇ ਨੇ ਜਿਹੜੇ ਅਣਜਾਣ ਹੁੰਦੇ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ। ਉਹਨਾਂ ਨੂੰ ਹੁੰਦਾ ਸੀ ਕਿ ਜਦੋਂ ਤੇਲ ਪਾ ਲਿਆ ਸਿਰਫ ਡੀਜ਼ਲ ਪੈਣਾ, ਇੱਥੇ ਪੈਣਾ ਤੇ ਮੁੜ ਕੇ ਜਦ ਜਾਮ ਹੋ ਕੇ ਖੜ ਜਾਣਾ, ਚਿੱਕੜ ਵਰਗਾ ਬਣ ਜਾਣਾ। ਜਦੋਂ ਟੋਚਨ ਪਾ ਕੇ ਕਿਤੇ ਲੈ ਕੇ ਜਾਣਾ ਨਾ, ਉਹਨਾਂ ਨੇ ਕਹਿਣਾ ਇਹਦਾ ਮੁਗਲੈਲ ਬਦਲੇ ਨੂੰ ਕਿੰਨਾ ਚਿਰ ਹੋ ਗਿਆ। ਉਹ ਕਹਿੰਦੇ ਮੁਗਲੈਲ ਥੋੜੀ ਡੀਜ਼ਲ ਪਾ ਲੈਂਦੇ ਸੀ, ਚੱਲੀ ਜਾਂਦਾ ਸੀ। ਉਹ ਕਹਿੰਦੇ ਆ ਜਾਓ ਹੁਣ, ਫਿਰ ਕਹਿੰਦੇ ਮੁੱਠੀਆਂ ਨਾਲ ਭਰ ਕੇ ਕੱਢੀਏ। ਬਹੁਤੀ ਵਾਰੀ ਸੜ ਜਾਂਦੇ ਸੀ, ਕਈ ਵਾਰੀ ਹੇਠੋਂ, ਕਈ ਵਾਰੀ ਕਿਤੋਂ ਲੀਕ ਹੋ ਜਾਣਾ ਹੌਲੀ ਹੌਲੀ ਤੇ ਮੁਗਲੈਲ ਘਟ ਜਾਣਾ। ਉਹ ਗੇਜ ਭਾਵੇਂ ਦਿੱਤੀ ਹੁੰਦੀ ਸੀ, ਪਰ ਕਈ ਵਿਅਕਤੀਆਂ ਇਸ ਗੱਲੋਂ ਵੀ ਮਾਰ ਖਾ ਜਾਂਦੇ ਸੀ। ਪਰ ਅੱਜ ਕੱਲ੍ਹ ਲੋਕ ਸਿਆਣੇ ਹੋ ਗਏ ਨੇ, ਉਹਨਾਂ ਨੂੰ ਸਾਰੀ ਪਤਾ ਕਿ ਮਸ਼ੀਨਰੀ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ। ਸੋ ਇਸ ਦੇ ਨਾਲ ਹੀ ਬਾੜ ਸਾਹਿਬ ਲਗਭਗ ਟਰੈਕਟਰ ਦੇ ਉੱਤੇ ਗੱਲਬਾਤ ਕੀਤੀ ਹੈ। ਉਮੀਦ ਹੈ ਕਿ ਦਰਸ਼ਕਾਂ ਨੂੰ ਚੰਗੀ ਲੱਗੀ ਹੋ, ਯਕੀਨ ਹੈ ਕਿ ਤੁਹਾਨੂੰ ਵੀ ਚੰਗੀ ਲੱਗੀ ਹੋ। ਬਿਲਕੁਲ ਬੈਨੀਪਾਲ ਸਾਹਿਬ, ਬਹੁਤ ਵਧੀਆ ਲੱਗੀ। ਬਸ ਇੱਕੋ ਹੀ ਗੱਲ ਜਾਂਦੇ ਕਹਿਣੀ ਹੈ ਕਿ ਟਰੈਕਟਰ ਲੋੜ ਦੇ ਮੁਤਾਬਕ ਹੀ ਲਿਓ, ਇਹਨੂੰ ਕੇਵਲ ਤੇ ਕੇਵਲ ਆਪਣੇ ਕਾਰੋਬਾਰ ਲਈ ਵਰਤਿਓ। ਇੱਕ ਦੂਜੇ ਨਾਲ ਦੁਸ਼ਮਣੀਆਂ ਆਪਾਂ ਇਹ ਤੋਂ ਨਹੀਂ ਪਾਲਣੀਆਂ, ਸਿਰਫ ਲੋੜ ਮੁਤਾਬਕ ਲਿਓ। ਇਹ ਟਰੈਕਟਰ ਖੇਤੀ ਕਰਨ ਨੂੰ ਹੈ, ਕਿਸੇ ਹੋਰ ਕੰਮ ਨੂੰ ਨਹੀਂ। ਸੋ ਬਾੜ ਸਾਹਿਬ ਧੰਨਵਾਦ ਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰਾਈਮ ਫੋਕਸ ਟਰੈਕਟਰਾਂ ਤੋਂ। ਟਰੈਕਟਰਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਨੇ। ਤੁਹਾਡੀਆਂ ਕੋਈ ਟਰੈਕਟਰਾਂ ਦੇ ਨਾਲ ਜੁੜੀਆਂ ਯਾਦਾਂ ਹੋਣ, ਟਰੈਕਟਰ ਕਿਵੇਂ ਲਿਆ ਸੀ, ਕਿਉਂ ਵੇਚਣਾ ਪੈ ਗਿਆ, ਜਾਂ ਕਿਹੜੇ ਟਰੈਕਟਰ ਹੁਣ ਤੱਕ ਤੁਸੀਂ ਲਏ ਤੇ ਹੁਣ ਤੁਹਾਡੇ ਕੋਲ ਕਿਹੜਾ ਟਰੈਕਟਰ ਹੈ, ਸਾਡੇ ਤੱਕ ਆਪਣੀਆਂ ਟਿੱਪਣੀਆਂ ਜ਼ਰੂਰ ਪੁੱਜਦੀਆਂ ਕਰਿਓ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਅਤੇ ਇਹਦੇ ਨਾਲ ਦਿਓਲ ਪਰਿਵਾਰ ਨੇ ਜਿਨ੍ਹਾਂ ਨੇ ਸਾਨੂੰ ਥਾਂ ਵੀ ਦਿੱਤੀ, ਆ ਦੋਵੇਂ ਟਰੈਕਟਰ ਵੀ ਦਿੱਤੇ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ, ਰੱਬ ਰਾਖਾ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।